ਤੁਸੀਂ ਸੁਣ ਰਹੇ ਹੋ ਮੈਕਸਿਮ ਗੋਰਕੀ ਦੀ ਕਿਤਾਬ ਮਾਂ, ਅੰਕ 12ਵਾਂ। ਬਸਤੀ ਦੇ ਲੋਕ ਵਲਾਸੋਵਾ ਦੇ ਨਿੱਕੇ ਸਲੇਟੀ ਘਰ ਵਿੱਚ ਸਦਾ ਵਧੇਰੇ ਦਿਲਚਸਪੀ ਲੈਣ ਲੱਗ ਪਏ। ਇਸ ਦਿਲਚਸਪੀ ਵਿੱਚ ਸ਼ੱਕ ਅਤੇ ਅਚੇਤ ਦੁਸ਼ਮਣੀ ਦੀ ਬਹੁਤ ਸਾਰੀ ਭਾਂ ਸੀ, ਪਰ ਇੱਕ ਭਰੋਸਾ ਕਰਦੀ ਉਤਸੁਕਤਾ ਵੀ ਜਾਗ ਪਈ ਸੀ। ਕਦੀ ਕਦੀ ਕੋਈ ਓਪਰਾ ਬੰਦਾ ਪਾਵੇਲ ਕੋਲ ਆਉਂਦਾ, ਚੋਰੀ ਚੋਰੀ ਇੱਧਰ ਉੱਧਰ ਵੇਖਦਾ ਹੋਇਆ ਕਹਿੰਦਾ, ਸੁਣ ਭਰਾ, ਤੂੰ ਕਿਤਾਬਾਂ ਪੜ੍ਹਨਾ ਹੈ ਤੇ ਤੈਨੂੰ ਕਾਨੂੰਨ ਦੀ ਸਮਝ ਹੈ, ਕੀ ਤੂੰ ਮੈਨੂੰ ਇਹ ਗੱਲ ਸਮਝਾ ਸਕਦਾ ਹੈ? ਤੇ ਸਵਾਲੀ ਪੁਲਿਸ ਜਾਂ ਕਾਰਖਾਨੇ ਦੇ ਪ੍ਰਬੰਧਕਾਂ ਵੱਲੋਂ ਕਿਸੇ ਬੇਇਨਸਾਫੀ ਦਾ ਕਿੱਸਾ ਸੁਣਾਉਣ ਲੱਗ ਪੈਂਦਾ। ਗੁੰਝਲਦਾਰ ਮਾਮਲਿਆਂ ਵਿੱਚ ਪਾਵੇਲ ਉਹਨੂੰ ਸ਼ਹਿਰ ਵਿੱਚ ਰਹਿੰਦੇ ਆਪਣੇ ਇੱਕ ਵਾਕਿਫ ਵਕੀਲ ਵੱਲ ਰੁਕਾ ਲਿਖ ਦਿੰਦਾ, ਪਰ ਜੇ ਆਪ ਮਾਮਲਾ ਸਮਝਾ ਸਕਦਾ ਤਾਂ ਸਮਝਾਉਂਦਾ। ਹੌਲੀ ਹੌਲੀ ਲੋਕ ਇਸ ਗੰਭੀਰ ਨੌਜਵਾਨ ਦਾ ਸਤਿਕਾਰ ਕਰਨ ਲੱਗ ਪਏ, ਜਿਹੜਾ ਇੰਨੀ ਸਾਦਗੀ ਅਤੇ ਦਲੇਰੀ ਨਾਲ ਗੱਲ ਕਰਦਾ ਸੀ, ਜਿਹੜਾ ਹਰ ਗੱਲ ਬਾਰੇ ਆਪਣੀਆਂ ਅੱਖਾਂ ਖੁੱਲੀਆਂ ਅਤੇ ਕੰਨ ਸੁਚੇਤ ਰੱਖਦਾ ਸੀ, ਜਿਹੜਾ ਹਰ ਝਗੜੇ ਦੀ ਤਹਿ ਤੱਕ ਜਾਂਦਾ ਅਤੇ ਉਹ ਸਦਾ ਅਤੇ ਹਰ ਥਾਂ ਸਾਂਝੀ ਅਨੰਤ ਤੰਦ ਲੱਭ ਲੈਂਦਾ, ਜਿਹੜੀ ਸਭਨਾਂ ਲੋਕਾਂ ਨੂੰ ਹਜ਼ਾਰਾਂ ਤਣੀਆਂ ਰਾਹੀਂ ਜੋੜਦੀ ਸੀ। ਜਿੱਲਨ ਦੇ ਕੋਪੀਕ ਦੀ ਘਟਨਾ ਪਿੱਛੋਂ ਪਾਵੇਲ ਦਾ ਸਤਿਕਾਰ ਖਾਸ ਤੌਰ ਤੇ ਉੱਚਾ ਹੋ ਗਿਆ। ਕਾਰਖਾਨੇ ਤੋਂ ਪਰਾਂ ਕੈਲੋ ਅਤੇ ਬਰਚਿਆਂ ਨਾਲ ਭਰੀ ਇੱਕ ਜਿੱਲਨ ਸੀ, ਜਿਸਨੇ ਇਹਨੂੰ ਇੱਕ ਬੋ ਮਾਰ ਦੇ ਘੇਰੇ ਵਿੱਚ ਲਗਭਗ ਵਲਿਆ ਹੋਇਆ ਸੀ। ਹੁਨਾਲ ਵਿੱਚ ਇਸ ਜਿੱਲਨ ਵਿੱਚੋਂ ਗੂੜੀ ਪੀਲੀ ਹਵਾ ਉੱਠਦੀ ਅਤੇ ਮੱਛਰਾਂ ਦੇ ਬੱਦਲ ਨਿਕਲਦੇ, ਜਿਹੜੇ ਬਸਤੀ ਵਿੱਚ ਬੁਖਾਰ ਫੈਲਾਉਂਦੇ। ਕਾਰਖਾਨਾ ਜਿੱਲਨ ਦਾ ਮਾਲਕ ਸੀ ਅਤੇ ਨਵੇਂ ਡਾਇਰੈਕਟਰ ਨੇ ਫੈਸਲਾ ਕੀਤਾ ਕਿ ਜਿੱਲਨ ਨੂੰ ਸੁਕਾ ਕੇ ਉਸ ਵਿੱਚੋਂ ਪੀਟ ਕੱਢ ਕੇ ਨਫਾ ਕਮਾਇਆ ਜਾਵੇ। ਕਿਰਤੀਆਂ ਦੀਆਂ ਜੀਵਨ ਹਾਲਤਾਂ ਚੰਗੇਰੀਆਂ ਬਣਾਉਣ ਦੇ ਬਹਾਨੇ ਉਹਨੇ ਹੁਕਮ ਦਿੱਤਾ ਕਿ ਜਿੱਲਨ ਵਿੱਚੋਂ ਪਾਣੀ ਕੱਢਣ ਲਈ ਹਰ ਕਿਰਤੀ ਨੂੰ ਮਿਲਦੀ ਉਜਰਤ ਵਿੱਚੋਂ ਹਰ ਰੂਬਲ ਪਿੱਛੇ 1 ਕੋਪੀਕ ਕੱਟ ਲਿਆ ਜਾਵੇ। ਕਿਰਤੀ ਗੁੱਸੇ ਹੋ ਗਏ। ਉਹਨਾਂ ਨੂੰ ਇਸ ਗੱਲ ਉੱਤੇ ਖਾਸ ਤੌਰ ਤੇ ਇਤਰਾਜ਼ ਸੀ ਕਿ ਦਫ਼ਤਰੀ ਮੁਲਾਜ਼ਮਾਂ ਦੀਆਂ ਉਜਰਤਾਂ ਵਿੱਚੋਂ ਕੋਈ ਕਾਟ ਨਹੀਂ ਸੀ ਕੀਤੀ ਗਈ। ਜਿਸ ਦਿਨ ਰੂਬਲ ਵਿੱਚੋਂ ਕੋਪੀਕ ਕੱਟਣ ਬਾਰੇ ਡਾਇਰੈਕਟਰ ਦਾ ਹੁਕਮ ਫੱਟੇ ਉੱਤੇ ਲਾਇਆ ਗਿਆ, ਪਾਵੇਲ ਬਿਮਾਰੀ ਕਾਰਨ ਘਰੇ ਸੀ, ਸੋ ਉਹਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ। ਅਗਲੇ ਦਿਨ ਫਾਊਂਡਰੀ ਦਾ ਸੰਤਾ ਜਿਹਾ ਪੁਰਾਣਾ ਕਿਰਤੀ ਸਿਜੋਵ ਅਤੇ ਮਖੋਤਿਨ ਲੰਬਾ ਗੁਸੈਲਾ ਮਿਸਤਰੀ ਉਹਨੂੰ ਮਿਲਣ ਆਏ ਅਤੇ ਉਹਨਾਂ ਉਹਨੂੰ ਡਾਇਰੈਕਟਰ ਦੇ ਹੁਕਮ ਬਾਰੇ ਦੱਸਿਆ। ਅਸੀਂ ਪੁਰਾਣੇ ਲੋਕ ਇਕੱਠੇ ਹੋਏ ਅਤੇ ਮਾਮਲੇ ਉੱਤੇ ਵਿਚਾਰ ਕੀਤੀ। ਸਿਜੋਵ ਨੇ ਪ੍ਰਭਾਵਸ਼ਾਲੀ ਢੰਗ ਨਾਲ ਕਿਹਾ, ਸਾਥੀਆਂ ਨੇ ਫੈਸਲਾ ਕੀਤਾ ਕਿ ਸਾਨੂੰ ਤੇਰੇ ਵੱਲ ਇੱਕ ਸਿਆਣੇ ਬੰਦੇ ਵੱਲ ਭੇਜਿਆ ਜਾਵੇ ਤਾਂ ਜੋ ਪਤਾ ਕੱਢਿਆ ਜਾਵੇ ਕਿ ਕੋਈ ਅਜਿਹਾ ਕਾਨੂੰਨ ਹੈ ਜਿਹੜਾ ਡਾਇਰੈਕਟਰ ਨੂੰ ਇਹ ਅਖਤਿਆਰ ਦਿੰਦਾ ਹੈ ਕਿ ਉਹ ਸਾਡੇ ਕੋਪੀਕਾਂ ਨਾਲ ਮੱਛਰਾਂ ਨੂੰ ਖਤਮ ਕਰੇ। ਸੁਣ, ਮਖੋਤਿਨ ਬੋਲਿਆ। ਉਹਦੀਆਂ ਨਿੱਕੀਆਂ ਅੱਖਾਂ ਲਿਸ਼ਕ ਰਹੀਆਂ ਸਨ। 4 ਵਰ੍ਹੇ ਹੋਏ ਇਨ੍ਹਾਂ ਮੱਖੀ ਚੂਸਾਂ ਨੇ ਹਮਾਮ ਲਈ ਸਾਥੋਂ ਪੈਸੇ ਲਏ। ਉਹਨਾਂ 3800 ਰੂਬਲ ਇਕੱਠੇ ਕੀਤੇ ਤੇ ਹੁਣ ਉਹ ਰਕਮ ਕਿੱਥੇ ਹੈ? ਹਮਾਮ ਤਾਂ ਸਾਨੂੰ ਕਿਧਰੇ ਦਿਸਿਆ ਨਹੀਂ। ਪਾਵੇਲ ਨੇ ਇਸ ਕਾਰਡ ਦੀ ਬੇਇਨਸਾਫੀ ਅਤੇ ਕਾਰਖਾਨੇ ਨੂੰ ਹੋਣ ਵਾਲੇ ਸਪਸ਼ਟ ਨਫੇ ਬਾਰੇ ਸਮਝਾਇਆ। ਦੋਵੇਂ ਜਣੇ ਤਿਉੜੀਆਂ ਵੱਟ ਕੇ ਚਲੇ ਗਏ। ਜਦੋਂ ਮਾਂ ਉਹਨਾਂ ਨੂੰ ਬਾਹਰ ਤੱਕ ਛੱਡ ਕੇ ਮੁੜੀ, ਉਹਨੇ ਨਿੱਕਾ ਜਿਹਾ ਹਾਸਾ ਹੱਸ ਕੇ ਕਿਹਾ, ਬੁੱਢੇ ਵੀ ਹੁਣ ਤੇਰੇ ਤੋਂ ਸਿੱਖਿਆ ਲੈਣ ਆਉਣ ਲੱਗ ਪਏ ਨੇ। ਉਹਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਅਤੇ ਫਿਕਰਮੰਦ ਹੋਇਆ ਪਾਵੇਲ ਬਹਿ ਗਿਆ ਅਤੇ ਲਿਖਣ ਲੱਗ ਪਿਆ। ਕੁਝ ਮਿੰਟਾਂ ਪਿੱਛੋਂ ਉਹਨੇ ਕਿਹਾ, ਮਾਂ, ਇੱਕ ਬੇਨਤੀ ਹੈ, ਸ਼ਹਿਰ ਜਾ ਕੇ ਇਹ ਰੁਕਾ ਦੇ ਆ। ਕੀ ਇਹ ਖਤਰਨਾਕ ਹੈ? ਮਾਂ ਨੇ ਪੁੱਛਿਆ। ਹਾਂ, ਮੈਂ ਤੈਨੂੰ ਉੱਥੇ ਭੇਜ ਰਿਹਾ ਹਾਂ ਜਿੱਥੇ ਉਹ ਸਾਡਾ ਅਖਬਾਰ ਛਾਪਦੇ ਨੇ। ਜਿੱਲਨ ਦੇ ਕੋਪੀਕ ਦੀ ਖਬਰ ਹਰ ਹਾਲਤ ਅਗਲੇ ਪਰਚੇ ਵਿੱਚ ਛਪ ਜਾਣੀ ਚਾਹੀਦੀ ਹੈ। ਬਹੁਤ ਅੱਛਾ, ਮਾਂ ਬੋਲੀ। ਮੈਂ ਇੱਕਦਮ ਜਾਵਾਂਗੀ। ਇਹ ਪਹਿਲਾ ਕਾਰਜ ਸੀ ਜਿਹੜਾ ਉਹਦੇ ਪੁੱਤਰ ਨੇ ਉਹਨੂੰ ਕਦੀ ਸੌਂਪਿਆ ਸੀ। ਉਹ ਖੁਸ਼ ਸੀ ਕਿਉਂਕਿ ਉਹਨੇ ਉਹਦੇ ਨਾਲ ਖੁੱਲ੍ਹ ਕੇ ਗੱਲ ਕੀਤੀ ਸੀ। ਮੈਂ ਸਮਝਦੀ ਵਾਂ ਪਾਸ਼ਾ, ਮਾਂ ਨੇ ਕੱਪੜੇ ਪਾਉਂਦੇ ਹੋਏ ਕਿਹਾ। ਇਹ ਤਾਂ ਨਿਰੀ ਲੁੱਟ ਹੈ। ਕੀ ਨਾਂ ਹੈ ਉਹਦਾ? ਜ਼ੈਖੋਰ ਇਵਾਨੋਵਿਚ। ਉਹ ਸ਼ਾਮ ਨੂੰ ਦੇਰ ਨਾਲ ਘਰ ਮੁੜੀ, ਥੱਕੀ ਹੋਈ ਪਰ ਖੁਸ਼। ਮੈਂ ਸਾਸ਼ਾ ਨੂੰ ਮਿਲੀ ਸਾਂ। ਉਹਨੇ ਆਪਣੇ ਪੁੱਤਰ ਨੂੰ ਦੱਸਿਆ। ਉਹਨੇ ਸਲਾਮ ਭੇਜਿਆ। ਜ਼ੈਖੋਰ ਇਵਾਨੋਵਿਚ ਬੜਾ ਸਾਦਾ ਜਿਹਾ ਤੇ ਬਹੁਤ ਹਸਮੁਖ ਹੈ। ਉਹ ਬੜੀ ਹਸਾਉਣੀ ਤਰ੍ਹਾਂ ਗੱਲ ਕਰਦਾ ਹੈ। ਉਹ ਤੈਨੂੰ ਚੰਗਾ ਲੱਗੇ, ਇਸ ਤੋਂ ਮੈਨੂੰ ਖੁਸ਼ੀ ਹੈ, ਪਾਵੇਲ ਨੇ ਹੌਲੀ ਜਿਹੇ ਕਿਹਾ। ਉਹ ਸਾਦੇ ਲੋਕ ਨੇ ਪਾਸ਼ਾ। ਜਦੋਂ ਲੋਕ ਫੂਕ ਨਹੀਂ ਲੈਂਦੇ ਤਾਂ ਇਹ ਚੰਗੀ ਗੱਲ ਹੁੰਦੀ ਹੈ ਤੇ ਉਹ ਤੇਰੀ ਬੜੀ ਕਦਰ ਕਰਦੇ ਨੇ। ਸੋਮਵਾਰ ਪਾਵੇਲ ਫਿਰ ਘਰੇ ਰਿਹਾ ਕਿਉਂਕਿ ਉਹ ਹਜੇ ਪੂਰੀ ਤਰ੍ਹਾਂ ਠੀਕ ਨਹੀਂ ਸੀ ਹੋਇਆ। ਦੁਪਹਿਰ ਦੇ ਖਾਣੇ ਸਮੇਂ ਫਿਓਦੋਰ ਮਾਜੀਨ ਸਾਹੋ ਸਾਹ ਹੋਇਆ ਨੱਠਦਾ ਆਇਆ, ਖੁਸ਼ ਅਤੇ ਉਤੇਜਿਤ।
ਆ ਚੱਲ, ਉਹ ਉੱਚੀ ਜਿਹੀ ਬੋਲਿਆ। ਸਾਰਾ ਕਾਰਖਾਨਾ ਉੱਠ ਖੜਾ ਹੋਇਆ ਹੈ। ਉਹਨਾਂ ਮੈਨੂੰ ਭੇਜਿਆ ਕਿ ਤੈਨੂੰ ਬੁਲਾ ਲਿਆਵਾਂ। ਸਿਜੋਵ ਅਤੇ ਮਖੋਤਿਨ ਨੇ ਕਿਹੇ ਤੋਂ ਕਿਸੇ ਹੋਰ ਨਾਲੋਂ ਚੰਗੀ ਤਰ੍ਹਾਂ ਗੱਲ ਸਮਝਾ ਸਕਦਾ ਹੈ। ਚੱਲ ਕੇ ਵੇਖ ਤਾਂ ਸਹੀ ਕੀ ਹੋ ਰਿਹਾ। ਬਿਨਾਂ ਕੁਝ ਕਹੇ ਪਾਵੇਲ ਕੱਪੜੇ ਪਾਉਣ ਲੱਗ ਪਿਆ। ਜਨਾਨੀਆਂ ਵੀ ਆ ਗਈਆਂ ਤੇ ਉਹਨਾਂ ਵੀ ਆਪਣੀ ਚੀਂ ਚੀਂ ਵਿੱਚ ਰਲਾ ਦਿੱਤੀ ਏ। ਮੈਂ ਵੀ ਆਉਂਦੀ ਵਾਂ, ਮਾਂ ਨੇ ਕਿਹਾ। ਉਹਨਾਂ ਦੀ ਸਲਾਹ ਕੀ ਏ? ਮੈਂ ਵੀ ਆਉਂਦੀ ਆਂ। ਚੱਲ ਆ, ਪਾਵੇਲ ਨੇ ਕਿਹਾ। ਉਹ ਕਾਲੀ ਕਾਲੀ ਅਤੇ ਚੁੱਪਚਾਪ ਸੜਕ ਤੇ ਚਲੇ ਗਏ। ਮਾਂ ਇੰਨੀ ਉਤੇਜਿਤ ਹੋ ਗਈ ਸੀ ਕਿ ਉਹ ਮਸਾਂ ਹੀ ਸਾਹ ਲੈ ਰਹੀ ਸੀ। ਉਸਨੂੰ ਜਾਪਦਾ ਸੀ ਕਿ ਅੰਤ ਮਹੱਤਤਾ ਵਾਲੀ ਕੋਈ ਘਟਨਾ ਵਾਪਰਨ ਵਾਲੀ ਹੈ। ਕਾਰਖਾਨੇ ਦੇ ਫਾਟਕ ਕੋਲ ਇਸਤਰੀਆਂ ਦੀ ਭੀੜ ਸੀ, ਜਿਹੜੀਆਂ ਚੀਕ ਰਹੀਆਂ ਸਨ ਤੇ ਉੱਚੀ ਉੱਚੀ ਗਾਲਾਂ ਕੱਢ ਰਹੀਆਂ ਸਨ। ਜਦੋਂ ਉਹ ਤਿੰਨੇ ਸ਼ੋਪਲੇ ਜਿਹੇ ਹਾਤੇ ਵਿੱਚ ਵੜੇ ਤਾਂ ਉਹਨਾਂ ਆਪਣੇ ਆਪ ਨੂੰ ਜੋਸ਼ ਨਾਲ ਗਰਜਦੀ ਇੱਕ ਕਾਲੀ ਭੀੜ ਵਿਚਕਾਰ ਵੇਖਿਆ। ਮਾਂ ਨੇ ਵੇਖਿਆ ਕਿ ਸਾਰੇ ਫਾਊਂਡਰੀ ਦੀ ਕੰਧ ਵੱਲ ਵੇਖ ਰਹੇ ਸਨ, ਜਿੱਥੇ ਸਿਜੋਵ, ਮਖੋਤਿਨ, ਵਿਆਲੋਵ ਅਤੇ 5-6 ਹੋਰ ਵਧੇਰੇ ਰਸੂਖ ਵਾਲੇ ਕਿਰਤੀ ਇੱਟਾਂ ਦੀ ਕੰਧ ਦੇ ਸਾਹਮਣੇ ਪੁਰਾਣੇ ਲੋਹੇ ਦੇ ਇੱਕ ਢੇਰ ਉੱਤੇ ਖੜੇ ਸਨ। ਲਓ, ਵਲਾਸੋਵ ਆ ਗਿਆ, ਕਿਸੇ ਨੇ ਉੱਚੀ ਜਿਹੇ ਕਿਹਾ। ਵਲਾਸੋਵ, ਉਹਨੂੰ ਇੱਧਰ ਆਉਣ ਦਿਓ। ਚੁੱਪ ਕਰੋ, ਕਈ ਆਵਾਜ਼ਾਂ ਉੱਚੀਆਂ ਉੱਠੀਆਂ। ਕਿਧਰੋਂ ਨੇੜਿਓਂ ਹੀ ਰਿਬਨ ਦੀ ਸਾਵੀਂ ਆਵਾਜ਼ ਆਈ। ਅਸਾਂ ਕੋਪੀਕ ਲਈ ਨਹੀਂ, ਇਨਸਾਫ ਲਈ ਲੜਨਾ ਹੈ, ਇਹੋ ਤਾਂ ਗੱਲ ਹੈ। ਸਾਨੂੰ ਆਪਣਾ ਕੋਪੀਕ ਇੰਨਾ ਪਿਆਰਾ ਨਹੀਂ। ਇਹ ਕਿਸੇ ਹੋਰ ਨਾਲੋਂ ਵਧੇਰੇ ਗੋਲ ਨਹੀਂ ਹੁੰਦਾ। ਹਾਂ, ਵਧੇਰੇ ਭਾਰਾ ਜ਼ਰੂਰ ਹੈ। ਇਹਦੇ ਵਿੱਚ ਡਾਇਰੈਕਟਰ ਦੇ ਰੂਬਲ ਨਾਲੋਂ ਵਧੇਰੇ ਮਨੁੱਖੀ ਰੱਤ ਹੁੰਦੀ ਹੈ। ਇਹੋ ਤਾਂ ਗੱਲ ਹੈ। ਕਦਰ ਕੋਪੀਕ ਵਿੱਚ ਨਹੀਂ, ਸਗੋਂ ਰੱਤ ਵਿੱਚ ਹੈ, ਇਨਸਾਫ ਵਿੱਚ ਹੈ। ਇਹੋ ਤਾਂ ਗੱਲ ਹੈ। ਉਹਦੇ ਲਫ਼ਜ਼ ਭੀੜ ਵਿੱਚ ਡਿੱਗੇ ਅਤੇ ਤਿੱਖੇ ਨਾਰਿਆਂ ਦੀਆਂ ਸ਼ਿਲਤਰਾਂ ਤੋੜੀਆਂ। ਰਿਬਨ ਦੀ ਗੱਲ ਸੱਚੀ ਹੈ। ਅਸ਼ਕੇ ਓਏ ਝੋਕਿਆ। ਵਲਾਸੋਵ ਆ ਗਿਆ। ਆਵਾਜ਼ਾਂ ਮਿਲ ਕੇ ਇੱਕ ਅਜਿਹੀ ਗਰਜ ਬਣ ਗਈਆਂ ਜਿਸ ਨੇ ਮਸ਼ੀਨਾਂ ਦੀ ਕਰੜੀ ਗੂੰਜ, ਭਾਫ ਦੀ ਭਾਰੀ ਸ਼ਾਂ-ਸ਼ਾਂ ਅਤੇ ਤਾਰਾਂ ਦੀ ਭਿੰਨ-ਭਿੰਨ ਨੂੰ ਡਬੋ ਦਿੱਤਾ। ਲੋਕ ਸਭ ਪਾਸਿਆਂ ਤੋਂ ਕਾਲੀ-ਕਾਲੀ ਨੱਠਦੇ ਹੋਏ ਆਏ। ਉਹ ਆਪਣੀਆਂ ਬਾਹਾਂ ਹਿਲਾ ਰਹੇ ਸਨ ਅਤੇ ਲੂੰਦੇ ਕਾਟਵੇਂ ਸ਼ਬਦਾਂ ਨਾਲ ਇੱਕ ਦੂਜੇ ਨੂੰ ਭੜਕਾ ਰਹੇ ਸਨ। ਹੱਬੀਆਂ ਹੁੱਟੀਆਂ ਛਾਤੀਆਂ ਵਿੱਚ ਜਿਹੜਾ ਸੰਤੋਖ ਸਦਾ ਹੀ ਸੁਲਗਦਾ ਰਹਿੰਦਾ, ਉਸ ਵਿੱਚ ਹੁਣ ਜਾਨ ਪੈ ਗਈ ਸੀ ਅਤੇ ਉਹ ਬਾਹਰ ਨਿਕਲਣਾ ਲੋਚ ਰਿਹਾ ਸੀ। ਆਪਣੇ ਆਪ ਨੂੰ ਬਦਲੇ ਨਾਲ ਭਰੀ ਲਾਟ ਬਣਾਉਂਦਾ, ਇਹ ਆਪਣੇ ਹਨੇਰੇ ਖੰਭ ਚੌੜੇਰੇ ਅਤੇ ਹੋਰ ਚੌੜੇਰੇ ਪਸਾਰਦਾ, ਲੋਕਾਂ ਉੱਤੇ ਆਪਣੀ ਜਕੜ ਮਜ਼ਬੂਤ ਕਰਦਾ ਅਤੇ ਉਹਨਾਂ ਨੂੰ ਇੱਕ ਦੂਜੇ ਵਿਰੁੱਧ ਸੁੱਟਦਾ। ਇਹ ਜੇਤੂ ਢੰਗ ਨਾਲ ਹਵਾ ਵਿੱਚ ਪਲਮਿਆ। ਭੀੜ ਦੇ ਸਿਰਾਂ ਉੱਤੇ ਮਿੱਟੀ ਅਤੇ ਕਾਲਖ ਦਾ ਬੱਦਲ ਉੱਠਿਆ। ਪਸੀਨੋ ਪਸੀਨਾ ਹੋਏ ਮੂੰਹ ਉਤਸ਼ਾਹ ਨਾਲ ਲਿਸ਼ਕੇ, ਗੱਲਾਂ ਉੱਤੇ ਕਾਲੇ ਹੰਝੂਆਂ ਦੇ ਧੱਬੇ ਪੈ ਗਏ। ਧੁਆਖੇ ਮੂੰਹਾਂ ਵਿੱਚ ਅੱਖਾਂ ਅਤੇ ਦੰਦ ਲਿਸ਼ਕੇ। ਪਾਵੇਲ ਲੋਹੇ ਦੇ ਢੇਰ ਉੱਤੇ ਆਇਆ, ਜਿੱਥੇ ਸਿਜੋਵ ਅਤੇ ਮਖੋਤਿਨ ਖੜੇ ਸਨ। ਸਾਥੀਓ, ਉਹਨੇ ਜ਼ੋਰ ਨਾਲ ਕਿਹਾ। ਮਾਂ ਨੇ ਵੇਖਿਆ ਉਹਦਾ ਮੂੰਹ ਕਿੰਨਾ ਪੀਲਾ ਹੈ ਅਤੇ ਉਹਦੇ ਹੋਠ ਕੰਬ ਰਹੇ ਸਨ। ਅਚੇਤ ਹੀ ਉਹ ਅੱਗੇ ਵਧੀ, ਭੀੜ ਵਿੱਚੋਂ ਧੱਕੇ ਮਾਰਦੀ ਹੋਈ। ਧੱਕੇ ਨਾ ਮਾਰ, ਉਹਨੇ ਚਿੜ ਕੇ ਜ਼ੋਰ ਦੀ ਉਹਨੂੰ ਕਿਹਾ। ਆਪਣੀ ਵਾਰੀ ਉਹਨੂੰ ਧੱਕੇ ਲੱਗੇ, ਪਰ ਉਹ ਰੁਕੀ ਨਾ। ਮੋਢਿਆਂ ਤੇ ਅਰਕਾਂ ਦਾ ਜ਼ੋਰ ਲਾ ਕੇ ਉਹ ਅੱਗੇ ਵੱਲ ਵਧੀ। ਆਪਣੇ ਪੁੱਤਰ ਦੇ ਨੇੜੇ ਖੜੇ ਹੋਣ ਦੀ ਇੱਛਾ ਉਹਨੂੰ ਉਤਸ਼ਾਹ ਦੇ ਰਹੀ ਸੀ। ਜਦੋਂ ਪਾਵੇਲ ਨੇ ਉਹ ਸ਼ਬਦ ਵਰਤਿਆ ਜਿਹੜਾ ਉਹਦੇ ਲਈ ਡੂੰਘੇ ਮਹੱਤਤਾ ਨਾਲ ਭਰਿਆ ਹੋਇਆ ਸੀ, ਉਸਨੂੰ ਜਾਪਿਆ ਕਿ ਲੜਾਕੂ ਖੁਸ਼ੀ ਦੇ ਦੌਰੇ ਕਾਰਨ ਉਹਦਾ ਗਲਾ ਸੁੰਗੜ ਗਿਆ ਹੈ। ਉਹਦਾ ਜੀ ਕੀਤਾ ਉਹ ਆਪਣਾ ਦਿਲ ਕੱਢ ਕੇ ਲੋਕਾਂ ਦੇ ਸਾਹਮਣੇ ਰੱਖ ਦੇਵੇ, ਇਨਸਾਫ ਦੇ ਸੁਪਨਿਆਂ ਨਾਲ ਲੱਟ-ਲੱਟ ਕਰਦਾ ਦਿਲ। ਸਾਥੀਓ, ਉੱਚੀ ਆਵਾਜ਼ ਵਿੱਚ ਬੋਲਿਆ, ਇਹ ਲਫ਼ਜ਼ ਵਿੱਚੋਂ ਆਪਣਾ ਬਲ ਅਤੇ ਵਿਸਮਾਦ ਲੈਂਦਾ ਹੋਇਆ। ਅਸੀਂ ਹਾਂ ਉਹ ਲੋਕ ਜਿਹੜੇ ਗਿਰਜੇ ਤੇ ਕਾਰਖਾਨੇ ਉਸਾਰਦੇ ਹਾਂ, ਜਿਹੜੇ ਸੰਗਲ ਘੜਦੇ ਤੇ ਸਿੱਕੇ ਢਾਲਦੇ ਹਾਂ। ਅਸੀਂ ਉਹ ਜਿਉਂਦੀ ਸ਼ਕਤੀ ਹਾਂ ਜਿਹੜੀ ਸਭ ਦਾ ਪੇਟ ਭਰਦੀ ਅਤੇ ਉਹਨਾਂ ਦਾ ਮਨੋਰੰਜਨ ਕਰਦੀ ਹੈ, ਪੋਤੜਿਆਂ ਤੋਂ ਕਬਰ ਤੱਕ। ਸੱਚੀ ਗੱਲ ਹੈ, ਰਿਬਨ ਨੇ ਉੱਚੀ ਆਵਾਜ਼ ਵਿੱਚ ਕਿਹਾ। ਸਦਾ ਅਤੇ ਹਰ ਥਾਂ ਅਸੀਂ ਸਭ ਤੋਂ ਪਹਿਲਾਂ ਕੰਮ ਕਰਦੇ ਹਾਂ ਅਤੇ ਸਭ ਤੋਂ ਅਖੀਰ ਸਾਡੇ ਵੱਲ ਧਿਆਨ ਦਿੱਤਾ ਜਾਂਦਾ ਹੈ। ਕੌਣ ਸਾਡੇ ਵੱਲ ਧਿਆਨ ਦਿੰਦਾ ਹੈ? ਕਿਸੇ ਨੂੰ ਇਸ ਗੱਲ ਦੀ ਪਰਵਾਹ ਹੈ ਕਿ ਸਾਡੇ ਲਈ ਘੱਟ ਤੋਂ ਘੱਟ ਵੀ ਕੀਤਾ ਜਾਵੇ? ਕੀ ਕੋਈ ਸਾਡੇ ਵੱਲ ਮਨੁੱਖਾਂ ਵਾਂਗ ਵੇਖਦਾ ਵੀ ਹੈ? ਨਹੀਂ, ਨਹੀਂ, ਇੱਕ ਗੂੰਜਦੀ ਆਵਾਜ਼ ਆਈ ਅਤੇ ਜਿਉਂ-ਜਿਉਂ ਉਹਨੇ ਮੁੜ ਆਪਣੇ ਆਪ ਉੱਤੇ ਕਾਬੂ ਪਾ ਲਿਆ, ਪਾਵੇਲ ਵਧੇਰੇ ਸਾਦਗੀ ਅਤੇ ਠੰਮੇ ਨਾਲ ਬੋਲਣ ਲੱਗ ਪਿਆ ਅਤੇ ਭੀੜ ਹੌਲੀ-ਹੌਲੀ ਅੱਗੇ ਵਧੀ, ਜੁੜ ਕੇ 1000 ਸਿਰਾਂ ਵਾਲੀ ਇੱਕੋ ਇੱਕ ਦੇਹ ਬਣ ਗਈ, ਜਿਹੜੀਆਂ ਆਪਣੀਆਂ ਅਣਗਿਣਤ ਇਕਾਗਰ ਅੱਖਾਂ ਨਾਲ ਉਹਦੇ ਵੱਲ ਵੇਖ ਰਹੀ ਸੀ। ਉਹ ਹਰ ਲਫ਼ਜ਼ ਨੂੰ ਉਡੀਕ ਲਾ ਕੇ ਪੀਂਦੀ ਜਾ ਰਹੀ ਸੀ।
ਅਸੀਂ ਉਦੋਂ ਤੱਕ ਆਪਣੇ ਲਈ ਚੰਗੀਆਂ ਹਾਲਤਾਂ ਪ੍ਰਾਪਤ ਨਹੀਂ ਕਰ ਸਕਾਂਗੇ ਜਦੋਂ ਤੱਕ ਅਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਅਸੀਂ ਸਾਥੀ ਹਾਂ, ਮਿੱਤਰਾਂ ਦਾ ਇੱਕੋ ਇੱਕ ਪਰਿਵਾਰ ਜਿਹੜਾ ਆਪਣੇ ਹੱਕਾਂ ਲਈ ਲੜਨ ਦੀ ਇੱਕੋ ਇੱਕ ਇੱਛਾ ਨਾਲ ਜੁੜਿਆ ਹੋਇਆ ਹੈ। ਅਸਲ ਕੰਮ ਦੀ ਗੱਲ ਕਰ, ਮਾਂ ਦੇ ਨੇੜੇ ਖੜੇ ਕਿਸੇ ਬੰਦੇ ਨੇ ਖਰਵੀ ਆਵਾਜ਼ ਵਿੱਚ ਕਿਹਾ। ਟੋਕੋ ਨਹੀਂ। ਵੱਖ-ਵੱਖ ਪਾਸਿਆਂ ਤੋਂ ਦੋ ਆਵਾਜ਼ਾਂ ਆਈਆਂ। ਤੁਹਾਖੇ ਮੂੰਹ ਗੁਸੈਲੇ ਸ਼ੰਕੇ ਨਾਲ ਘੂਰ ਰਹੇ ਸਨ, ਪਰ ਅਨੇਕ ਅੱਖਾਂ ਪਾਵੇਲ ਦੇ ਮੂੰਹ ਨੂੰ ਗੰਭੀਰਤਾ ਨਾਲ ਘੋਖ ਰਹੀਆਂ ਸਨ। ਹੈ ਤਾਂ ਸੋਸ਼ਲਿਸਟ ਪਰ ਮੂਰਖ ਨਹੀਂ, ਕਿਸੇ ਨੇ ਰਾਏ ਦਿੱਤੀ। ਦਲੇਰੀ ਨਾਲ ਗੱਲ ਕਰਦਾ ਹੈ ਨਾ? ਇੱਕ ਲੰਮੇ ਕਾਣੇ ਮਜ਼ਦੂਰ ਨੇ ਮਾਂ ਨੂੰ ਅਰਕ ਨਾਲ ਠੋਕਾ ਦਿੰਦੇ ਹੋਏ ਕਿਹਾ। ਸਾਥੀਓ, ਸਮਾਂ ਆ ਗਿਆ ਅਸੀਂ ਸਮਝ ਲਈਏ ਕਿ ਸਾਡੇ ਆਪਣੇ ਤੋਂ ਬਿਨਾਂ ਕਿਸੇ ਸਾਡੀ ਮਦਦ ਨਹੀਂ ਕਰਨੀ। ਇੱਕ ਸਭ ਲਈ ਅਤੇ ਸਭ ਇੱਕ ਲਈ। ਜੇ ਅਸੀਂ ਦੁਸ਼ਮਣਾਂ ਨੂੰ ਹਰਾਉਣਾ ਚਾਹੁੰਦੇ ਹਾਂ ਤਾਂ ਇਹ ਸਾਡਾ ਨਾਰਾ ਹੈ। ਬਿਲਕੁਲ ਸੱਚੀ ਗੱਲ ਕਹਿ ਰਿਹਾ ਯਾਰੋ। ਮੁਖੋਤਿਨ ਮੁੱਕਾ ਹਵਾ ਵਿੱਚ ਲਹਿਰਾ ਕੇ ਉੱਚੀ ਜਿਹੀ ਬੋਲਿਆ। ਡਾਇਰੈਕਟਰ ਨੂੰ ਬੁਲਾਓ। ਪਾਵੇਲ ਨੇ ਗੱਲ ਜਾਰੀ ਰੱਖੀ। ਜਿਵੇਂ ਹਵਾ ਦਾ ਅਚਨਚੇਤੀ ਬੁੱਲਾ ਭੀੜ ਵਿੱਚ ਆ ਵੱਜਾ ਹੋਵੇ, ਉਹ ਝੂਲੀ ਅਤੇ ਦਰਜਨਾਂ ਆਵਾਜ਼ਾਂ ਬੋਲ ਉੱਠੀਆਂ। ਡਾਇਰੈਕਟਰ ਨੂੰ ਬੁਲਾਓ, ਉਹਨੂੰ ਮਿਲਣ ਲਈ ਵਫਦ ਭੇਜੋ। ਮਾਂ ਹੋਰ ਵੀ ਧੱਕੇ ਮਾਰਦੀ ਹੋਰ ਵੀ ਅੱਗੇ ਵੱਧ ਗਈ ਅਤੇ ਮਾਨਮੱਤੀ ਆਪਣੇ ਪੁੱਤਰ ਵੱਲ ਵੇਖਦੀ ਹੀ ਰਹੀ। ਉਹਦਾ ਪਾਵੇਲ ਉਹਨੂੰ ਪੁਰਾਣੇ ਸਤਿਕਾਰੇ ਕਿਰਤੀਆਂ ਵਿਚਕਾਰ ਖੜਾ ਸੀ ਅਤੇ ਸਭ ਉਹਦੀ ਗੱਲ ਸੁਣ ਰਹੇ ਸਨ ਅਤੇ ਸਭ ਉਹਦੇ ਨਾਲ ਸਹਿਮਤ ਹੋ ਰਹੇ ਸਨ। ਉਹ ਖੁਸ਼ ਸੀ ਕਿ ਹੋਰਨਾਂ ਵਾਂਗ ਉਹਦਾ ਪੁੱਤਰ ਗੁੱਸੇ ਨਾ ਹੋਇਆ ਅਤੇ ਗਾਲਾਂ ਨਾ ਕੱਢੀਆਂ। ਟੀਨ ਦੀ ਛੱਤ ਉੱਤੇ ਡਿੱਗਦੇ ਗੜਿਆਂ ਵਾਂਗ ਗਾਲਾਂ, ਕੂਕਾਂ ਅਤੇ ਕਾਟਵੇਂ ਲਫ਼ਜ਼ ਆ ਪਏ। ਪਾਵੇਲ ਲੋਕਾਂ ਉੱਤੇ ਝਾਕ ਰਿਹਾ ਸੀ ਅਤੇ ਆਪਣੀਆਂ ਵੱਡੀਆਂ ਅੱਖਾਂ ਨਾਲ ਕੁਝ ਢੂੰਡਦਾ ਜਾਪਦਾ ਸੀ। ਪ੍ਰਤੀਨਿਧ ਸਿਜੋਵ, ਰਿਬਨ, ਉਹਦੇ ਦੰਦ ਬੜੇ ਤਿੱਖੇ ਨੇ। ਅਚਾਨਕ ਭੀੜ ਵਿੱਚੋਂ ਦਬੀਆਂ ਕੂਕਾਂ ਸੁਣਾਈ ਦਿੱਤੀਆਂ। ਉਹ ਆਪਣੇ ਆਪ ਆ ਰਿਹਾ ਹੈ। ਡਾਇਰੈਕਟਰ। ਭੀੜ ਨੇ ਨੁਕੀਲੀ ਦਾੜੀ ਅਤੇ ਲੰਮੇ ਮੂੰਹ ਵਾਲੇ ਲੰਮੇ ਬੰਦੇ ਲਈ ਰਾਹ ਛੱਡ ਦਿੱਤਾ। ਮੈਨੂੰ ਰਸਤਾ ਦਿਓ, ਉਹਨੇ ਹਲਕੇ ਜਿਹੇ ਇਸ਼ਾਰੇ ਨਾਲ, ਜਿਸ ਦਾ ਮਤਲਬ ਉਹਨਾਂ ਨੂੰ ਨਾ ਛੂਹਣਾ ਸੀ, ਕਿਰਤੀਆਂ ਨੂੰ ਰਾਹ ਵਿੱਚੋਂ ਹਟ ਜਾਣ ਲਈ ਕਹਿੰਦੇ ਹੋਏ ਕਿਹਾ। ਉਹਦੀਆਂ ਅੱਖਾਂ ਸੁੰਗੜੀਆਂ ਹੋਈਆਂ ਸਨ ਅਤੇ ਉਹ ਲੋਕਾਂ ਦੇ ਮਾਲਕ ਦੀਆਂ ਤਜਰਬੇਕਾਰ ਅੱਖਾਂ ਨਾਲ ਕਿਰਤੀਆਂ ਦੇ ਮੂੰਹ ਘੋਖ ਰਿਹਾ ਸੀ। ਲੋਕਾਂ ਆਪਣੀਆਂ ਟੋਪੀਆਂ ਕਾਲੀ ਲਾ ਲਈਆਂ ਅਤੇ ਝੁਕ ਗਏ, ਪਰ ਉਹਨਾਂ ਦੀਆਂ ਸਲਾਮਾਂ ਦਾ ਜਵਾਬ ਦਿੱਤੇ ਬਿਨਾਂ ਉਹ ਅੱਗੇ ਵਧੀ ਗਿਆ। ਲੋਕਾਂ ਵਿੱਚ ਚੁੱਪ ਅਤੇ ਘਬਰਾਹਟ ਫੈਲਾਉਂਦਾ। ਲੋਕ ਜਿਹੜੇ ਘਬਰਾਹਟ ਨਾਲ ਮੁਸਕਰਾਉਂਦੇ ਅਤੇ ਸ਼ਰਾਰਤ ਕਰਦੇ, ਫੜੇ ਗਏ ਬੱਚਿਆਂ ਜਿਹੀਆਂ ਪਛਤਾਵੇ ਦੀਆਂ ਨਿੰਮੀਆਂ ਕੂਕਾਂ ਮਾਰਦੇ। ਉਹ ਮਾਂ ਕੋਲੋਂ ਲੰਘਿਆ। ਉਹਦੀਆਂ ਕਰੜੀਆਂ ਨਜ਼ਰਾਂ ਮਾਂ ਦੇ ਮੂੰਹ ਉੱਤੇ ਤਿਲਕੀਆਂ ਅਤੇ ਉਹ ਲੋਹੇ ਦੇ ਢੇਰ ਕੋਲ ਖੜਾ ਹੋ ਗਿਆ। ਕਿਸੇ ਨੇ ਉਹਦੀ ਸਹਾਇਤਾ ਲਈ ਹੱਥ ਵਧਾਇਆ, ਪਰ ਉਹਨੇ ਉਸ ਵੱਲ ਧਿਆਨ ਨਾ ਦਿੱਤਾ। ਜ਼ੋਰ ਦਾ ਹੰਭਲਾ ਮਾਰ ਕੇ ਉਹ ਸੌਖੇ ਹੀ ਉੱਪਰ ਚੜ ਗਿਆ ਅਤੇ ਪਾਵੇਲ ਅਤੇ ਸਿਜੋਵ ਦੇ ਸਾਹਮਣੇ ਖੜਾ ਹੋ ਗਿਆ। ਇਹ ਕਿਹਾ ਇਕੱਠ ਹੈ, ਤੁਸਾਂ ਕੰਮ ਕਿਉਂ ਬੰਦ ਕਰ ਦਿੱਤਾ ਹੈ? ਕੁਝ ਸਕਿੰਟ ਚੁੱਪ ਛਾਈ ਰਹੀ। ਲੋਕਾਂ ਦੇ ਸਿਰ ਕਣਕ ਦੀਆਂ ਬੱਲੀਆਂ ਵਾਂਗ ਹਿੱਲੇ। ਸਿਜੋਵ ਨੇ ਆਪਣੀ ਟੋਪੀ ਹਿਲਾਈ, ਆਪਣੇ ਮੋਢੇ ਸੁੰਗੇੜੇ ਅਤੇ ਨੀਵੀਂ ਪਾ ਲਈ। ਮੇਰੇ ਸਵਾਲ ਦਾ ਜਵਾਬ ਦਿਓ, ਡਾਇਰੈਕਟਰ ਕੜਕਿਆ। ਪਾਵੇਲ ਉਹਦੇ ਕੋਲ ਆਇਆ ਅਤੇ ਸਿਜੋਵ ਅਤੇ ਰਿਬਨ ਵੱਲ ਇਸ਼ਾਰਾ ਕਰਕੇ ਉੱਚੀ ਆਵਾਜ਼ ਵਿੱਚ ਬੋਲਿਆ। ਸਾਨੂੰ ਤਿੰਨਾਂ ਨੂੰ ਸਾਡੇ ਸਾਥੀਆਂ ਨੇ ਪ੍ਰਤੀਨਿਧ ਚੁਣਿਆ ਇਹ ਮੰਗ ਕਰਨ ਲਈ ਕਿ ਤੁਸੀਂ ਕੌਪੀਕ ਕੱਟਣ ਬਾਰੇ ਆਪਣਾ ਹੁਕਮ ਵਾਪਸ ਲੈ ਲਓ। ਕਿਉਂ? ਡਾਇਰੈਕਟਰ ਨੇ ਪਾਵੇਲ ਵੱਲ ਵੇਖੇ ਬਿਨਾਂ ਕਿਹਾ। ਕਿਉਂਕਿ ਅਸੀਂ ਇਸ ਕਾਟ ਨੂੰ ਨਾਜਾਇਜ਼ ਸਮਝਦੇ ਹਾਂ, ਪਾਵੇਲ ਨੇ ਉੱਚੀ ਜਿਹੀ ਕਿਹਾ। ਤੁਹਾਡਾ ਖਿਆਲ ਹੈ ਕਿ ਜਲਨ ਵਿੱਚੋਂ ਪਾਣੀ ਕੱਢਣ ਦੀ ਇੱਛਾ ਦੇ ਪਿੱਛੇ ਮੇਰੀ ਕਿਰਤੀਆਂ ਦੀਆਂ ਜੀਵਨ ਹਾਲਤਾਂ ਚੰਗੇਰੀਆਂ ਬਣਾਉਣ ਦੀ ਨਹੀਂ, ਸਗੋਂ ਉਹਨਾਂ ਦੀ ਲੁੱਟ ਝੋਕ ਕਰਨ ਦੀ ਨੀਅਤ ਹੈ? ਇਹੋ ਗੱਲ ਹੈ? ਹਾਂ, ਪਾਵੇਲ ਨੇ ਜਵਾਬ ਦਿੱਤਾ। ਅਤੇ ਤੇਰਾ ਵੀ? ਡਾਇਰੈਕਟਰ ਨੇ ਰਿਬਨ ਵੱਲ ਮੁੜਦੇ ਹੋਏ ਕਿਹਾ। ਅਸੀਂ ਸਾਰੇ ਇਹੋ ਸਮਝਦੇ ਵਾਂ, ਰਿਬਨ ਨੇ ਜਵਾਬ ਦਿੱਤਾ। ਤੇ ਤੂੰ ਭਲੇ ਆਦਮੀ? ਸਿਜੋਵ ਵੱਲ ਮੁੜਦੇ ਹੋਏ। ਮੈਂ ਵੀ। ਅਸੀਂ ਆਪਣੇ ਕੌਪੀਕ ਆਪਣੇ ਕੋਲ ਰੱਖਣਾ ਪਸੰਦ ਕਰਾਂਗੇ। ਸਿਜੋਵ ਨੇ ਇੱਕ ਵਾਰ ਫਿਰ ਨੀਵੀਂ ਪਾ ਲਈ ਅਤੇ ਦੋਸ਼ੀ ਢੰਗ ਨਾਲ ਮੁਸਕਰਾਇਆ। ਡਾਇਰੈਕਟਰ ਨੇ ਹੌਲੀ ਭੀੜ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਵੇਖਿਆ ਅਤੇ ਮੋਢੇ ਮਚਕੋੜੇ। ਫਿਰ ਉਹ ਪਾਵੇਲ ਵੱਲ ਮੁੜਿਆ ਅਤੇ ਉਹਨੂੰ ਬੜੇ ਧਿਆਨ ਨਾਲ ਵੇਖਿਆ। ਤੂੰ ਕੁਝ ਪੜ੍ਹਿਆ ਲਿਖਿਆ ਜਾਪਦਾ ਹੈ। ਕੀ ਇਹ ਸੰਭਵ ਹੈ ਕਿ ਤੂੰ ਵੀ ਅਜਿਹੇ ਕਦਮ ਦੇ ਲਾਭ ਨਹੀਂ ਵੇਖ ਸਕਦਾ? ਜੇ ਕਾਰਖਾਨਾ ਆਪਣੇ ਖਰਚੇ ਤੇ ਜਿੱਲਣ ਵਿੱਚੋਂ ਪਾਣੀ ਕੱਢੇ ਤਾਂ ਹਰ ਇੱਕ ਨੂੰ ਇਹਦੇ ਲਾਭ ਦਿਸ ਪੈਣਗੇ। ਪਾਵੇਲ ਨੇ ਅਜਿਹੀ ਆਵਾਜ਼ ਵਿੱਚ ਜਵਾਬ ਦਿੱਤਾ ਜਿਹੜੀ ਸਾਰੇ ਸੁਣ ਸਕਦੇ ਸਨ। ਕਾਰਖਾਨਾ ਕੋਈ ਧਰਮ ਖਾਤਾ ਨਹੀਂ, ਡਾਇਰੈਕਟਰ ਨੇ ਖੁਸ਼ਕੀ ਨਾਲ ਜਵਾਬ ਦਿੱਤਾ। ਮੈਂ ਹੁਕਮ ਦਿੰਦਾ ਹਾਂ, ਆਪਣੇ ਕੰਮ ਤੇ ਮੁੜ ਜਾਓ। ਉਹ ਆਪਣੇ ਪੈਰ ਨਾਲ ਲੋਹੇ ਨੂੰ
ਧਿਆਨ ਨਾਲ ਟੋਂਦਾ ਅਤੇ ਕਿਸੇ ਵੱਲ ਵੀ ਵੇਖੇ ਬਿਨਾਂ ਹੇਠਾਂ ਉਤਰਨ ਲੱਗਾ। ਲੋਕਾਂ ਵਿੱਚ ਅਸੰਤੋਖ ਦੀ ਘੂਕਰ ਉੱਠੀ। ਕੀ ਗੱਲ ਹੈ? ਡਾਇਰੈਕਟਰ ਨੇ ਜਿੱਥੇ ਸੀ ਉੱਥੇ ਰੋਕ ਕੇ ਕਿਹਾ। ਸਭ ਨੇ ਬੋਲਣਾ ਬੰਦ ਕਰ ਦਿੱਤਾ। ਬਸ ਦੂਰੋਂ ਕਿਸੇ ਆਵਾਜ਼ ਨੇ ਚੁੱਪ ਤੋੜੀ, ਜਾ ਕੇ ਆਪ ਕੰਮ ਕਰ। ਜੇ ਤੁਸੀਂ 15 ਮਿੰਟ ਵਿੱਚ ਕੰਮ ਤੇ ਨਾ ਮੁੜੇ ਤਾਂ ਮੈਂ ਹੁਕਮ ਦੇ ਦਿਆਂਗਾ ਕਿ ਤੁਹਾਨੂੰ ਜੁਰਮਾਨਾ ਕੀਤਾ ਜਾਵੇ। ਡਾਇਰੈਕਟਰ ਨੇ ਰੁਖਾਈ ਨਾਲ ਅਤੇ ਸੰਖੇਪ ਜਵਾਬ ਦਿੱਤਾ। ਇੱਕ ਵਾਰ ਫਿਰ ਉਹ ਭੀੜ ਵਿੱਚੋਂ ਰਾਹ ਬਣਾ ਕੇ ਲੰਘ ਗਿਆ, ਪਰ ਉਹਦੇ ਮੁੜਦੇ ਸਮੇਂ ਇੱਕ ਮੱਧਮ ਜਿਹਾ ਸ਼ੋਰ ਉੱਠਿਆ ਅਤੇ ਉਹ ਜਿੰਨਾ ਦੂਰ ਜਾਂਦਾ ਸ਼ੋਰ ਉਨਾ ਹੀ ਉੱਚਾ ਹੁੰਦਾ ਜਾਂਦਾ। ਕਰੋ ਤਾਂ ਗੱਲ ਉਹਦੇ ਨਾਲ। ਇਹ ਹੈ ਇਨਸਾਫ? ਕਿਹੋ ਜਿਹੀ ਜ਼ਿੰਦਗੀ ਹੈ? ਉਹ ਪਾਵੇਲ ਵੱਲ ਮੁੜੇ ਅਤੇ ਕੂਕੇ। ਹੁਣ ਅਸੀਂ ਕੀ ਕਰੀਏ ਵੱਡੇ ਵਕੀਲ ਸਾਹਿਬ? ਸੋਹਣੀ ਤਕਰੀਰ ਝਾੜ ਦਿੱਤੀ ਤੂੰ, ਪਰ ਜਦੋਂ ਮਾਲਕ ਆਇਆ ਤਾਂ ਕੀ ਫਾਇਦਾ ਹੋਇਆ? ਆਹ ਵਲਾਸੋਵ, ਦੱਸ ਅਸੀਂ ਹੁਣ ਕੀ ਕਰੀਏ? ਜਦੋਂ ਆਵਾਜ਼ਾਂ ਹੋਰ ਮੰਗ ਕਰਨ ਲੱਗ ਪਈਆਂ ਤਾਂ ਪਾਵੇਲ ਨੇ ਕਿਹਾ, ਸਾਥੀਓ, ਮੇਰੀ ਤਜਵੀਜ਼ ਏ, ਜਦੋਂ ਤੱਕ ਉਹ ਕਾਪੀ ਕੱਟਣਾ ਬੰਦ ਕਰਨਾ ਨਾ ਮੰਨ ਲਵੇ ਅਸੀਂ ਕੰਮ ਬੰਦ ਰੱਖੀਏ। ਉਤੇਜਨਾ ਭਰਪੂਰ ਟਿੱਪਣੀਆਂ ਹਵਾ ਵਿੱਚ ਉਛਲੀਆਂ। ਸਾਨੂੰ ਵਲੱਲੀ ਢਾਣੀ ਸਮਝ ਆਈ। ਇਹਦਾ ਮਤਲਬ ਤਾਂ ਹੜਤਾਲ ਹੈ। ਦੋ ਨਿਗੂਣੇ ਕੋਪੀਕਾਂ ਲਈ ਹੜਤਾਲ ਵਿੱਚ ਮਾੜੀ ਗੱਲ ਕੀ ਹੈ? ਉਹ ਸਾਨੂੰ ਜਵਾਬ ਦੇ ਦੇਣਗੇ। ਫਿਰ ਉਹਦਾ ਕੰਮ ਕੌਣ ਕਰੇਗਾ? ਅਨੇਕ ਮਿਲ ਜਾਣਗੇ ਉਹਨੂੰ। ਤੇਰਾ ਮਤਲਬ ਹੈ ਹਰਾਮਜ਼ਾਦੇ? ਅੰਕ 13ਵਾਂ। ਪਾਵੇਲ ਹੇਠਾਂ ਉਤਰਿਆ ਤੇ ਆਪਣੀ ਮਾਂ ਕੋਲ ਖੜਾ ਹੋ ਗਿਆ। ਭੀੜ ਵਿੱਚ ਹਲਚਲ ਸੀ। ਸਭੇ ਬੜੇ ਜੋਸ਼ ਨਾਲ ਦਲੀਲਾਂ ਦੇ ਰਹੇ ਸਨ ਤੇ ਬਹਿਸ ਕਰ ਰਹੇ ਸਨ। ਇਹਨਾਂ ਨੂੰ ਹੜਤਾਲ ਕਰਨ ਲਈ ਤਿਆਰ ਨਹੀਂ ਕੀਤਾ ਜਾ ਸਕਦਾ, ਰਿਬਨ ਨੇ ਪਾਵੇਲ ਕੋਲ ਆਉਂਦੇ ਹੋਏ ਕਿਹਾ। ਉਹ ਲਾਲਚੀ ਨੇ ਪਰ ਡਰਪੋਕ। 300 ਤੋਂ ਵੱਧ ਤੇਰਾ ਸਾਥ ਨਹੀਂ ਦੇਣ ਲੱਗੇ। ਇੱਕੋ ਵਾਰ ਸਲੰਗ ਉੱਤੇ ਚੁੱਕਣ ਲਈ ਇਹ ਰੂੜੀ ਦਾ ਬਹੁਤ ਵੱਡਾ ਢੇਰ ਹੈ। ਪਾਵੇਲ ਚੁੱਪ ਸੀ। ਭੀੜ ਦਾ ਵੱਡਾ ਕਾਲਾ ਮੂੰਹ ਉਸਦੇ ਸਾਹਮਣੇ ਝੂਲ ਰਿਹਾ ਸੀ, ਸਿਰੜੀ ਮੰਗ ਨਾਲ ਉਹਦੀਆਂ ਅੱਖਾਂ ਵਿੱਚ ਝਾਕਦਾ। ਉਹਦਾ ਦਿਲ ਤੌਖਲੇ ਨਾਲ ਧੜਕ ਰਿਹਾ ਸੀ। ਉਹਨੂੰ ਜਾਪਦਾ ਸੀ ਕਿ ਉਹਦੀ ਗੱਲ ਕੋਈ ਨਿਸ਼ਾਨ ਛੱਡੇ ਬਿਨਾਂ ਲੋਪ ਹੋ ਗਈ ਹੈ, ਜਿਵੇਂ ਮੀਂਹ ਦੀਆਂ ਇੱਕ ਦੁੱਕਾ ਕਣੀਆਂ ਲੂਹੀ ਭੋਂ ਉੱਤੇ ਪਈਆਂ ਹੋਣ। ਉਹ ਘਰ ਮੁੜਿਆ, ਥੱਕਿਆ ਅਤੇ ਨਿਮੋਝੁਣਾ। ਉਹਦੀ ਮਾਂ ਅਤੇ ਸੰਜੋਗ ਉਹਦੇ ਪਿੱਛੇ ਪਿੱਛੇ ਟੁਰ ਰਹੇ ਸਨ, ਜਦੋਂ ਕਿ ਰਿਬਨ ਉਹਦੇ ਨਾਲ ਨਾਲ ਚੱਲ ਰਿਹਾ ਸੀ ਅਤੇ ਉਹਦੇ ਕੰਨ ਵਿੱਚ ਲਗਾਤਾਰ ਭਿੰਨ ਭਿੰਨ ਕਰੀ ਜਾਂਦਾ। ਤਕਰੀਰ ਤੂੰ ਸੋਹਣੀ ਕਰਦਾ ਹੈ, ਪਰ ਇਹ ਦਿਲ ਉੱਤੇ ਅਸਰ ਨਹੀਂ ਕਰਦੀ। ਇਹੋ ਤਾਂ ਗੱਲ ਹੈ। ਤੈਨੂੰ ਉਹਨਾਂ ਦੇ ਦਿਲਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਹਨਾਂ ਦੇ ਐਨ ਵਿਚਕਾਰ ਚੰਗਿਆੜੀ ਸੁੱਟਣੀ ਚਾਹੀਦੀ ਹੈ। ਤੂੰ ਦਲੀਲਾਂ ਦੇ ਕੇ ਲੋਕਾਂ ਨੂੰ ਮਨਾ ਨਹੀਂ ਸਕਦਾ। ਇਹ ਜੁੱਤੀ ਪੈਰੀ ਪੂਰੀ ਨਹੀਂ ਆਉਂਦੀ। ਬਹੁਤ ਤੰਗ ਅਤੇ ਘੁਟਵੀਂ ਹੈ। ਪੈਲਾਗੀਆ, ਸਮਾਂ ਆ ਗਿਆ ਅਸੀਂ ਬੁੱਢੇ ਕਬਰਿਸਤਾਨ ਦੇ ਰਾਹ ਪਈਏ, ਸੰਜੋਗ ਕਹਿ ਰਿਹਾ ਸੀ। ਇੱਕ ਨਵੀਂ ਤਰ੍ਹਾਂ ਲੋਕ ਉੱਭਰ ਰਹੇ ਨੇ। ਅਸੀਂ ਕਿਵੇਂ ਰਿਹਾ ਕਰਦੇ ਸਾਂ, ਤੂੰ ਤੇ ਮੈਂ, ਗੋਡਿਆਂ ਭਾਰ ਲਿੜਦੇ, ਆਪਣੇ ਨਾਲੋਂ ਉੱਚਿਆਂ ਅੱਗੇ ਮੱਥੇ ਟੇਕਦੇ। ਪਰ ਅੱਜ ਕੱਲ ਮੈਨੂੰ ਸਮਝ ਨਹੀਂ, ਸ਼ਾਇਦ ਲੋਕਾਂ ਨੂੰ ਹੋਸ਼ ਆ ਗਈ ਏ। ਸ਼ਾਇਦ ਹੋ ਸਕਦਾ ਉਹ ਗਲਤੀ ਕਰ ਰਹੇ ਨੇ, ਪਰ ਘੱਟੋ ਘੱਟ ਉਹ ਸਾਡੇ ਜਿਹੇ ਨਹੀਂ। ਜਵਾਨ ਲੋਕਾਂ ਨੂੰ ਲਓ, ਉਹ ਡਾਇਰੈਕਟਰ ਨਾਲ ਇਉਂ ਗੱਲ ਕਰਦੇ ਨੇ ਜਿਵੇਂ ਉਹ ਉਹਦੇ ਜਿਹੇ ਹੋਣ। ਅੱਛਾ, ਮੈਂ ਤੁਹਾਨੂੰ ਫਿਰ ਮਿਲਾਂਗਾ ਪਾਵੇਲ ਮਖਾਇਲੋਵਿਚ। ਜਿਵੇਂ ਤੂੰ ਲੋਕਾਂ ਦਾ ਪੱਖ ਪੂਰਦਾ ਉਹ ਚੰਗਾ ਲੱਗਦਾ ਜਵਾਨ। ਰੱਬ ਤੇਰੇ ਅੰਗ ਸੰਗ ਰਹੇ। ਸ਼ਾਇਦ ਤੂੰ ਇਸ ਸਭ ਕੁਝ ਦਾ ਹੱਲ ਲੱਭ ਲਵੇਂਗਾ। ਰੱਬ ਰਾਖਾ। ਅਤੇ ਉਹ ਚਲਾ ਗਿਆ। ਦਫਾ ਹੋ ਤੇ ਜਾ ਕੇ ਮਰ ਪਰਾਂ, ਰਿਬਨ ਬੁੜਬੁੜਾਇਆ। ਅਜਿਹੇ ਲੋਕ ਤਾਂ ਇਨਸਾਨ ਵੀ ਨਹੀਂ, ਬਸ ਨਿਰੀ ਮਿੱਟੀ ਨੇ। ਤਰੇੜਾਂ ਬੰਦ ਕਰਨ ਲਈ ਕੁਝ ਮਸਾਲਾ। ਪਤਾ ਹੀ ਤੈਨੂੰ ਪ੍ਰਤੀਨਿਧ ਬਣਾਉਣ ਲਈ ਕਿਸਨੇ ਆਵਾਜ਼ਾਂ ਕੱਢੀਆਂ ਸੀ? ਉਹਨਾਂ ਹੀ ਜਿੰਨਾ ਤੇਰਾ ਸੋਸ਼ਲਿਸਟ ਅਤੇ ਪੁਆੜੇ ਹੱਥਾਂ ਹੋਣਾ ਧੁਮਾਇਆ ਸੀ। ਉਹੀਓ ਸਨ। ਉਹਨਾਂ ਸੋਚਿਆ ਇਹ ਕੱਢਿਆ ਜਾਵੇਗਾ, ਚੰਗੀ ਹੋਵੇਗੀ ਇਹਦੇ ਨਾਲ। ਆਪਣੇ ਵੱਲੋਂ ਤਾਂ ਉਹਨਾਂ ਠੀਕ ਹੀ ਕੀਤਾ, ਪਾਵੇਲ ਨੇ ਕਿਹਾ। ਆਪਣੇ ਭਰਾਵਾਂ ਦੇ ਢਿੱਡ ਪਾੜਦੇ ਹੋਏ ਬਘਿਆੜ ਵੀ ਠੀਕ ਹੀ ਕਰਦੇ ਨੇ। ਰਿਬਨ ਦੇ ਮੂੰਹ ਤੇ ਪਰਛਾਵਾਂ ਜਿਹਾ ਫਿਰ ਗਿਆ ਤੇ ਉਹਦੀ ਆਵਾਜ਼ ਤੋਂ ਸਪਸ਼ਟ ਸੀ ਕਿ ਉਹ ਪਰੇਸ਼ਾਨ ਸੀ। ਲੋਕ ਖਾਲੀ ਗੱਲਾਂ ਨਹੀਂ ਸੁਣਦੇ, ਇਹ ਲਾਜ਼ਮੀ ਹੈ ਕਿ ਉਹ ਦੁੱਖ ਸਹਿਣ। ਲਫ਼ਜ਼ਾਂ ਨੂੰ ਖੂਨ ਵਿੱਚ ਗੜੁੱਚਣਾ ਜ਼ਰੂਰੀ ਹੈ। ਸਾਰਾ ਦਿਨ ਪਾਵੇਲ ਥੱਕਿਆ ਅਤੇ ਉਦਾਸ ਅਤੇ ਅਜੀਬ ਤਰ੍ਹਾਂ ਪਰੇਸ਼ਾਨ ਇੱਧਰ ਉੱਧਰ ਘੁੰਮਦਾ ਰਿਹਾ। ਉਹਦੀਆਂ ਸੜ ਰਹੀਆਂ ਅੱਖਾਂ ਕੁਝ ਲੱਭਦੀਆਂ ਜਾਪਦੀਆਂ ਸਨ। ਮਾਂ ਨੇ ਇਹ ਗੱਲ ਵੇਖ ਲਈ। ਕੀ ਗੱਲ ਹੈ ਪਾਸ਼ਾ? ਉਹਨੇ ਸੋਗ ਨਾਲ ਪੁੱਛਿਆ। ਮੇਰੇ ਸਿਰ ਵਿੱਚ ਪੀੜ ਹੈ, ਉਹਨੇ ਸੋਚਦੇ ਹੋਏ ਜਵਾਬ ਦਿੱਤਾ। ਤੂੰ ਲੇਟ ਜਾ ਤੇ ਮੈਂ ਡਾਕਟਰ ਨੂੰ ਸੱਦਦੀ ਆਂ। ਨਹੀਂ, ਤੂੰ ਫਿਕਰ ਨਾ ਕਰ, ਉਹਨੇ ਮਾਂ ਵੱਲ ਵੇਖਿਆ ਤੇ ਕਾਹਲੀ ਕਾਹਲੀ ਜਵਾਬ ਦਿੱਤਾ। ਫਿਰ ਉਹਨੇ ਹੌਲੀ ਜਿਹੇ ਕਿਹਾ, ਹਜੇ ਮੈਂ ਬਹੁਤ ਥੋੜੀ ਉਮਰ ਦਾ ਤੇ ਕਮਜ਼ੋਰ ਵਾਂ, ਇਹੋ ਮੁਸ਼ਕਿਲ ਹੈ। ਉਹਨਾਂ ਨੂੰ ਮੇਰੇ ਉੱਤੇ ਇਤਬਾਰ ਨਹੀਂ ਆਇਆ। ਉਹਨਾਂ ਮੇਰਾ ਕਾਜ ਨਾ ਅਪਣਾਇਆ।
ਜਿਸ ਦਾ ਮਤਲਬ ਹੈ ਮੈਨੂੰ ਠੀਕ ਤਰ੍ਹਾਂ ਗੱਲ ਕਰਨ ਦੀ ਜਾਂਚ ਨਹੀਂ ਆਈ। ਮੈਂ ਆਪਣੇ ਆਪ ਨਾਲ ਨਾਰਾਜ਼ ਤੇ ਦੁਖੀ ਵਾਂ। ਮਾਂ ਨੇ ਉਹਦੇ ਵਹਿਣਾਂ ਵਿੱਚ ਡੁੱਬੇ ਮੂੰਹ ਵੱਲ ਵੇਖਿਆ ਤੇ ਉਹਨੂੰ ਤਸੱਲੀ ਦੇਣ ਦਾ ਯਤਨ ਕੀਤਾ। ਕੁਝ ਉਡੀਕ, ਮਾਂ ਨੇ ਹੌਲੀ ਜਿਹੀ ਕਿਹਾ। ਜਿਹੜੀ ਗੱਲ ਉਹ ਅੱਜ ਨਹੀਂ ਸਮਝ ਸਕੇ ਉਹ ਕੱਲ ਸਮਝ ਲੈਣਗੇ। ਉਹਨਾਂ ਨੂੰ ਸਮਝਣਾ ਪਵੇਗਾ। ਪਾਵੇਲ ਕੂਕ ਉੱਠਿਆ। ਇਹ ਤਾਂ ਮੈਂ ਵੀ ਸਮਝ ਸਕਦੀ ਹਾਂ ਕਿ ਤੂੰ ਠੀਕ ਹੈ। ਪਾਵੇਲ ਮਾਂ ਵੱਲ ਗਿਆ। ਤੂੰ ਤਾਂ ਸ਼ਾਨਦਾਰ ਏ ਮਾਂ, ਉਹਨੇ ਕਿਹਾ ਤੇ ਮੁੜ ਪਿਆ। ਉਹ ਤਰਬਕ ਪਈ ਜਿਵੇਂ ਉਹਦੀ ਸ਼ਾਂਤ ਗੱਲ ਨੇ ਉਹਨੂੰ ਲੂ ਸੁੱਟਿਆ ਹੋਵੇ। ਫਿਰ ਉਹਨੇ ਆਪਣਾ ਹੱਥ ਘੁੱਟ ਕੇ ਆਪਣੇ ਦਿਲ ਦੇ ਉੱਤੇ ਰੱਖਿਆ, ਉਹਦੀ ਨਰਮੀ ਦਾ ਸਵਾਦ ਮਾਣਦੇ ਹੋਏ, ਅਤੇ ਉਹ ਉਹਦੇ ਕੋਲ ਚਲੀ ਗਈ। ਉਸ ਰਾਤ ਜਦੋਂ ਉਹ ਸੌਂ ਗਈ ਸੀ ਅਤੇ ਪਾਵੇਲ ਬਿਸਤਰੇ ਵਿੱਚ ਲੇਟਿਆ ਪੜ ਰਿਹਾ ਸੀ, ਜੈਨ ਡਾਰਮ ਆਏ ਅਤੇ ਗੁੱਸੇ ਨਾਲ ਘਰ ਵਿੱਚ, ਮਿਆਨੀ ਵਿੱਚ ਤੇ ਬਾਹਰ ਵਿਹੜੇ ਵਿੱਚ ਫੋਲਾ-ਫਾਲੀ ਕੀਤੀ। ਭੂਸਲੇ ਮੂੰਹ ਵਾਲਾ ਅਫਸਰ ਉਸੇ ਤਰ੍ਹਾਂ ਵਿਚਰ ਰਿਹਾ ਸੀ ਜਿਵੇਂ ਉਹ ਪਹਿਲੀ ਵਾਰ ਵਿਚਰਿਆ ਸੀ, ਦੁਖਦਾਇਕ ਢੰਗ ਨਾਲ ਕਾਟਵਾਂ ਉਹਨਾਂ ਝਿੱਡਾਂ ਦਾ ਸਵਾਦ ਲੈਂਦਾ ਜਿਨ੍ਹਾਂ ਦਾ ਨਿਸ਼ਾਨਾ ਐਨ ਉਹਨਾਂ ਦੇ ਦਿਲ ਸਨ। ਮਾਂ ਇੱਕ ਨੁਕਰੇ ਬੈਠੀ ਸੀ। ਉਹਦੀਆਂ ਅੱਖਾਂ ਆਪਣੇ ਪੁੱਤਰ ਦੇ ਮੂੰਹ ਉੱਤੇ ਜੰਮੀਆਂ ਹੋਈਆਂ ਸਨ। ਪਾਵੇਲ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਆਪਣੇ ਜਜ਼ਬੇ ਪ੍ਰਗਟ ਨਾ ਹੋਣ ਦੇਵੇ, ਪਰ ਜਦੋਂ ਅਫਸਰ ਹੱਸਦਾ ਤਾਂ ਉਹਦੀਆਂ ਉਂਗਲਾਂ ਅਜੀਬ ਤਰ੍ਹਾਂ ਫਰਕਦੀਆਂ। ਮਾਂ ਜਾਣਦੀ ਸੀ ਕਿ ਜਦੋਂ ਜੈਨ ਡਾਰਮ ਠੱਠਾ ਉਡਾ ਰਹੇ ਸਨ ਤਾਂ ਉਹ ਕਿੰਨਾ ਔਖਾ ਹੋ ਕੇ ਆਪਣੇ ਉੱਤੇ ਕਾਬੂ ਰੱਖ ਰਿਹਾ ਸੀ। ਮਾਂ ਲਈ ਇਹ ਗੱਲ ਇਸ ਵਾਰ ਇੰਨੀ ਡਰਾਉਣੀ ਨਹੀਂ ਸੀ ਜਿੰਨੀ ਕਿ ਪਹਿਲੀ ਵਾਰ। ਇਹਨਾਂ ਭੂਰੇ ਰਾਤ ਸਮੇਂ ਆਉਣ ਵਾਲੇ ਮਹਿਮੀਜ਼ਾਂ ਵਾਲੇ ਮਹਿਮਾਨਾਂ ਲਈ ਉਹਦੀ ਘ੍ਰਿਣਾ ਵੱਧ ਗਈ ਸੀ ਅਤੇ ਇਸ ਘ੍ਰਿਣਾ ਨੇ ਉਹਦੇ ਡਰ ਨੂੰ ਹੜਪ ਲਿਆ ਸੀ। ਉਹ ਮੈਨੂੰ ਗ੍ਰਿਫਤਾਰ ਕਰ ਲੈਣਗੇ, ਪਾਵੇਲ ਨੇ ਮਾਂ ਦੇ ਕੰਨ ਵਿੱਚ ਕਹਿ ਹੀ ਲਿਆ। ਮੈਂ ਜਾਣਦੀ ਹਾਂ, ਉਹਨੇ ਹੌਲੇ ਜਿਹੇ ਜਵਾਬ ਦਿੱਤਾ ਅਤੇ ਨੀਵੀਂ ਪਾ ਲਈ। ਉਹ ਸਮਝਦੀ ਸੀ ਕਿ ਉਹਨੇ ਪਹਿਲਾਂ ਦਿਨੇ ਕਿਰਤੀਆਂ ਨੂੰ ਜੋ ਕੁਝ ਕਿਹਾ ਸੀ ਉਸ ਲਈ ਉਹ ਉਹਨੂੰ ਜੇਲ੍ਹ ਵਿੱਚ ਸੁੱਟ ਦੇਣਗੇ, ਪਰ ਸਾਰੇ ਉਹਦੀ ਗੱਲ ਨਾਲ ਸਹਿਮਤ ਸਨ ਅਤੇ ਉਹ ਜ਼ਰੂਰ ਹੀ ਉਹਦੇ ਹੱਕ ਵਿੱਚ ਖੜੇ ਹੋ ਜਾਣਗੇ। ਉਹ ਉਹਨੂੰ ਬਹੁਤਾ ਸਮਾਂ ਕੈਦ ਕਰਨ ਦੀ ਹਿੰਮਤ ਨਹੀਂ ਕਰ ਸਕਦੇ। ਉਹ ਚਾਹੁੰਦੀ ਸੀ ਕਿ ਪਾਵੇਲ ਨੂੰ ਕਲਾਵੇ ਵਿੱਚ ਲੈ ਕੇ ਰੋ ਪਵੇ, ਪਰ ਅਫਸਰ ਸੁੰਗੜੀਆਂ ਅੱਖਾਂ ਵਿੱਚੋਂ ਉਹਦੇ ਵੱਲ ਵੇਖਦਾ ਉਹਦੇ ਕੋਲ ਖੜਾ ਸੀ। ਉਹਦੇ ਬੁੱਲ੍ਹ ਅਤੇ ਉਹਦੀਆਂ ਮੁੱਛਾਂ ਫਰਕ ਰਹੀਆਂ ਸਨ ਅਤੇ ਪੈਲਾਗੀਆਂ ਨੂੰ ਜਾਪਿਆ ਕਿ ਇਹ ਬੰਦਾ ਉਹਦੇ ਹੰਝੂਆਂ ਤੇ ਸ਼ਿਕਾਇਤਾਂ ਤੇ ਤਰਲਿਆਂ ਦੀ ਉਡੀਕ ਹੀ ਕਰ ਰਿਹਾ ਸੀ। ਆਪਣਾ ਸਾਰਾ ਬਲ ਇਕਾਗਰ ਕਰਕੇ ਅਤੇ ਘੱਟ ਬੋਲਣ ਦਾ ਯਤਨ ਕਰਦੇ ਹੋਏ ਉਹਨੇ ਆਪਣੇ ਪੁੱਤਰ ਦਾ ਹੱਥ ਘੁੱਟਿਆ ਅਤੇ ਹੌਲੀ-ਹੌਲੀ ਅਤੇ ਸਨੇਹ ਨਾਲ ਕਿਹਾ, ਰੱਬ ਰਾਖਾ ਪਾਸ਼ਾ, ਤੂੰ ਲੋੜ ਦੀ ਹਰ ਸ਼ੈ ਲੈ ਲਈਏ। ਹਾਂ, ਦਿਲ ਨਾ ਹਾਰੀ। ਰੱਬ ਤੇਰੇ ਅੰਗ ਸੰਗ ਰਹੇ। ਜਦੋਂ ਉਹ ਉਹਨੂੰ ਲੈ ਕੇ ਚਲੇ ਗਏ ਤਾਂ ਉਹ ਬੈਂਚ ਉੱਤੇ ਡਿੱਗ ਪਈ ਅਤੇ ਹੌਲੀ-ਹੌਲੀ ਡੁਸਕਣ ਲੱਗ ਪਈ। ਉਹ ਕੰਧ ਵੱਲ ਪਿੱਠ ਕਰਕੇ ਬੈਠੀ ਹੋਈ ਸੀ ਜਿਵੇਂ ਉਹਦਾ ਘਰ ਵਾਲਾ ਬੈਠਿਆ ਕਰਦਾ ਸੀ। ਦੁੱਖ ਅਤੇ ਆਪਣੀ ਲਾਚਾਰੀ ਦੇ ਦਰਦੀਲੇ ਅਨੁਭਵ ਦੇ ਭਾਰ ਹੇਠ ਦੱਬੀ ਹੋਈ ਆਪਣਾ ਸਿਰ ਪਿੱਛੇ ਸੁੱਟ ਕੇ ਉਹਨੇ ਇੱਕ ਲੰਮੀ ਹੂਕ ਮਾਰੀ ਜਿਸ ਵਿੱਚ ਉਹਨੇ ਆਪਣੇ ਜ਼ਖਮੀ ਦਿਲ ਦਾ ਸਾਰਾ ਦਰਦ ਪਾ ਦਿੱਤਾ ਸੀ ਤੇ ਉਹਦੇ ਮਨ ਵਿੱਚ ਉਹ ਪਤਲੀਆਂ ਮੁੱਛਾਂ ਤੇ ਖੁਸ਼ੀ ਨਾਲ ਚਮਕਦੀਆਂ ਸੰਗੋੜੀਆਂ ਅੱਖਾਂ ਵਾਲਾ ਭੂਸਲਾ ਮੂੰਹ ਇੱਕ ਥਾਂ ਟਿਕ ਗਿਆ ਸੀ। ਉਹਦੀ ਛਾਤੀ ਵਿੱਚ ਉਹਨਾਂ ਲੋਕਾਂ ਲਈ ਕੁੜੱਤਣ ਅਤੇ ਘਿਰਨਾ ਦਾ ਕਾਲਾ ਬੱਦਲ ਉਮੰਡ ਪਿਆ ਜਿਹਨੇ ਮਾਵਾਂ ਤੋਂ ਉਹਨਾਂ ਦੇ ਪੁੱਤਰਾਂ ਨੂੰ ਬਸ ਇਸ ਲਈ ਖੋਹਦੇ ਹਨ ਕਿ ਉਹ ਇਨਸਾਫ ਮੰਗਦੇ ਹਨ। ਠੰਡ ਸੀ ਅਤੇ ਮੀਂਹ ਬਾਰੀਆਂ ਨਾਲ ਟਕਰਾ ਰਿਹਾ ਸੀ। ਉਹਨੂੰ ਜਾਪਦਾ ਕਿ ਲੰਮੀਆਂ ਬਾਹਾਂ, ਚੌੜੇ ਲਾਲ ਮੂੰਹ ਅਤੇ ਅੱਖਾਂ ਤੋਂ ਰਹਿਤ ਭੂਰੇ ਆਕਾਰ ਰਾਤ ਵਿੱਚ ਪਹਿਰੇਦਾਰਾਂ ਵਾਂਗ ਉਹਦੇ ਘਰ ਦੁਆਲੇ ਚੱਕਰ ਕੱਟ ਰਹੇ ਸਨ। ਉਹਦੀਆਂ ਮਹਿਮੀਜ਼ਾਂ ਛਣਕਦੀਆਂ, ਉਹਨਾਂ ਦੀਆਂ ਮਹਿਮੀਜ਼ਾਂ ਛਣਕਦੀਆਂ। ਜੇ ਕਿਤੇ ਉਹ ਮੈਨੂੰ ਵੀ ਲੈ ਗਏ ਹੁੰਦੇ, ਉਹਨੇ ਸੋਚਿਆ। ਸੀਟੀ ਵੱਜੀ, ਲੋਕਾਂ ਨੂੰ ਕੰਮ ਲਈ ਸੱਦਦੀ। ਇਸ ਸਵੇਰ ਉਹ ਧੀਮੀ, ਘੱਗੀ ਅਤੇ ਉਖੜੀ ਜਾਪਦੀ ਸੀ। ਦਰਵਾਜ਼ਾ ਖੁੱਲ੍ਹਾ ਅਤੇ ਰਿਬਨ ਅੰਦਰ ਆਇਆ। ਉਹ ਉਹਨੂੰ ਫੜ ਕੇ ਲੈ ਗਏ। ਉਹਨੇ ਆਪਣੀ ਦਾੜੀ ਤੋਂ ਮੀਂਹ ਦੇ ਤੁਪਕੇ ਪੂੰਝਦੇ ਹੋਏ ਕਿਹਾ, ਹਾਂ, ਉਹ ਉਹਨੂੰ ਫੜ ਕੇ ਲੈ ਗਏ। ਰੱਬ ਦੀ ਮਾਰ ਵਗੇ ਉਹਨਾਂ ਨੂੰ। ਮਾਂ ਨੇ ਹੌਂਕਾ ਲੈ ਕੇ ਜਵਾਬ ਦਿੱਤਾ। ਇਹਦੀ ਤਾਂ ਆਸ ਕੀਤੀ ਹੀ ਜਾ ਸਕਦੀ ਸੀ। ਉਹਨੇ ਸੰਖੇਪ ਜਿਹੀ ਹਾਸੀ ਹੱਸ ਕੇ ਕਿਹਾ, ਉਹਨਾਂ ਮੇਰੇ ਘਰ ਦੀ ਵੀ ਤਲਾਸ਼ੀ ਲਈ, ਹਰ ਸ਼ੈ ਆਪਣੀਆਂ ਉਂਗਲਾਂ ਨਾਲ ਟੋਹੀ, ਬਹੁਤ ਗਾਲ ਮੰਦਾ ਬੋਲਿਆ, ਪਰ ਕੋਈ ਖਰਾਬੀ ਨਹੀਂ ਕੀਤੀ। ਸੋਨਾ ਪਾਵੇਲ ਨੂੰ ਫੜ ਲਿਆ। ਡਾਇਰੈਕਟਰ ਅੱਖ ਝਮਕਦੇ ਜੈਨ ਡਾਰਮ ਸਿਰ ਹਿਲਾਉਂਦੇ ਨੇ ਅਤੇ ਇੱਕ ਹੋਰ ਜਣਾ ਗਾਇਬ ਹੋ ਜਾਂਦਾ ਹੈ। ਬਹੁਤ ਸੋਹਣੀ ਤਰ੍ਹਾਂ ਰਲ ਕੇ ਕੰਮ ਕਰਦੇ ਨੇ। ਉਹਨਾਂ ਵਿੱਚੋਂ ਇੱਕ ਲੋਕਾਂ ਨੂੰ ਸਿੰਗਾਂ ਤੋਂ ਫੜ ਲੈਂਦਾ ਤੇ ਦੂਜਾ ਸਾਰਾ ਦੁੱਧ ਚੋ ਲੈਂਦਾ। ਤੁਹਾਨੂੰ ਪਾਵੇਲ ਦੀ ਹਮਾਇਤ ਕਰਨੀ ਚਾਹੀਦੀ ਏ, ਮਾਂ ਉੱਠਦੀ ਹੋਈ ਬੋਲੀ। ਉਹਨੇ ਜੋ ਕੁਝ ਕੀਤਾ ਉਹ ਸਭ ਲਈ ਕੀਤਾ। ਕਿਸ ਨੂੰ ਹਮਾਇਤ ਕਰਨੀ ਚਾਹੀਦੀ ਹੈ? ਸਭ ਨੂੰ। ਇਹ ਤੇਰਾ ਖਿਆਲ ਹੈ, ਪਰ ਇਉਂ ਕਦੀ ਨਹੀਂ ਹੋਣ ਲੱਗਾ। ਹੱਸ ਕੇ ਉਹ ਭਾਰੇ ਕਦਮ ਪੁੱਟਦਾ ਬਾਹਰ ਚਲਾ ਗਿਆ ਤੇ ਉਹਦੀ ਨਿਰਾਸ਼ ਗੱਲ ਨੇ
ਮਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਭੈੜੀ ਕਰ ਦਿੱਤੀ। ਜੇ ਉਹਨਾਂ ਉਹਨੂੰ ਮਾਰਿਆ ਕੁੱਟਿਆ, ਉਹਨੂੰ ਤਸੀਹੇ ਦਿੱਤੇ, ਉਹਨੇ ਆਪਣੀ ਕਲਪਨਾ ਵਿੱਚ ਆਪਣੇ ਪੁੱਤਰ ਨੂੰ ਵੇਖਿਆ ਮਾਰ-ਕੁੱਟ ਪਿੱਛੋਂ ਉਹਦਾ ਪਿੰਡਾ ਲਹੂ ਲਹਾਨ ਅਤੇ ਵਲੂੰਦਰਿਆ ਅਤੇ ਡਰ ਨਾਲ ਉਹਦਾ ਦਿਲ ਯੱਖ ਹੋ ਗਿਆ। ਉਹਦੀਆਂ ਅੱਖਾਂ ਸੜਨ ਲੱਗ ਪਈਆਂ। ਉਸ ਦਿਨ ਉਹਨੇ ਅੰਗੀਠੀ ਨਾ ਬਾਲੀ, ਖਾਣਾ ਤਿਆਰ ਨਾ ਕੀਤਾ, ਚਾਹ ਤੱਕ ਨਾ ਪੀਤੀ। ਸ਼ਾਮ ਨੂੰ ਬਹੁਤ ਦੇਰ ਨਾਲ ਉਹਨੇ ਡਬਲ ਰੋਟੀ ਦਾ ਇੱਕ ਟੋਟਾ ਖਾਧਾ। ਜਦੋਂ ਉਹ ਬਿਸਤਰੇ ਉੱਤੇ ਲੇਟੀ ਤਾਂ ਉਹਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਕਦੀ ਇੰਨੀ ਸਖਣੀ ਅਤੇ ਇਕੱਲੀ ਨਹੀਂ ਰਹੀ। ਪਿਛਲੇ ਕੁਝ ਵਰ੍ਹਿਆਂ ਤੋਂ ਉਹ ਕਿਸੇ ਸੋਹਣੀ ਅਤੇ ਮਹੱਤਵਪੂਰਨ ਗੱਲ ਦੀ ਉਡੀਕ ਕਰਨ ਦੀ ਆਦੀ ਹੋ ਗਈ ਸੀ। ਉਹਦੇ ਦੁਆਲੇ ਜਵਾਨ ਲੋਕਾਂ ਦੀਆਂ ਖੁਸ਼ ਅਤੇ ਸ਼ੁਰੀਲੀਆਂ ਸਰਗਰਮੀਆਂ ਹੁੰਦੀਆਂ ਸਨ ਅਤੇ ਉਹਦੇ ਪੁੱਤਰ ਦਾ, ਜਿਹੜਾ ਇਸ ਖਤਰਨਾਕ ਪਰ ਚੰਗੀ ਜ਼ਿੰਦਗੀ ਲਈ ਜ਼ਿੰਮੇਵਾਰ ਸੀ, ਗੰਭੀਰ ਮੂੰਹ ਸਦਾ ਉਹਦੇ ਸਾਹਮਣੇ ਰਹਿੰਦਾ। ਹੁਣ ਜਦੋਂ ਉਹ ਚਲਾ ਗਿਆ ਸੀ ਤਾਂ ਸਭ ਕੁਝ ਚਲਾ ਗਿਆ ਸੀ। ਅੰਕ 14ਵਾਂ। ਅਗਲਾ ਦਿਨ ਅਤੇ ਇੱਕ ਹੋਰ ਉਨੀਂਦਰੀ ਰਾਤ ਔਖੇ ਸੌਖੇ ਬੀਤ ਗਏ, ਪਰ ਉਸ ਤੋਂ ਅਗਲਾ ਦਿਨ ਹੋਰ ਵੀ ਹੌਲੀ ਬੀਤਿਆ। ਉਹਨੂੰ ਆਸ ਸੀ ਕਿ ਕੋਈ ਆਵੇਗਾ, ਪਰ ਕੋਈ ਨਾ ਆਇਆ। ਤਰਕਾਲਾਂ ਪੈ ਗਈਆਂ, ਰਾਤ ਹੋ ਗਈ। ਠੰਡਾ ਮੀਂਹ ਹੌਕੇ ਲੈਂਦਾ ਅਤੇ ਛਾਂ-ਛਾਂ ਕਰਕੇ ਕੰਧਾਂ ਨਾਲ ਟਕਰਾਉਂਦਾ। ਚਿਮਨੀ ਵਿੱਚੋਂ ਹਵਾ ਚੰਗਿਆੜਦੀ ਅਤੇ ਫਰਸ਼ ਹੇਠਾਂ ਕੁਝ ਹਿਲਦਾ। ਛੱਤ ਤੋਂ ਪਾਣੀ ਦੇ ਟੇਪੇ ਡਿੱਗਦੇ ਅਤੇ ਉਹਨਾਂ ਦੇ ਡਿੱਗਣ ਦੀ ਅਕਾਵੀਂ ਆਵਾਜ਼ ਬੜੀ ਅਜੀਬ ਤਰ੍ਹਾਂ ਕਲੌਕ ਦੀ ਟਕ-ਟਕ ਨਾਲ ਜਾਂਦੀ। ਜਾਪਦਾ ਸੀ ਸਾਰਾ ਮਕਾਨ ਹੌਲੀ-ਹੌਲੀ ਹਿੱਲ ਰਿਹਾ ਸੀ। ਗਮ ਹਰ ਸ਼ੈ ਨੂੰ ਮੁਰਦਾ ਅਤੇ ਨਕਾਰਾ ਬਣਾ ਰਿਹਾ ਜਾਪਦਾ ਸੀ। ਖਿੜਕੀ ਤੇ ਧੀਮੀ ਠਕ-ਠਕ ਹੋਈ, ਦੁਬਾਰਾ ਠਕ-ਠਕ ਹੋਈ। ਉਹ ਅਜਿਹੇ ਖੜਕੇ ਦੀ ਆਦੀ ਹੋ ਚੁੱਕੀ ਸੀ, ਇਹਨਾਂ ਤੋਂ ਡਰਦੀ ਉੱਕਾ ਹੀ ਨਾ। ਪਰ ਐਤਕੀ ਉਹ ਖੁਸ਼ੀ ਨਾਲ ਤ੍ਰਬਕ ਪਈ। ਧੁੰਦਲੀਆਂ ਆਸਾਂ ਨੇ ਉਹਨੂੰ ਇੱਕਦਮ ਖੜਾ ਕਰ ਦਿੱਤਾ। ਮੋਢਿਆਂ ਉੱਤੇ ਸ਼ਾਲ ਸੁੱਟ ਕੇ ਉਹਨੇ ਦਰਵਾਜ਼ਾ ਖੋਲ੍ਹਿਆ। ਸਮੋਈਲੋਵ ਅੰਦਰ ਆਇਆ। ਉਹਦੇ ਪਿੱਛੇ ਕੋਈ ਹੋਰ ਸੀ, ਜਿਸਦਾ ਮੂੰਹ ਕੋਟ ਦੇ ਉੱਪਰ ਚੁੱਕੇ ਕਾਲਰ ਤੇ ਪ੍ਰਵੱਟਿਆਂ ਤੱਕ ਹੇਠਾਂ ਕੀਤੀ ਟੋਪੀ ਨੇ ਲੁਕਾਇਆ ਹੋਇਆ ਸੀ। "ਅਸਾਂ ਤੈਨੂੰ ਜਗਾਇਆ ਤਾਂ ਨਹੀਂ?" ਸਮੋਈਲੋਵ ਨੇ ਸਾਹਿਬ ਸਲਾਮ ਤੋਂ ਬਿਨਾਂ ਪੁੱਛਿਆ। ਉਹਦੇ ਆਮ ਵਤੀਰੇ ਦੇ ਉਲਟ ਉਹਦੀ ਆਵਾਜ਼ ਫਿਕਰਮੰਦ ਤੇ ਉਦਾਸ ਸੀ। "ਨਹੀਂ, ਮੈਂ ਸੁੱਤੀ ਤਾਂ ਨਹੀਂ ਸਾਂ," ਮਾਂ ਨੇ ਕਿਹਾ ਅਤੇ ਆਸ ਨਾਲ ਉਹਦੇ ਵੱਲ ਵੇਖਣ ਲੱਗ ਪਈ। ਆਪਣੀ ਟੋਪੀ ਲਾਹੁੰਦੇ ਹੋਏ ਉਹਦੇ ਸਾਥੀ ਨੇ ਭਰੜਾਇਆ ਜਿਹਾ ਭਾਰਾ ਸਾਹ ਲਿਆ ਅਤੇ ਆਪਣਾ ਗੰਡਲ ਉਂਗਲਾਂ ਵਾਲਾ ਚੌੜਾ ਹੱਥ ਅੱਗੇ ਵਧਾਇਆ। "ਕੀ ਹਾਲ ਚਾਲ ਏ ਮਾਂ? ਮੈਨੂੰ ਪਛਾਣਦੀ ਏਂ?" ਉਹਨੇ ਪੁੱਛਿਆ, ਜਿਵੇਂ ਉਹ ਪੁਰਾਣਾ ਮਿੱਤਰ ਹੋਵੇ। "ਤੁਸੀਂ ਹੋ?" ਪੈਲਾਗੀਆ ਖੁਸ਼ੀ ਨਾਲ ਕੂਕੀ। "ਯੈਗੋਰ ਇਵਾਨੋਵਿਚ?" "ਐਨ ਉਹ," ਉਹਨੇ ਜਵਾਬ ਦਿੱਤਾ ਅਤੇ ਕਿਸੇ ਭਜਨੀਕ ਜਿਹੇ ਲੰਮੇ ਵਾਲਾਂ ਵਾਲਾ ਵੱਡਾ ਸਿਰ ਨਿਵਾ ਦਿੱਤਾ। ਉਹਦੇ ਪੋਪਲੇ ਮੂੰਹ ਉੱਤੇ ਦਿਆਲ ਮੁਸਕਾਨ ਸੀ ਅਤੇ ਉਹਦੀਆਂ ਨਿੱਕੀਆਂ ਭੂਰੀਆਂ ਅੱਖਾਂ ਮਾਂ ਵੱਲ ਦਿਆਲਤਾ ਨਾਲ ਸਾਫ਼-ਸਾਫ਼ ਵੇਖ ਰਹੀਆਂ ਸਨ। ਉਹ ਤਾਂ ਉੱਕਾ ਹੀ ਸਾਮਾਵਰ ਜਿਹਾ ਜਾਪਦਾ ਸੀ, ਗੋਲ ਮਟੋਲ ਅਤੇ ਮਧਰਾ, ਮੋਟੀ ਗਰਦਨ ਅਤੇ ਨਿੱਕੀਆਂ ਬਾਹਾਂ ਵਾਲਾ। ਉਹਦਾ ਮੂੰਹ ਲਿਸ਼ਕ ਰਿਹਾ ਸੀ ਅਤੇ ਉਹ ਉੱਚੇ-ਉੱਚੇ ਸਾਹ ਲੈਂਦਾ। ਇਉਂ ਜਾਪਦਾ ਸੀ ਕਿ ਉਹਦੀ ਛਾਤੀ ਵਿੱਚ ਬਹੁਤ ਹੇਠਾਂ ਕੁਝ ਛਣਕ ਅਤੇ ਭਰੜਾ ਰਿਹਾ ਸੀ। "ਤੁਸੀਂ ਦੂਜੇ ਕਮਰੇ ਵਿੱਚ ਚੱਲੋ, ਮੈਂ ਕੱਪੜੇ ਪਾ ਲਵਾਂ," ਮਾਂ ਨੇ ਕਿਹਾ। "ਅਸੀਂ ਤੇਥੋਂ ਕੁਝ ਮੰਗਣ ਆਏ ਵਾਂ," ਸਮੋਈਲੋਵ ਨੇ ਭਰਵੱਟੇ ਸੁੰਗੇੜ ਕੇ ਉਹਦੇ ਵੱਲ ਵੇਖਦੇ ਹੋਏ ਫਿਕਰਮੰਦੀ ਨਾਲ ਕਿਹਾ। ਯੈਗੋਰ ਇਵਾਨੋਵਿਚ ਦੂਜੇ ਕਮਰੇ ਵਿੱਚ ਚਲਾ ਗਿਆ ਅਤੇ ਉੱਥੋਂ ਬੋਲਣਾ ਸ਼ੁਰੂ ਕੀਤਾ। "ਤੁਹਾਡਾ ਜਾਣੂ ਨਿਕੋਲਾਈ ਅੱਜ ਸਵੇਰੇ ਹੀ ਜੇਲ੍ਹ 'ਚੋਂ ਰਿਹਾ ਹੋਇਆ ਮਾਂ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਜੇਲ੍ਹ ਵਿੱਚ ਹੈ," ਮਾਂ ਨੇ ਉਹਦੀ ਗੱਲ ਟੋਕੀ। "2 ਮਹੀਨੇ ਤੇ 11 ਦਿਨ ਉੱਥੇ ਉਹ ਖੁਖੋਲ ਨੂੰ ਮਿਲਿਆ ਸੀ। ਉਹਨੇ ਤੈਨੂੰ ਸਲਾਮ ਭੇਜਿਆ। ਪਾਵੇਲ ਨੇ ਵੀ, ਤੇ ਉਹਨੇ ਕਿਹਾ ਕਿ ਤੂੰ ਫਿਕਰ ਨਾ ਕਰੇ। ਉਹਨੇ ਕਿਹਾ ਕਿ ਤੂੰ ਇਹ ਸਮਝ ਲੈ ਕਿ ਉਹਨੇ ਜਿਹੜਾ ਰਾਹ ਚੁਣਿਆ, ਉਹਦੇ ਉੱਤੇ ਚੱਲਣ ਵਾਲਿਆਂ ਨੂੰ ਸਮੇਂ-ਸਮੇਂ ਜੇਲ੍ਹ ਵਿੱਚ ਛੁੱਟੀ ਬਿਤਾਉਣੀ ਹੀ ਪੈਂਦੀ ਹੈ। ਸਾਡੇ ਮਾਲਕਾਂ ਦੀ ਮਿਹਰਬਾਨੀ ਇਸ ਗੱਲ ਦੀ ਜਾਮਨੀ ਹੈ। ਤੇ ਹੁਣ ਮੈਂ ਕੰਮ ਦੀ ਗੱਲ ਕਰਦਾ ਮਾਂ। ਤੈਨੂੰ ਪਤਾ ਹੈ ਕੱਲ ਕਿੰਨੇ ਫੜੇ ਗਏ ਨੇ?" "ਕਿਉਂ, ਪਾਵੇਲ ਤੋਂ ਬਿਨਾਂ ਕੋਈ ਹੋਰ ਵੀ?" ਮਾਂ ਨੇ ਉੱਚੀ ਜਿਹੇ ਪੁੱਛਿਆ। "ਉਹ 49ਵਾਂ ਸੀ," ਯੈਗੋਰ ਇਵਾਨੋਵਿਚ ਨੇ ਠੰਮੇ ਨਾਲ ਗੱਲ ਟੋਕੀ। "ਤੇ ਜਾਪਦਾ ਪ੍ਰਬੰਧਕਾਂ ਨੇ ਹਜੇ ਦਰਜਨ ਕੁ ਹੋਰ ਫੜਵਾ ਦੇਣੇ ਨੇ। ਮਿਸਾਲ ਵਜੋਂ ਇਹ ਨੌਜਵਾਨ।" "ਹਾਂ, ਮੈਂ ਵੀ," ਸਮੋਈਲੋਵ ਨੇ ਉਦਾਸੀ ਨਾਲ ਕਿਹਾ। ਪਤਾ ਨਹੀਂ ਕਿਉਂ ਪੈਲਾਗੀਆ ਲਈ ਸਾਹ ਲੈਣਾ ਸੌਖਾ ਹੋ ਗਿਆ। ਚਲੋ, ਉਹ ਉੱਥੇ ਇਕੱਲਾ ਤਾਂ ਨਹੀਂ, ਉਹਦੇ ਮਨ ਵਿੱਚ ਇਹ ਵਿਚਾਰ ਚਮਕਿਆ। ਜਦੋਂ ਉਹਨੇ ਕੱਪੜੇ ਪਾ ਲਏ ਤੇ ਆਪਣੇ ਮਹਿਮਾਨਾਂ ਕੋਲ ਆਈ ਤਾਂ ਉਹ ਖੁਸ਼ੀ ਨਾਲ ਮੁਸਕਰਾ ਰਹੀ ਸੀ। ਜੇ ਉਹਨਾਂ ਇੰਨੇ ਫੜੇ ਨੇ ਤਾਂ ਉਹ ਉਹਨਾਂ ਨੂੰ ਬਹੁਤਾ ਦਿਨ ਨਹੀਂ ਰੱਖਣ ਲੱਗੇ। "ਨਹੀਂ, ਉੱਕਾ ਹੀ ਨਹੀਂ,"
ਯੈਗੋਰ ਇਵਾਨੋਵਿਚ ਨੇ ਕਿਹਾ। ਤੇ ਜੇ ਅਸੀਂ ਉਹਨਾਂ ਦੀ ਖੇਡ ਖਰਾਬ ਕਰ ਦਈਏ ਤਾਂ ਉਹ ਪੂਛ ਵਲੇਟ ਕੇ ਪਿੱਛੇ ਹਟ ਜਾਣਗੇ। ਨੁਕਤਾ ਇਹ ਹੈ, ਜੇ ਅਸੀਂ ਕਾਰਖਾਨੇ ਵਿੱਚ ਇਸ਼ਤਿਹਾਰ ਵੰਡਣੇ ਬੰਦ ਕਰ ਦਈਏ ਤਾਂ ਜੈਨਡਾਰਮ ਇਸ ਗੱਲ ਨੂੰ ਪਾਵੇਲ ਅਤੇ ਉਹਦੇ ਜੇਲ੍ਹ ਵਿੱਚ ਪਏ ਸਾਥੀਆਂ ਦੇ ਖਿਲਾਫ ਵਰਤਣਗੇ। ਕੀ ਮਤਲਬ? ਮਾਂ ਤੌਖਲੇ ਨਾਲ ਕੂਕ ਪਈ। ਬੜੀ ਸਾਦੀ ਗੱਲ ਹੈ, ਯੈਗੋਰ ਇਵਾਨੋਵਿਚ ਨੇ ਨਰਮੀ ਨਾਲ ਕਿਹਾ। ਕਈ ਜੈਨਡਾਰਮ ਵੀ ਸੋਚ ਸਕਦੇ ਨੇ, ਤੂੰ ਆਪੇ ਸੋਚ। ਪਾਵੇਲ ਆਜ਼ਾਦ ਸੀ, ਅਖਬਾਰ ਤੇ ਇਸ਼ਤਿਹਾਰ ਵੰਡੇ ਜਾਂਦੇ ਸਨ। ਪਾਵੇਲ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ, ਨਾ ਅਖਬਾਰ ਤੇ ਨਾ ਇਸ਼ਤਿਹਾਰ। ਸੋ ਉਹ ਇਸ਼ਤਿਹਾਰ ਤੇ ਅਖਬਾਰ ਬੀਜਦਾ ਸੀ, ਹੈ ਕਿ ਨਹੀਂ? ਉਹ ਸਭਨਾਂ ਨੂੰ ਹੜਪ ਕਰਨਾ ਸ਼ੁਰੂ ਕਰ ਦੇਣਗੇ। ਜੈਨਡਾਰਮਾਂ ਦੀ ਆਦਤ ਹੁੰਦੀ ਹੈ, ਉਹ ਲੋਕਾਂ ਨੂੰ ਖਾ ਜਾਂਦੇ ਨੇ, ਇੱਥੋਂ ਤੱਕ ਕਿ ਬਸ ਚੂਰ ਭੂਰ ਹੀ ਰਹਿ ਜਾਂਦਾ ਹੈ। ਮੈਂ ਸਮਝਦੀ ਵਾਂ, ਮਾਂ ਨੇ ਅਫਸੋਸ ਨਾਲ ਕਿਹਾ। ਹਾਏ ਰੱਬਾ, ਹੁਣ ਅਸੀਂ ਕੀ ਕਰੀਏ? ਉਹਨਾਂ ਲਗਭਗ ਸਭ ਨੂੰ ਫੜ ਲਿਆ। ਰੱਬ ਦੀ ਮਾਰ ਵਗੇ ਉਹਨਾਂ ਨੂੰ। ਰਸੋਈ ਚੋਂ ਸਮੋਇਲੋਵ ਦੀ ਆਵਾਜ਼ ਆਈ। ਹੁਣ ਅਸਾਂ ਆਪਣੇ ਕਾਜ ਲਈ ਹੀ ਕੰਮ ਜਾਰੀ ਨਹੀਂ ਰੱਖਣਾ, ਸਗੋਂ ਆਪਣੇ ਸਾਥੀਆਂ ਨੂੰ ਬਚਾਉਣ ਲਈ ਵੀ। ਤੇ ਕੰਮ ਕਰਨ ਵਾਲਾ ਕੋਈ ਹੈ ਨਹੀਂ। ਯੈਗੋਰ ਇਵਾਨੋਵਿਚ ਨੇ ਥੋੜਾ ਜਿਹਾ ਹੱਸ ਕੇ ਗੱਲ ਵਧਾਈ। ਸਾਡੇ ਕੋਲ ਬਹੁਤਾ ਸਾਰਾ ਪਹਿਲੇ ਦਰਜੇ ਦਾ ਸਾਹਿਤ ਪਿਆ। ਉਹ ਸਾਰਾ ਮੈਂ ਤਿਆਰ ਕੀਤਾ ਹੈ, ਪਰ ਉਹਨੂੰ ਕਾਰਖਾਨੇ ਵਿੱਚ ਲੈ ਜਾਣਾ ਹਜੇ ਹੱਲ ਨਾ ਹੋਇਆ ਮਸਲਾ ਏ। ਉਹ ਹੁਣ ਫਾਟਕ ਤੇ ਹਰ ਇੱਕ ਦੀ ਤਲਾਸ਼ੀ ਲੈਣ ਲੱਗ ਪਏ ਨੇ, ਸਮੋਇਲੋਵ ਬੋਲਿਆ। ਮਾਂ ਨੇ ਸਮਝ ਲਿਆ ਕਿ ਉਹਨਾਂ ਨੂੰ ਉਸ ਤੋਂ ਕਿਸੇ ਗੱਲ ਦੀ ਆਸ ਸੀ। ਇਹ ਕੰਮ ਕਿਵੇਂ ਕੀਤਾ ਜਾਵੇ? ਉਹਨੇ ਕਾਹਲ ਨਾਲ ਪੁੱਛਿਆ। ਸਮੋਇਲੋਵ ਦਰਵਾਜ਼ੇ ਵਿੱਚ ਆਇਆ। ਪੈਲਾਗੀਆ ਨਿਲੋਵਨਾ, ਤੂੰ ਫੇਰੀ ਵਾਲੀ ਕੋਰਸੂਨੋਵਾ ਨੂੰ ਜਾਣਦੀ ਏ? ਹਾਂ, ਕਿਉਂ? ਤੂੰ ਉਹਦੇ ਨਾਲ ਗੱਲ ਕਰ, ਸ਼ਾਇਦ ਉਹ ਇਸ਼ਤਿਹਾਰ ਅੰਦਰ ਲੈ ਜਾਵੇ। ਮਾਂ ਨੇ ਹੱਥ ਹਿਲਾ ਕੇ ਇਹ ਵਿਚਾਰ ਰੱਦ ਕਰ ਦਿੱਤਾ। ਉਹ ਨਹੀਂ, ਉਹ ਤਾਂ ਗਲਾਦੜ ਹੈ। ਛੇਤੀ ਹੀ ਉਹਨੂੰ ਪਤਾ ਲੱਗ ਜਾਵੇਗਾ ਕਿ ਉਹਨੂੰ ਇਸ਼ਤਿਹਾਰ ਮੈਥੋਂ ਮਿਲੇ ਨੇ, ਕਿ ਉਹ ਇਸ ਘਰੋਂ ਆਏ ਨੇ। ਨਹੀਂ, ਇਹ ਗੱਲ ਨਹੀਂ ਚੱਲਣੀ। ਫਿਰ ਅਚਾਨਕ ਫੁਰਨਾ ਆਉਣ ਨਾਲ ਉਹਨੇ ਕਿਹਾ, ਇਸ਼ਤਿਹਾਰ ਮੈਨੂੰ ਦੇ ਦਿਓ, ਇਹ ਕੰਮ ਮੈਂ ਕਰਾਂਗੀ। ਮੈਂ ਰਾਹ ਲੱਭ ਲਵਾਂਗੀ। ਮੈਂ ਮਾਰੀਆਂ ਨੂੰ ਕਹਾਂਗੀ ਮੈਨੂੰ ਆਪਣੇ ਨਾਲ ਲੈ ਲਵੇ, ਮੈਨੂੰ ਆਪਣੇ ਨਾਲ ਲਾ ਲਵੇ। ਮੈਂ ਕਿਸੇ ਤਰ੍ਹਾਂ ਰੋਟੀ ਤਾਂ ਕਮਾਉਣੀ ਹੈ। ਮੈਂ ਕਾਰਖਾਨੇ ਵਿੱਚ ਦੁਪਹਿਰ ਦਾ ਖਾਣਾ ਵੇਚਿਆ ਕਰਾਂਗੀ। ਮੈਂ ਰਾਹ ਲੱਭ ਲਵਾਂਗੀ। ਆਪਣੇ ਹੱਥ ਛਾਤੀ ਨਾਲ ਲਾ ਕੇ ਉਹਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹ ਸਾਰਾ ਕੁਝ ਸੋਹਣੀ ਤਰ੍ਹਾਂ ਕਰ ਲਵੇਗੀ। ਆਪਣੇ ਵੱਲ ਧਿਆਨ ਖਿੱਚੇ ਬਿਨਾਂ ਅਤੇ ਗੱਲ ਮੁਕਾਉਂਦੇ ਹੋਏ ਉਹਨੇ ਵਿਸਮਾਦੀ ਢੰਗ ਨਾਲ ਕਿਹਾ, ਉਹ ਵੇਖ ਲੈਣ ਕਿ ਪਾਵੇਲ ਦੇ ਹੱਥ ਜੇਲੋਂ ਬਾਹਰ ਵੀ ਅੱਪੜਦੇ ਨੇ। ਉਹ ਇਹ ਵੇਖ ਲੈਣ। ਉਹਨਾਂ ਤਿੰਨਾਂ ਦੇ ਮੂੰਹ ਖਿੜ ਗਏ। ਬਹੁਤ ਖੂਬ ਮਾਂ, ਤੈਨੂੰ ਤਾਂ ਇਹ ਪਤਾ ਵੀ ਨਹੀਂ ਕਿ ਕਿੰਨੀ ਸ਼ਾਨਦਾਰ ਗੱਲ ਹੈ। ਉੱਕਾ ਹੀ ਚਕਰਾ ਦੇਣ ਵਾਲੀ। ਯੈਗੋਰ ਨੇ ਮੁਸਕਰਾਉਂਦੇ ਹੱਥ ਮਲਦੇ ਹੋਏ ਕਿਹਾ, ਜੇ ਕੰਮ ਬਣ ਗਿਆ ਤਾਂ ਮੈਂ ਉਸੇ ਸੌਖ ਨਾਲ ਜੇਲ੍ਹ ਜਾਵਾਂਗਾ ਜਿਸ ਨਾਲ ਮੈਂ ਆਪਣੇ ਬਿਸਤਰੇ ਵਿੱਚ ਲੇਟਦਾ ਵਾਂ। ਸਮੋਇਲੋਵ ਨੇ ਕਿਹਾ। ਉਹ ਵੀ ਹੱਥ ਮਲ ਰਿਹਾ ਸੀ। ਸਾਰੇ ਦੇਸ਼ ਵਿੱਚ ਤੇਰੇ ਜਿਹੀ ਕੋਈ ਹੋਰ ਨਾ ਸੋਹਣੀ, ਯੈਗੋਰ ਨੇ ਘੱਗੀ ਆਵਾਜ਼ ਵਿੱਚ ਕਿਹਾ। ਮਾਂ ਮੁਸਕਰਾਈ। ਉਹਦੇ ਲਈ ਇਹ ਗੱਲ ਸਾਫ਼ ਸੀ ਕਿ ਜੇ ਕਾਰਖਾਨੇ ਵਿੱਚ ਇਸ਼ਤਿਹਾਰ ਵੰਡੇ ਜਾਂਦੇ ਰਹੇ ਤਾਂ ਪ੍ਰਬੰਧਕ ਉਹਦੇ ਪੁੱਤਰ ਤੇ ਦੋਸ਼ ਨਹੀਂ ਲਾ ਸਕਣਗੇ। ਉਹਨੂੰ ਯਕੀਨ ਸੀ ਕਿ ਉਹ ਇਹ ਕੰਮ ਪੂਰਾ ਕਰ ਲਵੇਗੀ ਅਤੇ ਖੁਸ਼ੀ ਨਾਲ ਉਹਦੀ ਦੇਹ ਥਰਕ ਰਹੀ ਸੀ। ਜਦੋਂ ਜੇਲ੍ਹ ਵਿੱਚ ਪਾਵੇਲ ਨੂੰ ਮਿਲਣ ਜਾਵੇਗਾ ਤਾਂ ਉਹਨੂੰ ਦੱਸੀ ਉਹਦੀ ਮਾਂ ਕਿੰਨੀ ਚੰਗੀ ਹੈ, ਯੈਗੋਰ ਨੇ ਕਿਹਾ। ਮੈਂ ਉਹਨੂੰ ਪਹਿਲਾਂ ਮਿਲਾਂਗਾ। ਸਮੋਇਲੋਵ ਹੱਸਿਆ। ਉਹਨੂੰ ਦੱਸੀ ਕਿ ਜੋ ਕੁਝ ਕਰਨ ਦੀ ਲੋੜ ਹੈ ਮੈਂ ਉਹ ਕਰਾਂਗੀ। ਉਹਨੂੰ ਦੱਸ ਦੇਈਂ। ਜੇ ਉਹਨਾਂ ਸਮੋਇਲੋਵ ਨੂੰ ਜੇਲ੍ਹ ਨਾ ਘੱਲਿਆ ਤਾਂ? ਯੈਗੋਰ ਨੇ ਕਿਹਾ। ਤਾਂ ਕੀ ਹੋ ਸਕਦਾ ਹੈ? ਮਾਂ ਨੇ ਕਿਹਾ। ਦੋਵੇਂ ਮਰਦ ਹੱਸ ਪਏ ਅਤੇ ਉਹ ਵੀ ਇਹ ਮਹਿਸੂਸ ਕਰਦੇ ਕਿ ਉਸ ਤੋਂ ਗਲਤੀ ਹੋ ਗਈ, ਹੱਸਣ ਲੱਗ ਪਈ, ਚੁੱਪਚਾਪ ਸ਼ਰਮਾ ਕੇ ਅਤੇ ਕੁਝ ਨਖਰੇ ਨਾਲ। ਦੂਜਿਆਂ ਦੇ ਦੁੱਖਾਂ ਨੂੰ ਆਪਣਾ ਸਮਝਣਾ ਔਖਾ ਹੁੰਦਾ ਹੈ, ਮਾਂ ਨੇ ਨੀਵੀਂ ਪਾ ਕੇ ਕਿਹਾ। ਇਹ ਤਾਂ ਉੱਕਾ ਹੀ ਸੁਭਾਵਿਕ ਗੱਲ ਹੈ, ਯੈਗੋਰ ਉੱਚੀ ਜਿਹੀ ਬੋਲਿਆ। ਤੇ ਤੂੰ ਪਾਵੇਲ ਬਾਰੇ ਬਹੁਤਾ ਝੁਰਨਾ ਤੇ ਨਾ ਫਿਕਰ ਕਰ। ਉਹ ਜੇਲ੍ਹ ਚੋਂ ਚੰਗੇਰਾ ਬਣ ਕੇ ਨਿਕਲੇਗਾ। ਬੰਦੇ ਨੂੰ ਉੱਥੇ ਚੰਗਾ ਆਰਾਮ ਮਿਲਦਾ ਤੇ ਪੜ੍ਹਨ ਦਾ ਮੌਕਾ ਮਿਲ ਜਾਂਦਾ ਹੈ ਅਤੇ ਸਾਡੇ ਜਿਹੇ ਲੋਕਾਂ ਨੂੰ ਆਜ਼ਾਦੀ ਵਿੱਚ ਇਹਨਾਂ ਚੋਂ ਕੋਈ ਕੰਮ ਕਰਨ ਦਾ ਸਮਾਂ ਨਹੀਂ ਮਿਲਦਾ। ਮੈਂ 3 ਵਾਰ ਅੰਦਰ ਹੋ ਆਇਆ ਤੇ ਹਰ ਵਾਰ ਮੇਰੇ ਦਿਲ ਤੇ ਦਿਮਾਗ ਨੂੰ ਬਹੁਤ ਲਾਭ ਹੋਇਆ ਹੈ। ਭਾਵੇਂ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਇਹ ਖੁਸ਼ੀ ਵਾਲੀ ਗੱਲ ਸੀ। ਤੈਨੂੰ ਸਾਹ ਲੈਣ ਵਿੱਚ ਔਖ ਹੁੰਦਾ ਹੈ? ਮਾਂ ਨੇ ਉਹਦੇ ਸਿੱਧੇ ਜਿਹੇ ਮੂੰਹ ਉੱਤੇ ਦੋਸਤਾਨਾ ਨਿਗਾਹ ਮਾਰਦੇ ਹੋਏ ਕਿਹਾ। ਇਹਦਾ ਵੀ ਇੱਕ ਖਾਸ ਕਾਰਨ ਹੈ, ਯੈਗੋਰ ਨੇ ਇੱਕ ਉਂਗਲੀ ਹਿਲਾਉਂਦੇ ਹੋਏ ਕਿਹਾ। ਸੋ ਮੇਰਾ ਖਿਆਲ ਹੈ ਸਭ ਕੁਝ ਦਾ ਫੈਸਲਾ ਹੋ ਗਿਆ ਹੈ। ਕੱਲ ਅਸੀਂ ਇਸ਼ਤਿਹਾਰ ਲੈ ਆਵਾਂਗੇ ਤੇ ਚੱਕਾ ਫਿਰ ਗਿੜਨ ਲੱਗ ਪਵੇਗਾ। ਜੁਗਾਂ ਦਾ ਹਨੇਰਾ ਪੀਸਦਾ, 3 ਤਾੜੀਆਂ ਬੋਲਣ ਦੀ ਆਜ਼ਾਦੀ ਲਈ,
3 ਤਾੜੀਆਂ ਮਾਂ ਦੇ ਦਿਲ ਲਈ। ਅੱਛਾ, ਫਿਰ ਮਿਲਾਂਗੇ। ਰੱਬ ਰਾਖਾ। ਸਮੋਈਲੋਵ ਨੇ ਉਹਦੇ ਨਾਲ ਘੁੱਟ ਕੇ ਹੱਥ ਮਿਲਾਉਂਦੇ ਹੋਏ ਕਿਹਾ, ਮੈਂ ਆਪਣੀ ਮਾਂ ਨੂੰ ਅਜਿਹੀ ਸਲਾਹ ਕਦੀ ਨਾ ਦੇ ਸਕਦਾ। ਉਹ ਸਾਰੇ ਕਿਸੇ ਨਾ ਕਿਸੇ ਦਿਨ ਸਮਝ ਜਾਣਗੇ, ਪੈਲਾਗੀਆ ਨੇ ਕਿਹਾ। ਉਹ ਉਹਦਾ ਦਿਲ ਵਧਾਉਣਾ ਚਾਹੁੰਦੀ ਸੀ। ਜਦੋਂ ਚਲੇ ਗਏ ਤਾਂ ਉਹਨੇ ਦਰਵਾਜ਼ੇ ਨੂੰ ਜੰਦਰਾ ਲਾ ਦਿੱਤਾ। ਗੋਡਿਆਂ ਭਾਰ ਹੋ ਗਈ। ਉਹਦੀਆਂ ਦੁਆਵਾਂ ਮੀਂਹ ਦੀ ਆਵਾਜ਼ ਨਾਲ ਮਿਲਦੀਆਂ ਰਹੀਆਂ। ਉਹ ਚੁੱਪਚਾਪ ਦੁਆ ਕਰ ਰਹੀ ਸੀ, ਬਸ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਪਾਵੇਲ ਨੇ ਉਹਦੀ ਜ਼ਿੰਦਗੀ ਵਿੱਚ ਦਾਖਲ ਕਰ ਦਿੱਤਾ ਸੀ, ਡੂੰਘੀ ਫਿਕਰਮੰਦੀ ਨਾਲ। ਉਹ ਉਹਦੇ ਅਤੇ ਪਵਿੱਤਰ ਤਸਵੀਰਾਂ ਵਿਚਕਾਰ ਫਿਰ ਰਹੇ ਜਾਪਦੇ ਸਨ। ਇਹ ਸਾਰੇ ਸਾਦੇ ਲੋਕ ਜਿਹੜੇ ਇੰਨੇ ਅਜੀਬ ਢੰਗ ਨਾਲ ਨੇੜਵੀਂ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਹੋਏ ਸਨ, ਪਰ ਫਿਰ ਵੀ ਹਰ ਇੱਕ ਇੰਨਾ ਇਕੱਲਾ ਸੀ। ਸਵੇਰੇ ਸਵੇਰੇ ਉਹ ਮਾਰੀਆ ਕੋਰਸੂਨੋਵਾ ਨੂੰ ਮਿਲਣ ਗਈ। ਸਦਾ ਵਾਂਗ ਥਿੰਦੀ ਤੇ ਖੱਪ ਪਾਉਂਦੀ ਫੇਰੀ ਵਾਲੀ ਨੇ ਹਮਦਰਦੀ ਨਾਲ ਉਹਨੂੰ ਸਾਹਿਬ ਸਲਾਮ ਕੀਤੀ। ਉਦਾਸ ਹੈ? ਉਹਨੇ ਥਿੰਦੇ ਹੱਥ ਨਾਲ ਮਾਂ ਦੇ ਮੋਢੇ ਉੱਤੇ ਥਪਕੀ ਦਿੰਦੇ ਹੋਏ ਕਿਹਾ। ਦਿਲ ਨਾ ਛੱਡ, ਉਹਨੂੰ ਫੜਿਆ ਤੇ ਲੈ ਗਏ ਹੈ ਨਾ? ਕੋਈ ਗੱਲ ਨਹੀਂ, ਸ਼ਰਮ ਦੀ ਕੋਈ ਗੱਲ ਨਹੀਂ। ਅੱਗੇ ਤਾਂ ਉਹ ਲੋਕਾਂ ਨੂੰ ਚੋਰੀ ਕਰਨ ਲਈ ਜੇਲੀ ਸੁੱਟਦੇ ਸਨ, ਅੱਜ ਕੱਲ੍ਹ ਹੱਕ ਦੀ ਗੱਲ ਕਰਨ ਬਦਲੇ ਅੰਦਰ ਕਰ ਦਿੰਦੇ ਨੇ। ਹੋ ਸਕਦਾ ਜੋ ਕੁਝ ਕਹਿਣਾ ਚਾਹੀਦਾ ਸੀ ਉਹ ਪਾਵੇਲ ਨੇ ਨਾ ਕਿਹਾ ਹੋਵੇ, ਪਰ ਉਹਨੇ ਜੋ ਕੁਝ ਕਿਹਾ ਉਹ ਸਭਨਾਂ ਲਈ ਸੀ ਤੇ ਸਭਨਾਂ ਨੂੰ ਇਸ ਗੱਲ ਦਾ ਪਤਾ ਏ। ਸੋ ਤੂੰ ਚਿੰਤਾ ਨਾ ਕਰ। ਭਾਵੇਂ ਉਹ ਮੰਨਦੇ ਨਹੀਂ, ਪਰ ਚੰਗੇ ਭੈੜੇ ਦੀ ਪਛਾਣ ਹਰ ਇੱਕ ਨੂੰ ਹੈ। ਮੈਂ ਤੈਨੂੰ ਮਿਲਣ ਆਉਣਾ ਚਾਹੁੰਦੀ ਸਾਂ, ਪਰ ਵੇਲ ਹੀ ਨਹੀਂ ਮਿਲੀ। ਸਾਰਾ ਦਿਨ ਰਿੰਨਣਾ ਪਕਾਉਣਾ ਤੇ ਫੇਰੀ ਲਾਉਣਾ, ਪਰ ਤੂੰ ਵੇਖ ਕੰਗਾਲ ਹੀ ਮਰਾਂਗੀ। ਮੈਂ ਯਾਰ, ਮੇਰੇ ਮੈਨੂੰ ਖਾ ਜਾਂਦੇ ਨੇ। ਕੋਈ ਮੁਸੀਬਤ ਏ। ਇਧਰੋਂ ਕੁਤਰਿਆ ਉਧਰੋਂ ਕੁਤਰਿਆ, ਜਿਵੇਂ ਕਾਕਰੋਚ ਰੋਟੀ ਨੂੰ ਪੈਂਦੇ ਨੇ। 10 ਰੂਬਲ ਬਚਾਏ ਨਹੀਂ ਕਿ ਕੋਈ ਹਰਾਮੀ ਆ ਕੇ ਹੜੱਪ ਲੈਂਦਾ। ਜਨਾਨੀ ਦੀ ਜੂਨ ਵੀ ਕੋਈ ਨਾ ਪਵੇ। ਮੈਂ ਤਾਂ ਕਿਸੇ ਨੂੰ ਇਹ ਬਦ ਸੀਸ ਵੀ ਨਾ ਦਿਆਂ। ਇਕੱਲੇ ਰਹੋ, ਕਾਹਦੇ ਲਈ? ਮਰਦ ਲੱਭ ਲਓ, ਬੇੜਾ ਕਰਕ। ਮੈਂ ਤੈਨੂੰ ਕਹਿਣ ਆਈ ਆਂ, ਤੂੰ ਮੈਨੂੰ ਆਪਣੇ ਨਾਲ ਲਾ ਲੈ। ਪੈਲਾਗੀਆ ਨੇ ਉਹਦੀ ਲੁਤਰ ਵਿੱਚੋਂ ਟੋਕਦੇ ਹੋਏ ਕਿਹਾ। ਕੀ ਕਿਹਾ? ਮਾਰੀਆ ਨੇ ਪੁੱਛਿਆ। ਜਦੋਂ ਪੈਲਾਗੀਆ ਨੇ ਗੱਲ ਸਮਝਾਈ ਤਾਂ ਮਾਰੀਆ ਨੇ ਸਿਰ ਹਿਲਾਇਆ। ਜ਼ਰੂਰ, ਉਹਨੇ ਕਿਹਾ। ਯਾਦ ਹੀ ਤੂੰ ਮੈਨੂੰ ਮੇਰੇ ਆਦਮੀ ਤੋਂ ਲੁਕਾਉਂਦੀ ਸੈਂ, ਹੁਣ ਮੈਂ ਤੈਨੂੰ ਭੁੱਖ ਤੋਂ ਲੁਕਾਵਾਂਗੀ। ਸਭਨਾਂ ਨੂੰ ਤੇਰੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਤੇਰਾ ਪੁੱਤਰ ਸਭਨਾਂ ਦੇ ਭਲੇ ਲਈ ਫੜਿਆ ਗਿਆ। ਉਹ ਬੜਾ ਚੰਗਾ ਬੰਦਾ ਹੈ, ਸਾਰੇ ਇਹੋ ਕਹਿੰਦੇ ਨੇ ਤੇ ਸਭਨਾਂ ਨੂੰ ਉਹਦੀ ਬਾਬਤ ਅਫਸੋਸ ਹੈ। ਪੱਕੀ ਗੱਲ ਹੈ, ਇਹਨਾਂ ਗ੍ਰਿਫਤਾਰੀਆਂ ਤੋਂ ਮਾਲਕਾਂ ਦਾ ਕੁਝ ਨਹੀਂ ਸੌਰਨ ਲੱਗਾ। ਜਰਾ ਵੇਖ ਕਾਰਖਾਨੇ ਵਿੱਚ ਕੀ ਹੋ ਰਿਹਾ। ਮਾੜੀ ਗੱਲ ਹੈ ਚੰਨੀ। ਇਹ ਮਾਲਕ ਸਮਝਦੇ ਨੇ ਕਿ ਜੇ ਉਹ ਕਿਸੇ ਇੱਕ ਦੀਆਂ ਅੱਡੀਆਂ ਕੁੱਟਣ ਤਾਂ ਉਹ ਨੱਠਣੋਂ ਰੁਕ ਜਾਏਗਾ, ਪਰ ਹੁੰਦਾ ਇਹ ਵੇ ਕਿ ਉਹ ਇੱਕ ਦਰਜਨ ਨੂੰ ਡੇਗਦੇ ਨੇ ਤੇ ਪੂਰਾ ਸੈਂਕੜਾ ਉਹਨਾਂ ਉੱਤੇ ਧਾ ਪੈਂਦਾ ਹੈ। ਇਸ ਗੱਲਬਾਤ ਦਾ ਸਿੱਟਾ ਇਹ ਹੋਇਆ ਕਿ ਅਗਲੀ ਦੁਪਹਿਰ ਮਾਂ ਮਾਰੀਆ ਦੀਆਂ ਖਾਣੇ ਦੀਆਂ 2 ਟੋਕਰੀਆਂ ਲੈ ਕੇ ਕਾਰਖਾਨੇ ਆਈ। ਉਧਰ ਫੇਰੀ ਵਾਲੀ ਆਪ ਮੰਡੀ ਵਿੱਚ ਮਾਲ ਵੇਚਣ ਗਈ। ਅੰਕ 15ਵਾਂ। ਕਿਰਤੀਆਂ ਨੇ ਨਵੀਂ ਫੇਰੀ ਵਾਲੀ ਨੂੰ ਇੱਕਦਮ ਪਛਾਣ ਲਿਆ। ਵਪਾਰ ਸ਼ੁਰੂ ਕਰ ਦਿੱਤਾ ਪੈਲਾਗੀਆ? ਉਹਨਾਂ ਪ੍ਰਸ਼ੰਸਾ ਨਾਲ ਸਿਰ ਹਿਲਾਉਂਦੇ ਹੋਏ ਪੁੱਛਿਆ। ਕੁਝ ਨੇ ਉਹਨੂੰ ਕਾਲੀ ਯਕੀਨ ਦਿਵਾਇਆ ਕਿ ਪਾਵੇਲ ਛੇਤੀ ਹੀ ਰਿਹਾ ਹੋ ਜਾਵੇਗਾ। ਹੋਰਨਾਂ ਨੇ ਹਮਦਰਦੀ ਦੇ 2 ਬੋਲ ਆਖੇ। ਇਸ ਗੱਲ ਨੇ ਉਹਦੇ ਚਿੰਤਾਤੁਰ ਦਿਲ ਨੂੰ ਘਬਰਾ ਦਿੱਤਾ। ਕਈ ਹੋਰਨਾਂ ਨੇ ਡਾਇਰੈਕਟਰ ਅਤੇ ਜੈਨਡਾਰਮਾਂ ਨੂੰ ਰੱਜ ਕੇ ਗਾਲਾਂ ਕੱਢੀਆਂ, ਜਿਹੜੀਆਂ ਉਹਦੇ ਦਿਲ ਨੂੰ ਚੰਗੀਆਂ ਲੱਗੀਆਂ। ਅਜਿਹੇ ਵੀ ਲੋਕ ਸਨ ਜਿਨ੍ਹਾਂ ਉਹਦੇ ਵੱਲ ਬਾਗੀਆਂ ਪਾਉਂਦੀ ਤਸੱਲੀ ਨਾਲ ਵੇਖਿਆ ਅਤੇ ਟਾਈਮ ਕੀਪਰ ਈਸਾਈ ਗੋਰਬੋਵ ਦੰਦ ਕਰੀਚ ਕੇ ਬਰਕਿਆ, ਜੇ ਮੈਂ ਗਵਰਨਰ ਹੁੰਦਾ ਤਾਂ ਤੇਰੇ ਪੁੱਤਰ ਨੂੰ ਫਾਹੇ ਲਾ ਦਿੰਦਾ। ਲੋਕਾਂ ਨੂੰ ਕਰਾਹੇ ਪਾਉਣ ਲਈ ਉਹਦੇ ਨਾਲ ਚੰਗੀ ਹੋਈ। ਇਹ ਭੈੜੀ ਧਮਕੀ ਨੇ ਮਾਂ ਨੂੰ ਹੱਡੀਆਂ ਤੱਕ ਠੰਡਾ ਕਰ ਦਿੱਤਾ। ਉਹਨੇ ਈਸਾਈ ਨੂੰ ਜਵਾਬ ਨਾ ਦਿੱਤਾ। ਉਹਨੇ ਤਾਂ ਬਸ ਉਹਦੇ ਸ਼ਾਹੀਆਂ ਵਾਲੇ ਮੂੰਹ ਤੇ ਨਿਗਾਹ ਮਾਰੀ ਤੇ ਹੌਂਕਾ ਭਰ ਕੇ ਨੀਵੀਂ ਪਾ ਲਈ। ਕਾਰਖਾਨੇ ਵਿੱਚ ਹਲਚਲ ਸੀ। ਕਿਰਤੀ ਨਿੱਕੀਆਂ ਟੋਲੀਆਂ ਵਿੱਚ ਇਕੱਠੇ ਹੋਏ ਸਨ ਅਤੇ ਆਪੋ ਵਿੱਚ ਘੁਸਰ-ਮੁਸਰ ਕਰ ਰਹੇ ਸਨ। ਘਾਬਰੇ ਹੋਏ ਫੋਰਮੈਨ ਹਰ ਪਾਸੇ ਦਖਲ ਦਿੰਦੇ, ਗਾਲਾਂ ਸੁਣਾਈ ਦਿੰਦੀਆਂ ਸਨ ਅਤੇ ਸਾੜਵੇਂ ਹਾਸੇ। 2 ਪੁਲਸੀਏ ਸਮੋਈਲੋਵ ਨੂੰ ਉਹਦੇ ਕੋਲੋਂ ਲੈ ਕੇ ਲੰਘੇ। ਉਹ ਇੱਕ ਹੱਥ ਜੇਬ ਵਿੱਚ ਪਾ ਕੇ ਅਤੇ ਦੂਜੇ ਨਾਲ ਆਪਣੇ ਲਾਲ ਵਾਲ ਪਿੱਛੇ ਹਟਾਉਂਦਾ ਹੋਇਆ ਟੁਰਿਆ ਜਾ ਰਿਹਾ ਸੀ। ਉਹਨਾਂ ਦੇ ਪਿੱਛੇ 100 ਕੁ ਕਿਰਤੀ ਚਲਦੇ ਆ ਰਹੇ ਸਨ। ਉਹ ਪੁਲਸੀਆਂ ਨੂੰ ਉੱਚੀ ਗਾਲਾਂ ਕੱਢਦੇ ਤੇ ਚਿੱਡਾਂ ਕਰਦੇ। ਸੈਰ ਕਰਨ ਚੱਲਿਆ ਸਮੋਈਲੋਵ? ਕਿਸੇ ਨੇ ਉੱਚੀ ਜਿਹੀ ਪੁੱਛਿਆ। ਅੱਜ ਕੱਲ ਉਹ ਸਾਡੀ ਬੜੀ ਇੱਜ਼ਤ ਕਰਦੇ ਨੇ, ਇੱਕ ਹੋਰ ਨੇ ਕਿਹਾ। ਮਟਰ ਗਸ਼ਤ ਕਰਨ ਜਾਈਏ ਤਾਂ ਸਾਥ ਲਈ ਸੰਤਰੀ ਦਿੰਦੇ ਨੇ। ਇਸ ਤੋਂ ਪਿੱਛੋਂ ਇੱਕ ਡਾਢੀ ਗਾਲ ਆਈ। ਜਾਪਦਾ ਚੋਰਾਂ ਨੂੰ ਫੜਿਆ ਹੁਣ ਕੁਛ ਨਹੀਂ ਬਣਦਾ, ਇੱਕ ਲੰਮੇ ਕਾਣੇ ਕਿਰਤੀ ਨੇ ਕਿਹਾ।
ਸੋ ਉਹਨਾਂ ਇਮਾਨਦਾਰ ਲੋਕਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ। ਇੰਨੀ ਕੁ ਸ਼ਰਮ ਤਾਂ ਉਹਨਾਂ ਵਿੱਚ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਰਾਤੀ ਫੜਨ। ਭੀੜ ਵਿੱਚੋਂ ਆਵਾਜ਼ ਆਈ, ਪਰ ਹੁਣ ਇਹ ਚਿੱਟੇ ਦਿਨ ਅਜਿਹਾ ਕਰਦੇ ਨੇ ਹਰਾਮਜ਼ਾਦੇ। ਪੁਲਸੀਆਂ ਨੇ ਘੂਰੀਆਂ ਵੱਟੀਆਂ ਅਤੇ ਤਿੱਖੇ ਪੈਰੀ ਤੁਰਨ ਲੱਗ ਪਏ, ਗੱਲ ਨਾ ਗੋਲਣ ਦਾ ਯਤਨ ਕਰਦੇ ਹੋਏ ਅਤੇ ਇਹ ਪੱਜ ਬਣਾਉਂਦੇ ਹੋਏ ਕਿ ਉਹਨਾਂ ਗਾਲਾਂ ਸੁਣੀਆਂ ਹੀ ਨਹੀਂ। ਧਾਤ ਦੀ ਇੱਕ ਵੱਡੀ ਚਾਦਰ ਲਈ ਜਾਂਦੇ ਤਿੰਨ ਕਿਰਤੀਆਂ ਨੇ ਚਾਦਰ ਉਹਨਾਂ ਵੱਲ ਮੋੜਦੇ ਹੋਏ ਉੱਚੀ ਉੱਚੀ ਕਿਹਾ, ਰਾਹ ਛੱਡ ਦਿਓ ਓਏ ਮਾਛੀਓ। ਮਾਂ ਕੋਲੋਂ ਲੰਘਦਿਆਂ ਸਮੋਈ ਲੋਭ ਨੇ ਉਹਦੇ ਵੱਲ ਵੇਖ ਕੇ ਸਿਰ ਹਿਲਾਇਆ। ਉਹ ਮੈਨੂੰ ਧੂਈ ਲਈ ਜਾਂਦੇ ਨੇ, ਉਹਨੇ ਮੁਸਕਰਾ ਕੇ ਕਿਹਾ। ਮਾਂ ਨੇ ਚੁੱਪਚਾਪ ਸਿਰ ਨਿਵਾ ਕੇ ਉਹਨੂੰ ਸਲਾਮ ਕੀਤੀ। ਇਨ੍ਹਾਂ ਇਮਾਨਦਾਰ ਹੋਸ਼ਮੰਦ ਜਵਾਨਾਂ ਨੇ ਜਿਹੜੇ ਬੁੱਲਾਂ ਤੇ ਮੁਸਕਾਨ ਲਈ ਜੇਲੀ ਜਾਂਦੇ ਸਨ, ਉਹਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਮਾਤਰੀ ਪਿਆਰ ਅਤੇ ਤਰਸ ਨਾਲ ਉਹਦਾ ਦਿਲ ਭਰ ਆਇਆ। ਜਦੋਂ ਕਾਰਖਾਨੇ ਤੋਂ ਮੁੜੀ ਤਾਂ ਉਹਨੇ ਬਾਕੀ ਦਾ ਦਿਨ ਮਾਰੀਆ ਨਾਲ ਬਿਤਾਇਆ। ਉਹ ਕੰਮ ਵਿੱਚ ਉਹਦਾ ਹੱਥ ਵਟਾਉਂਦੀ ਰਹੀ ਅਤੇ ਉਹਦੀ ਲੁਤਰ ਲੁਤਰ ਸੁਣਦੀ ਰਹੀ। ਸ਼ਾਮੀ ਦੇਰ ਨਾਲ ਉਹ ਆਪਣੇ ਠੰਡੇ ਸਖਣੇ ਉਦਾਸ ਘਰ ਪਰਤੀ। ਕਿੰਨਾ ਚਿਰ ਉਹ ਬੇਮਤਲਬ ਇੱਧਰ ਉੱਧਰ ਫਿਰਦੀ ਰਹੀ। ਚੈਨ ਆਉਂਦਾ ਨਹੀਂ ਸੀ ਅਤੇ ਉਹਨੂੰ ਔੜ ਨਹੀਂ ਸੀ ਰਿਹਾ ਕਿ ਉਹ ਕੀ ਕਰੇ। ਉਹ ਫਿਕਰਮੰਦ ਸੀ ਕਿਉਂਕਿ ਲਗਭਗ ਰਾਤ ਹੋ ਗਈ ਸੀ ਅਤੇ ਯੈਗੋਰ ਇਵਾਨੋਵਿਚ ਹਜੇ ਤੱਕ ਉਹ ਸਾਹਿਤ ਨਹੀਂ ਸੀ ਲਿਆਇਆ ਜਿਸ ਦਾ ਉਹਨੇ ਇਕਰਾਰ ਕੀਤਾ ਸੀ। ਪਤਝੜ ਦੀ ਬਰਫ਼ ਦੇ ਮੋਟੇ ਬੱਗੇ ਗੋੜੇ ਡਿੱਗ ਰਹੇ ਸਨ। ਉਹ ਸ਼ੋਪਲੇ ਜਿਹੇ ਬਾਰੀ ਦੇ ਸ਼ੀਸ਼ਿਆਂ ਨਾਲ ਚੰਬੜ ਜਾਂਦੇ, ਇੱਥੋਂ ਤੱਕ ਕਿ ਉਹ ਪਿਘਲ ਜਾਂਦੇ ਅਤੇ ਚੁੱਪਚਾਪ ਹੇਠਾਂ ਤਿਲਕ ਜਾਂਦੇ। ਆਪਣੇ ਪਿੱਛੇ ਗਿੱਲੀਆਂ ਲੀਕਾਂ ਛੱਡ ਜਾਂਦੇ। ਉਹ ਆਪਣੇ ਪੁੱਤਰ ਬਾਰੇ ਸੋਚਣ ਲੱਗ ਪਈ। ਦਰਵਾਜ਼ੇ ਉੱਤੇ ਬੜੇ ਧਿਆਨ ਨਾਲ ਠਕ ਠਕ ਹੋਈ। ਮਾਂ ਕਾਹਲੀ ਨਾਲ ਨੱਠ ਕੇ ਦਰਵਾਜ਼ੇ ਤੱਕ ਗਈ ਅਤੇ ਹੋੜਾ ਲਾਇਆ। ਸਾਸ਼ਾ ਅੰਦਰ ਆਈ। ਮਾਂ ਨੇ ਚਿਰ ਤੋਂ ਉਹਨੂੰ ਵੇਖਿਆ ਨਹੀਂ ਸੀ ਅਤੇ ਉਹਦੇ ਉੱਤੇ ਪਹਿਲਾ ਪ੍ਰਭਾਵ ਇਹ ਪਿਆ ਕਿ ਉਹ ਅਸਾਧਾਰਨ ਤੌਰ ਤੇ ਮੋਟੀ ਹੋ ਗਈ ਹੈ। ਸ਼ੁਭ ਸ਼ਾਮ, ਮਾਂ ਨੇ ਕਿਹਾ। ਉਹ ਖੁਸ਼ ਸੀ ਕਿ ਅਖੀਰ ਕੋਈ ਆਇਆ ਹੈ ਅਤੇ ਉਹ ਘੱਟੋ ਘੱਟ ਰਾਤ ਦੇ ਕੁਝ ਹਿੱਸੇ ਲਈ ਇਕੱਲੀ ਨਹੀਂ ਹੋਵੇਗੀ। ਮੈਂ ਤੈਨੂੰ ਚਿਰਾਂ ਤੋਂ ਨਹੀਂ ਵੇਖਿਆ, ਕਿਤੇ ਬਾਹਰ ਗਈ ਸੈਂ? ਨਹੀਂ, ਮੈਂ ਜੇਲ੍ਹ ਵਿੱਚ ਸਾਂ, ਕੁੜੀ ਨੇ ਮੁਸਕਰਾ ਕੇ ਜਵਾਬ ਦਿੱਤਾ। ਨਿਕੋਲਾਈ ਇਵਾਨੋਵਿਚ ਨਾਲ। ਉਹ ਯਾਦ ਨਹੀਂ? ਉਹ ਯਾਦ ਹੀ? ਹਾਂ ਜ਼ਰੂਰ, ਮਾਂ ਨੇ ਇੱਕਦਮ ਕਿਹਾ। ਯੈਗੋਰ ਇਵਾਨੋਵਿਚ ਨੇ ਮੈਨੂੰ ਕੱਲ ਦੱਸਿਆ ਕਿ ਉਹਨਾਂ ਉਹਨੂੰ ਛੱਡ ਦਿੱਤਾ ਹੈ, ਪਰ ਮੈਨੂੰ ਤੇਰੇ ਬਾਰੇ ਪਤਾ ਨਹੀਂ ਸੀ। ਮੈਨੂੰ ਕਿਸੇ ਦੱਸਿਆ ਹੀ ਨਹੀਂ ਕਿ ਤੂੰ ਵੀ ਉੱਥੇ ਸੈਂ। ਕੋਈ ਗੱਲ ਨਹੀਂ, ਲੈ ਮੈਂ ਯੈਗੋਰ ਇਵਾਨੋਵਿਚ ਦੇ ਆਉਣ ਤੋਂ ਪਹਿਲਾਂ ਕੱਪੜੇ ਬਦਲ ਲਵਾਂ, ਸਾਸ਼ਾ ਨੇ ਆਲੇ ਦੁਆਲੇ ਵੇਖਦੇ ਹੋਏ ਕਿਹਾ। ਤੂੰ ਤਾਂ ਉੱਕਾ ਹੀ ਗੜੁੱਚ ਹੋਈ ਪਈ ਐ। ਮੈਂ ਅਖਬਾਰ ਤੇ ਇਸ਼ਤਿਹਾਰ ਲਿਆਈ ਹਾਂ, ਛੇਤੀ ਕੱਢ ਛੇਤੀ ਕੱਢ, ਮਾਂ ਉਤਸੁਕਤਾ ਨਾਲ ਕੂਕੀ। ਕੁੜੀ ਨੇ ਕਾਲੀ ਕਾਲੀ ਆਪਣੇ ਕੋਟ ਦੇ ਬਟਨ ਖੋਲ੍ਹੇ ਅਤੇ ਆਪਣੀ ਦੇਹ ਨੂੰ ਛੰਡਿਆ ਅਤੇ ਕਾਗਜ਼ ਇਉਂ ਖਿੰਡਣ ਲੱਗੇ ਜਿਵੇਂ ਰੁੱਖ ਤੋਂ ਪੱਤੇ ਝੜਦੇ ਹਨ। ਮਾਂ ਉਹਨਾਂ ਨੂੰ ਚੁੱਕਦੀ ਹੋਈ ਹੱਸਦੀ ਰਹੀ। ਜਦੋਂ ਮੈਂ ਤੈਨੂੰ ਵੇਖਿਆ ਤਾਂ ਮੈਂ ਹੈਰਾਨ ਸਾਂ ਕਿ ਤੂੰ ਇੰਨੀ ਮੋਟੀ ਕਿਉਂ ਹੋ ਗਈ ਏ। ਸੋਚਿਆ ਕਿ ਤੂੰ ਵਿਆਹ ਕਰਾ ਲਿਆ ਅਤੇ ਤੇਰਾ ਪੈਰ ਭਰ ਆਏ। ਚੰਨੀ, ਤੂੰ ਤਾਂ ਕਿੰਨੇ ਸਾਰੇ ਲਿਆਈ ਏ। ਤੂੰ ਪੈਦਲ ਆਈ ਏ, ਹੈ ਨਾ? ਹਾਂ, ਸਾਸ਼ਾ ਨੇ ਕਿਹਾ। ਉਹ ਇੱਕ ਵਾਰ ਫਿਰ ਲੰਮੀ ਅਤੇ ਪਤਲੀ ਹੋ ਗਈ ਸੀ। ਮਾਂ ਨੇ ਵੇਖਿਆ ਕਿ ਉਹਦਾ ਮੂੰਹ ਕਮਜ਼ੋਰ ਹੋ ਗਿਆ ਹੈ। ਉਹਦੀਆਂ ਅੱਖਾਂ ਪਹਿਲਾਂ ਨਾਲੋਂ ਵੀ ਬਹੁਤ ਵੱਡੀਆਂ ਹੋ ਗਈਆਂ ਨੇ ਅਤੇ ਉਹਨਾਂ ਹੇਠਾਂ ਕਾਲੇ ਟੋਏ ਪੈ ਗਏ ਸਨ। ਜੇਲੋਂ ਆ ਕੇ ਤੈਨੂੰ ਜਿਹੜਾ ਆਰਾਮ ਚਾਹੀਦਾ ਉਹਦੀ ਥਾਂ ਤੂੰ ਇਹ ਕੰਮ ਕਿਉਂ ਪਈ ਕਰਦੀ ਏ? ਮਾਂ ਨੇ ਹੌਕਾ ਭਰ ਕੇ ਆਪਣਾ ਸਿਰ ਹਿਲਾ ਕੇ ਕਿਹਾ। ਇਹ ਤਾਂ ਕਰਨਾ ਹੀ ਪੈਂਦਾ, ਕੰਬਦੀ ਹੋਈ ਕੁੜੀ ਨੇ ਕਿਹਾ। ਪਾਵੇਲ ਮਿਖਾਇਲੋਵਿਚ ਦੀ ਦੱਸ, ਗ੍ਰਿਫਤਾਰੀ ਸਮੇਂ ਉਹ ਬਹੁਤ ਘਾਬਰਿਆ ਸੀ? ਇਹ ਗੱਲ ਪੁੱਛਦੇ ਹੋਏ ਸਾਸ਼ਾ ਨੇ ਮਾਂ ਵੱਲ ਨਾ ਵੇਖਿਆ। ਉਹਨੇ ਸਿਰ ਨਿਵਾ ਲਿਆ ਅਤੇ ਕੰਬਦੀਆਂ ਉਂਗਲਾਂ ਨਾਲ ਆਪਣੇ ਵਾਲ ਠੀਕ ਕਰਦੀ ਰਹੀ। ਕੋਈ ਬਹੁਤਾ ਨਹੀਂ, ਮਾਂ ਨੇ ਜਵਾਬ ਦਿੱਤਾ। ਉਹਨੇ ਆਪਣਾ ਭੇਤ ਤਾਂ ਨਿਕਲਣ ਨਹੀਂ ਸੀ ਦੇਣਾ। ਉਹ ਤਕੜਾ ਏ? ਕੁੜੀ ਨੇ ਪੋਲੇ ਜਿਹੇ ਪੁੱਛਿਆ। ਸਾਰੀ ਉਮਰ ਵਿੱਚ ਇੱਕ ਦਿਨ ਵੀ ਬਿਮਾਰ ਨਹੀਂ ਹੋਇਆ, ਮਾਂ ਨੇ ਜਵਾਬ ਦਿੱਤਾ। ਪਰ ਤੂੰ ਤਾਂ ਕੰਬੀ ਹੀ ਜਾਨੀ ਏ। ਲੈ ਮੈਂ ਤੈਨੂੰ ਰਸ ਭਰੀਆਂ ਦੇ ਮੁਰੱਬੇ ਨਾਲ ਚਾਹ ਦੇਂਦੀ ਵਾਂ। ਇਹ ਤਾਂ ਬਹੁਤ ਸੋਹਣੀ ਗੱਲ ਹੋਵੇਗੀ। ਬਸ ਤੁਹਾਨੂੰ ਔਖ ਹੋਵੇਗਾ, ਬਹੁਤ ਦੇਰ ਹੋ ਗਈ ਹੈ, ਮੈਂ ਆਪੇ ਬਣਾ ਲੈਂਦੀ ਵਾਂ। ਇੰਨੀ ਥੱਕੀ ਹੋਈ ਵੀ? ਮਾਂ ਨੇ ਸਾਮਾਵਰ ਪਕਾਉਣਾ ਸ਼ੁਰੂ ਕਰਦੇ ਹੋਏ ਝਿੜਕਦੇ ਢੰਗ ਨਾਲ ਕਿਹਾ। ਸਾਸ਼ਾ ਵੀ ਰਸੋਈ ਵਿੱਚ ਆ ਗਈ ਅਤੇ ਬੈਂਚ ਉੱਤੇ ਬਹਿ ਗਈ। ਉਹਦੇ ਹੱਥ ਉਹਦੇ ਸਿਰ ਦੇ ਪਿੱਛੇ ਸਨ। ਜੇਲ੍ਹ ਅਖੀਰ ਬੰਦੇ ਦਾ ਸਾਹ ਸੁੱਤ ਕੱਢ ਲੈਂਦੀ ਏ, ਸਾਸ਼ਾ ਨੇ ਕਿਹਾ। ਉਹ ਚੰਦਰਾ ਵਿਹਲ, ਉਸ ਤੋਂ ਮਾੜਾ ਕੁਝ ਵੀ ਨਹੀਂ ਹੋ ਸਕਦਾ। ਕਿਸੇ ਜਾਨਵਰ ਵਾਂਗ ਪਿੰਜਰੇ ਵਿੱਚ ਡੱਕੇ ਰਹਿਣਾ, ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਕਰਨ ਲਈ ਕਿੰਨਾ ਕੰਮ ਪਿਆ। ਤੁਹਾਨੂੰ ਇਸ ਸਭ ਕੁਝ ਦਾ ਸਿਲਾ ਕੌਣ ਕਦੀ ਦੇਵੇਗਾ? ਮਾਂ ਨੇ ਪੁੱਛਿਆ। ਫਿਰ ਹੌਂਕਾ ਲੈ ਕੇ ਉਹਨੇ ਆਪ ਹੀ ਜਵਾਬ ਦਿੱਤਾ, ਰੱਬ ਤੋਂ ਬਿਨਾਂ ਕੋਈ ਨਹੀਂ।
ਪਰ ਮੇਰਾ ਖਿਆਲ ਹੈ ਤੂੰ ਰੱਬ ਨੂੰ ਮੰਨਦੀ ਨਹੀਂ। ਨਹੀਂ, ਕੁੜੀ ਨੇ ਆਪਣਾ ਸਿਰ ਹਿਲਾ ਕੇ ਸੰਕੇਤ ਜਿਹਾ ਜਵਾਬ ਦਿੱਤਾ। ਇਹ ਕਿਵੇਂ ਹੋ ਸਕਦਾ ਹੈ? ਮਾਂ ਨੇ ਜਜ਼ਬਾਤੀ ਢੰਗ ਨਾਲ ਆਪਣੇ ਉਤੇਰਨ ਨਾਲ ਆਪਣੀਆਂ ਉਂਗਲਾਂ ਤੋਂ ਕੋਲੇ ਦਾ ਚੂਰਾ ਝਾੜਦੇ ਹੋਏ ਕਿਹਾ ਤੇ ਡੂੰਘੇ ਨਿਸ਼ਚੇ ਨਾਲ ਵਾਅਦਾ ਕੀਤਾ। ਤੈਨੂੰ ਆਪਣੇ ਨਿਸ਼ਚੇ ਦੀ ਸਮਝ ਨਹੀਂ। ਜੇ ਤੂੰ ਰੱਬ ਨੂੰ ਨਹੀਂ ਮੰਨਦੀ ਤਾਂ ਤੂੰ ਅਜਿਹੀ ਜ਼ਿੰਦਗੀ ਕਿਵੇਂ ਜਿਉ ਸਕਦੀ ਹੈ? ਅਚਾਨਕ ਕਿਸੇ ਨੇ ਡਿਓਢੀ ਵਿੱਚ ਹੌਲੇ ਜਿਹੇ ਬੁੜਬੁੜ ਕਰਦਿਆਂ ਪੈਰ ਪਟਕੇ। ਮਾਂ ਤਰਬਕ ਗਈ ਅਤੇ ਕੁੜੀ ਕਾਲੀ ਕਾਲੀ ਖੜੀ ਹੋ ਗਈ। ਬੂਹਾ ਨਾ ਖੋਲ, ਉਹਨੇ ਕਾਲੀ ਕਾਲੀ ਕਿਹਾ। ਜੇ ਜੈਨ ਧਰਮ ਹੋਏ ਤਾਂ ਤੂੰ ਨਹੀਂ ਜਾਣਦੀ ਮੈਂ ਕੌਣ ਵਾਂ। ਮੈਂ ਹਨੇਰੇ ਵਿੱਚ ਸਬੱਬੀ ਗਲਤ ਘਰ ਆ ਗਈ ਤੇ ਮੁਹਾਟ ਕੋਲ ਬੇਹੋਸ਼ ਹੋ ਗਈ। ਤੂੰ ਮੇਰੇ ਕੱਪੜੇ ਲਾਹੇ ਤੇ ਵਿੱਚੋਂ ਇਹ ਇਸ਼ਤਿਹਾਰ ਨਿਕਲੇ, ਸਮਝੀਏ? ਵਿਚਾਰੀ ਲਾਡੋ, ਮੈਂ ਇਹ ਗੱਲ ਕਿਉਂ ਆਖਾਂ? ਮਾਂ ਨੇ ਪੁੱਛਿਆ। ਉਹ ਬਹੁਤ ਪ੍ਰਭਾਵਿਤ ਹੋਈ ਸੀ। ਜਰਾ ਠਹਿਰ, ਸਾਸ਼ਾ ਨੇ ਦਰਵਾਜ਼ੇ ਕੋਲ ਧਿਆਨ ਨਾਲ ਬਿੜਕ ਲੈਂਦੇ ਹੋਏ ਕਿਹਾ। ਹੋ ਸਕਦਾ ਇਹ ਯੈਗੋਰ ਹੋਵੇ। ਇਹ ਯੈਗੋਰ ਹੀ ਸੀ, ਕੜੁੱਚ ਹੋਇਆ ਤੇ ਥਕਾਵਟ ਨਾਲ ਹੰਭਿਆ ਹੋਇਆ। ਤੁਸਾਂ ਸਾਮਾਵਰ ਭਖਾ ਲਿਆ। ਸਾਮਾਵਰ ਤੋਂ ਵੱਧ ਖੁਸ਼ੀ ਦੇਣ ਵਾਲੀ ਕੋਈ ਸ਼ੈ ਨਹੀਂ ਹੁੰਦੀ। ਮਾਂ, ਤੂੰ ਪਹਿਲਾਂ ਹੀ ਅੱਪੜ ਗਈ ਏ। ਸਾਸ਼ਾ, ਉਹ ਹੌਲੀ ਹੌਲੀ ਆਪਣਾ ਓਵਰਕੋਟ ਲਾਹੁੰਦਾ ਹੋਇਆ ਲਗਾਤਾਰ ਬੋਲੀ ਗਿਆ, ਰਸੋਈ ਨੂੰ ਆਪਣੇ ਭਰੜਾਏ ਸਾਹਾਂ ਦੀ ਆਵਾਜ਼ ਨਾਲ ਭਰਦਾ। ਹਾਕਮਾਂ ਨੂੰ ਇਹ ਨਿੱਕੀ ਜਿਹੀ ਨਾਜੋ ਪਸੰਦ ਨਹੀਂ। ਮਾਂ, ਜਦੋਂ ਜੇਲ੍ਹ ਦੇ ਦਰੋਗੇ ਨੇ ਇਹਦੀ ਬੇਇੱਜ਼ਤੀ ਕੀਤੀ ਤਾਂ ਇਹਨੇ ਉਦੋਂ ਤੱਕ ਭੁੱਖ ਹੜਤਾਲ ਕਰ ਦਿੱਤੀ ਜਦੋਂ ਤੱਕ ਉਹਨੇ ਮਾਫੀ ਨਾ ਮੰਗੀ। 8 ਦਿਨ ਇਹਨੇ ਕੁਝ ਨਾ ਖਾਧਾ ਤੇ ਸੋ ਇਹ ਮਰ ਹੀ ਚੱਲੀ ਸੀ। ਕੀ ਖਿਆਲ ਹੈ ਤੁਹਾਡਾ ਇਹਦੇ ਬਾਰੇ? ਕਦੀ ਮੇਰੀ ਜਿਹੀ ਗੋਗੜ ਵੇਖੀ ਹੈ? ਦੂਜੇ ਕਮਰੇ ਵਿੱਚ ਜਾਂਦਿਆਂ ਉਹਨੇ ਆਪਣੀ ਕੋਝੀ ਢਿਲਕਦੀ ਗੋਗੜ ਨੂੰ ਆਪਣੇ ਨਿੱਕੇ ਹੱਥਾਂ ਨਾਲ ਫੜੀ ਰੱਖਿਆ। ਜਦੋਂ ਉਹਨੇ ਆਪਣੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਵੀ ਉਹ ਬੋਲੀ ਜਾ ਰਿਹਾ ਸੀ। ਤੂੰ ਸੱਚਮੁੱਚ 8 ਦਿਨ ਕੁਝ ਨਾ ਖਾਧਾ? ਮਾਂ ਨੇ ਹੈਰਾਨੀ ਨਾਲ ਪੁੱਛਿਆ। ਉਹਦੇ ਤੋਂ ਮਾਫੀ ਮੰਗਾਉਣ ਲਈ ਮੈਂ ਕੁਝ ਤਾਂ ਕਰਨਾ ਸੀ, ਸਾਸ਼ਾ ਨੇ ਜਵਾਬ ਦਿੱਤਾ। ਉਹ ਠੰਡ ਕਾਰਨ ਹਜੇ ਵੀ ਕੰਬ ਰਹੀ ਸੀ। ਮਾਂ ਨੂੰ ਕੁੜੀ ਦੀ ਕਰੜਾਈ ਅਤੇ ਅਡੋਲਤਾ ਵਿੱਚ ਗਿੱਲੇ ਦੀ ਰੁਮਕ ਜਾਪੀ। ਕਿਹੋ ਜਿਹੀ ਕੁੜੀ ਏ? ਉਹਨੇ ਸੋਚਿਆ ਤੇ ਉੱਚੀ ਆਵਾਜ਼ ਵਿੱਚ ਕਿਹਾ। ਜੇ ਤੂੰ ਮਰ ਜਾਂਦੀ। ਹੋਰ ਕੋਈ ਰਾਹ ਵੀ ਤਾਂ ਨਹੀਂ ਸੀ, ਕੁੜੀ ਨੇ ਹੌਲੇ ਜਿਹੇ ਕਿਹਾ। ਪਰ ਉਹਨੇ ਮਾਫੀ ਮੰਗ ਲਈ। ਤੁਸੀਂ ਹੋਰਨਾਂ ਨੂੰ ਆਪਣੇ ਉੱਤੇ ਕਾਠੀ ਨਹੀਂ ਪਾਉਣ ਦੇ ਸਕਦੇ। ਮਾਂ ਨੇ ਹੌਲੀ ਹੌਲੀ ਕਿਹਾ। ਮਰਦ ਤਾਂ ਬਸ ਇਹੋ ਕੁਝ ਕਰਦੇ ਨੇ। ਸਾਡੀ ਸਾਰੀ ਉਮਰ ਜਨਾਨੀਆਂ ਉੱਤੇ ਕਾਠੀ ਪਾਈ ਰੱਖਦੇ ਨੇ। ਸੋ ਮੈਂ ਆਪਣਾ ਭਾਰ ਹੌਲਾ ਕਰ ਲਿਆ। ਯੈਗੋਰ ਨੇ ਬੂਹਾ ਖੋਲਦੇ ਹੋਏ ਕਿਹਾ। ਸਾਮਾਵਰ ਤਿਆਰ ਹੈ, ਲਿਆਓ, ਮੈਂ ਇਹਨੂੰ ਅੰਦਰ ਲੈ ਜਾਵਾਂ। ਉਹ ਸਾਮਾਵਰ ਅੰਦਰ ਲੈ ਗਿਆ। ਜਿਹਾ ਕਰਦੇ ਹੋਏ ਉਹਨੇ ਕਿਹਾ, ਮੇਰਾ ਆਪਣਾ ਪਿਆਰਾ ਅੱਬਾ ਰੋਜ਼ ਘੱਟੋ ਘੱਟ ਚਾਹ ਦੇ 20 ਗਲਾਸ ਪੀਆ ਕਰਦਾ ਸੀ ਅਤੇ ਇਸੇ ਸਦਕਾ ਉਹ ਚੰਗੀ ਸਿਹਤ ਵਿੱਚ 73 ਦੀ ਪੱਕੀ ਉਮਰ ਤੱਕ ਜਿਉਂਦਾ ਰਿਹਾ। 8 ਪੂੰਡ ਭਾਰਾ ਸੀ ਉਹ ਤੇ ਵੋਸ ਕਰੇ ਸੈਸਕੋਏ ਦੇ ਪਿੰਡ ਵਿੱਚ ਡੀਕਨ ਸੀ। ਤੂੰ ਅੱਬਾ ਇਵਾਨ ਦਾ ਪੁੱਤਰ ਹੈ? ਮਾਂ ਨੇ ਅਚਾਨਕ ਪੁੱਛਿਆ। ਹਾਂ, ਤੇ ਤੂੰ ਮੇਰੇ ਸਤਿਕਾਰੇ ਪਿਤਾ ਨੂੰ ਜਾਣਦੀ ਹੈ? ਮੈਂ ਵੀ ਵੋਸ ਕਰੇ ਸੈਸਕੋਏ ਤੋਂ ਹਾਂ। ਮੇਰੇ ਵਤਨੀ ਪਿੰਡ ਤੋਂ? ਤੂੰ ਕਿਸ ਦੀ ਧੀ ਏ? ਤੁਹਾਡੇ ਗੁਆਂਢੀਆਂ ਦੀ, ਸੈਰੇਗਿਨਾਂ ਦੀ, ਲੰਗੇ ਨਿਲ ਦੀ ਧੀ? ਲਓ, ਮੈਂ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ। ਪਤਾ ਨਹੀਂ ਉਹਨੇ ਕਿੰਨੀ ਵਾਰ ਮੇਰੇ ਕੰਨ ਪੁੱਟੇ ਹੋਣੇ ਨੇ। ਉਹ ਇੱਕ ਦੂਜੇ ਦੇ ਸਾਹਮਣੇ ਖੜੇ ਸਨ, ਹੱਸਦੇ ਅਤੇ 1000 ਸਵਾਲ ਪੁੱਛਦੇ। ਚਾਹ ਬਣਾਉਂਦੀ ਸਾਸ਼ਾ ਮੁਸਕਰਾ ਰਹੀ ਸੀ। ਗਲਾਸਾਂ ਦੀ ਖੜਖੜ ਮਾਂ ਨੂੰ ਆਪਣੇ ਆਲੇ ਦੁਆਲੇ ਵੱਲ ਮੋੜ ਲਿਆਈ। ਉਹ ਮਾਫ ਕਰੀ, ਮੈਨੂੰ ਤਾਂ ਸਭ ਕੁਝ ਭੁਲਾ ਗਿਆ। ਆਪਣੇ ਪਿੰਡ ਦੇ ਕਿਸੇ ਜਣੇ ਨੂੰ ਮਿਲਣਾ ਕਿੰਨਾ ਚੰਗਾ ਹੁੰਦਾ ਹੈ। ਮਾਫੀ ਤਾਂ ਮੈਨੂੰ ਮੰਗਣੀ ਚਾਹੀਦੀ, ਆਪੇ ਚੌਧਰਾਣੀ ਬਣਦੀ, ਪਰ 11 ਵੱਜ ਗਏ ਨੇ ਤੇ ਮੈਂ ਬਹੁਤ ਦੂਰ ਜਾਣਾ। ਤੂੰ ਕਿੱਥੇ ਚੱਲੀ ਏ? ਸ਼ਹਿਰ? ਮਾਂ ਨੇ ਹੈਰਾਨੀ ਨਾਲ ਪੁੱਛਿਆ। ਹਾਂ, ਪਰ ਕੀ ਲੋੜ ਹੈ? ਹਨੇਰਾ ਏ ਤੇ ਸਿਰ ਤੇ ਤੂੰ ਇੰਨੀ ਥੱਕੀ ਹੋਈ ਏ। ਰਾਤ ਇੱਥੇ ਹੀ ਕੱਟ ਲੈ। ਯੈਗੋਰ ਇਵਾਨੋਵਿਚ ਰਸੋਈ ਵਿੱਚ ਸੌਂ ਜਾਵੇਗਾ ਤੇ ਤੂੰ ਤੇ ਮੈਂ ਅੰਦਰ। ਇੱਥੇ ਨਹੀਂ, ਮੈਂ ਜ਼ਰੂਰ ਜਾਣਾ, ਕੁੜੀ ਨੇ ਸਾਦਗੀ ਨਾਲ ਕਿਹਾ। ਮੰਦੇ ਭਾਗੀ ਇਸ ਮੁਟਿਆਰ ਨੂੰ ਜਾਣਾ ਹੀ ਪੈਣਾ। ਇੱਥੇ ਲੋਕ ਉਹਨੂੰ ਜਾਣਦੇ ਨੇ ਤੇ ਇਹ ਜ਼ਰੂਰੀ ਹੈ ਕਿ ਕੱਲ ਉਹ ਇੱਥੇ ਸੜਕ ਉੱਤੇ ਨਾ ਦਿਸੇ, ਯੈਗੋਰ ਨੇ ਕਿਹਾ। ਪਰ ਉਹ ਕਿਵੇਂ ਜਾ ਸਕਦੀ ਹੈ ਕੱਲੀ ਮੁਕੱਲੀ? ਕੱਲੀ ਮੁਕੱਲੀ? ਯੈਗੋਰ ਨੇ ਨਿੱਕੀ ਜਿਹੀ ਹਾਸੀ ਹੱਸ ਕੇ ਕਿਹਾ। ਕੁੜੀ ਨੇ ਆਪਣੇ ਲਈ ਗਲਾਸ ਵਿੱਚ ਚਾਹ ਪਾਈ, ਕਾਲੀ ਡਬਲ ਰੋਟੀ ਦੇ ਇੱਕ ਟੋਟੇ ਉੱਤੇ ਲੂਣ ਲਾਇਆ ਅਤੇ ਮਾਂ ਵੱਲ ਸੋਚ ਨਾਲ ਵੇਖਦੀ ਹੋਈ ਖਾਣ ਲੱਗ ਪਈ। ਤੁਸੀਂ ਅਜਿਹਾ ਕਿਵੇਂ ਕਰਦੀਆਂ ਹੋ, ਤੂੰ ਤੇ ਨਿਤਾਸ਼ਾ? ਮੈਂ ਤਾਂ ਕਦੀ ਨਾ ਜਾ ਸਕਾਂ, ਮੈਨੂੰ ਤਾਂ ਡਰ ਲੱਗੇ, ਪੈਲਾਗੀਆ ਨੇ ਕਿਹਾ। ਤੇ ਉਹ ਵੀ ਡਰਦੀ ਹੈ, ਯੈਗੋਰ ਨੇ ਕਿਹਾ। ਡਰਦੀ ਹੈ ਨਾ ਸਾਸ਼ਾ?
ਜ਼ਰੂਰ ਡਰਦੀ ਆਂ, ਕੁੜੀ ਨੇ ਜਵਾਬ ਦਿੱਤਾ। ਮਾਂ ਨੇ ਉਹਦੇ ਤੇ ਯੈਗੋਰ ਵੱਲ ਵੇਖਿਆ। ਤੁਸੀਂ ਲੋਕ ਕਿੰਨੇ ਕਿੰਨੇ ਕਰੜੇ ਹੋ, ਉਹ ਕੂਕੀ। ਜਦੋਂ ਉਹਨੇ ਚਾਹ ਮੁਕਾ ਲਈ ਤਾਂ ਸਾਸ਼ਾ ਨੇ ਚੁੱਪਚਾਪ ਯੈਗੋਰ ਨਾਲ ਹੱਥ ਮਿਲਾਇਆ ਤੇ ਰਸੋਈ ਵਿੱਚ ਚਲੀ ਗਈ। ਮਾਂ ਉਹਨੂੰ ਵਿਦਿਆ ਕਰਨ ਲਈ ਉਹਦੇ ਪਿੱਛੇ ਪਿੱਛੇ ਗਈ। ਪਾਵੇਲ ਮਿਖਾਇਲੋਵਿਚ ਨੂੰ ਮਿਲੇ ਤਾਂ ਉਹਨੂੰ ਮੇਰਾ ਸਲਾਮ ਦਈ, ਸਾਸ਼ਾ ਨੇ ਕਿਹਾ। ਭੁੱਲੀ ਨਾ। ਦਰਵਾਜ਼ੇ ਦੀ ਹੱਥੀ ਉੱਤੇ ਹੱਥ ਰੱਖ ਕੇ ਉਹ ਅਚਾਨਕ ਮੁੜੀ। ਮੈਂ ਤੈਨੂੰ ਚੁੰਮ ਲਵਾਂ, ਉਹਨੇ ਕਿਹਾ। ਮਾਂ ਨੇ ਚੁੱਪਚਾਪ ਉਹਨੂੰ ਕਲਾਵੇ ਵਿੱਚ ਲੈ ਲਿਆ ਅਤੇ ਨਿੱਘ ਨਾਲ ਚੁੰਮਿਆ। ਮਿਹਰਬਾਨੀ, ਕੁੜੀ ਨੇ ਕਿਹਾ ਅਤੇ ਸਿਰ ਹਿਲਾ ਕੇ ਉੱਥੋਂ ਚਲੀ ਗਈ। ਜਦੋਂ ਮਾਂ ਕਮਰੇ ਵਿੱਚ ਆਈ ਤਾਂ ਉਹਨੇ ਫਿਕਰ ਨਾਲ ਬਾਰੀ ਵਿੱਚੋਂ ਬਾਹਰ ਵੇਖਿਆ। ਹਨੇਰੇ ਵਿੱਚ ਬਰਫ਼ ਦੇ ਗਿੱਲੇ ਗੋਲੇ ਡਿੱਗ ਰਹੇ ਸਨ। ਪਰ ਜਰੋਵਾਂ ਦਾ ਚੇਤਾ ਹੀ? ਯੈਗੋਰ ਨੇ ਪੁੱਛਿਆ। ਉਹ ਲੱਤਾਂ ਪਸਾਰ ਕੇ ਚਾਹ ਨੂੰ ਜ਼ੋਰ-ਜ਼ੋਰ ਦੀ ਫੂਕਾਂ ਮਾਰਦਾ ਬੈਠਾ ਸੀ। ਉਹਦਾ ਮੂੰਹ ਲਾਲ ਅਤੇ ਗਿੱਲਾ ਅਤੇ ਸੰਤੁਸ਼ਟ ਸੀ। ਹਾਂ, ਚੇਤਾ ਏ, ਮਾਂ ਨੇ ਇੱਕ ਪਾਸਿਓਂ ਮੇਜ਼ ਵੱਲ ਵਧਦੇ ਹੋਏ ਸੋਚਦੇ ਹੋਏ ਕਿਹਾ। ਉਹ ਬਹਿ ਗਈ ਅਤੇ ਅਫ਼ਸੋਸ ਨਾਲ ਯੈਗੋਰ ਵੱਲ ਵੇਖਿਆ ਤੇ ਹੌਲੀ-ਹੌਲੀ ਲਮਕਾ ਕੇ ਕਿਹਾ, ਇਹ ਸਾਸ਼ਾ, ਉਹ ਸ਼ਹਿਰ ਕਿਵੇਂ ਅੱਪੜੇਗੀ? ਉਹ ਥੱਕ ਜਾਵੇਗੀ, ਯੈਗੋਰ ਨੇ ਮੰਨਿਆ। ਜੇਲ੍ਹ ਵਿੱਚ ਰਹਿ ਕੇ ਉਹਦਾ ਕੋਈ ਭਲਾ ਨਹੀਂ ਹੋਇਆ। ਪਹਿਲਾਂ ਕੁੜੀ ਵਧੇਰੇ ਤਕੜੀ ਹੁੰਦੀ ਸੀ, ਨਾਲੇ ਉਹਦੀ ਪਾਲਣਾ ਬੜੇ ਸੁੱਖ ਆਰਾਮ ਵਿੱਚ ਹੋਈ ਹੈ। ਜਾਪਦਾ ਉਹਦੇ ਫੇਫੜਿਆਂ ਵਿੱਚ ਪਹਿਲਾਂ ਹੀ ਦਾਗ ਏ। ਉਹ ਕੌਣ ਹੈ? ਮਾਂ ਨੇ ਹੌਲੀ ਜਿਹੇ ਪੁੱਛਿਆ। ਇੱਕ ਪੇਂਡੂ ਰਈਸ ਦੀ ਧੀ ਹੈ। ਉਹਦੇ ਕਹਿਣ ਮੁਤਾਬਕ ਉਹਦਾ ਪਿਓ ਨਿਰਾ ਪੂਰਾ ਸੂਰ ਹੈ। ਪਤਾ ਹੀ ਮਾਂ, ਉਹ ਵਿਆਹ ਕਰਨਾ ਚਾਹੁੰਦੇ ਸਨ। ਕੌਣ? ਉਹ ਤੇ ਪਾਵੇਲ। ਪਰ ਜਿਵੇਂ ਤੂੰ ਵੇਖਦੀ ਪਈ ਏ, ਗੱਲ ਬਣਦੀ ਨਹੀਂ। ਜਦੋਂ ਉਹ ਬਾਹਰ ਹੁੰਦਾ ਇਹ ਜੇਲ੍ਹ ਵਿੱਚ ਹੁੰਦੀ ਹੈ ਤੇ ਜਦੋਂ ਇਹ ਬਾਹਰ ਹੁੰਦੀ ਹੈ ਉਹ ਅੰਦਰ ਹੁੰਦਾ। ਮੈਨੂੰ ਤਾਂ ਪਤਾ ਨਹੀਂ ਸੀ, ਮਾਂ ਨੇ ਥੋੜੀ ਦੇਰ ਪਿੱਛੋਂ ਕਿਹਾ। ਪਾਵੇਲ ਆਪਣੇ ਬਾਰੇ ਗੱਲ ਹੀ ਨਹੀਂ ਕਰਦਾ। ਹੁਣ ਉਹਨੂੰ ਕੁੜੀ ਉੱਤੇ ਹੋਰ ਵੀ ਤਰਸ ਆਉਣ ਲੱਗ ਪਿਆ ਤੇ ਉਹ ਆਪ ਮੁਹਾਰੀ ਨਾਰਾਜ਼ਗੀ ਨਾਲ ਆਪਣੇ ਮਹਿਮਾਨ ਵੱਲ ਮੁੜੀ। ਤੂੰ ਉਹਨੂੰ ਘਰ ਛੱਡਣ ਕਿਉਂ ਨਹੀਂ ਗਿਆ? ਮੈਂ ਨਹੀਂ ਜਾ ਸਕਦਾ, ਉਹਨੇ ਠਰੰਮੇ ਨਾਲ ਜਵਾਬ ਦਿੱਤਾ। ਮੈਂ ਇੱਥੇ ਬਸਤੀ ਵਿੱਚ ਬਹੁਤ ਕੰਮ ਕਰਨੇ ਨੇ। ਸਵੇਰ ਤੋਂ ਮੈਂ ਇੱਕ ਘਰ ਤੋਂ ਦੂਜੇ ਜਾਣਾ ਅਤੇ ਮੇਰੇ ਜਿਹੇ ਸਾਹ ਦੀ ਬਿਮਾਰੀ ਵਾਲੇ ਬੰਦੇ ਲਈ ਇਹ ਕੰਮ ਸੌਖਾ ਨਹੀਂ। ਉਹ ਬੜੀ ਚੰਗੀ ਕੁੜੀ ਏ, ਮਾਂ ਨੇ ਅਸਪਸ਼ਟ ਢੰਗ ਨਾਲ ਕਿਹਾ। ਉਹ ਬੜੀ ਚੰਗੀ ਕੁੜੀ ਏ, ਮਾਂ ਨੇ ਅਸਪਸ਼ਟ ਢੰਗ ਨਾਲ ਕਿਹਾ। ਉਹਦਾ ਮਨ ਉਸ ਗੱਲ ਬਾਰੇ ਸੋਚ ਰਿਹਾ ਸੀ ਜਿਹੜੀ ਯੈਗੋਰ ਨੇ ਉਹਨੂੰ ਹੁਣੇ-ਹੁਣੇ ਦੱਸੀ ਸੀ। ਉਹਨੂੰ ਇਹ ਸੋਚ ਕੇ ਦੁੱਖ ਹੋਇਆ ਸੀ ਕਿ ਉਹਨੂੰ ਇਸ ਗੱਲ ਦਾ ਪਤਾ ਆਪਣੇ ਪੁੱਤਰ ਦੀ ਥਾਂ ਕਿਸੇ ਉੱਪਰੇ ਬੰਦੇ ਤੋਂ ਲੱਗਾ ਅਤੇ ਇਸੇ ਲਈ ਉਹ ਘੂਰੀ ਵੱਟ ਰਹੀ ਸੀ ਤੇ ਆਪਣੇ ਬੁੱਲ ਟੁੱਕ ਰਹੀ ਸੀ। ਹਾਂ, ਉਹ ਹੈ ਹੀ, ਯੈਗੋਰ ਨੇ ਹਾਮੀ ਭਰੀ। ਮੈਂ ਵੇਖ ਰਿਹਾ ਤੈਨੂੰ ਉਹਦੇ ਉੱਤੇ ਤਰਸ ਆਉਂਦਾ। ਇਹਦਾ ਕੋਈ ਫਾਇਦਾ ਨਹੀਂ। ਜੇ ਤੂੰ ਸਾਡੇ ਸਾਰੇ ਬਾਗੀਆਂ ਉੱਤੇ ਰਹਿਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੇਰਾ ਦਿਲ ਫਟ ਜਾਵੇਗਾ। ਜੇ ਸੱਚ ਦਸੀਏ ਤਾਂ ਸਾਡੇ ਵਿੱਚੋਂ ਕਿਸੇ ਦੀ ਜ਼ਿੰਦਗੀ ਸੌਖੀ ਨਹੀਂ। ਸਾਡਾ ਇੱਕ ਸਾਥੀ ਹੁਣੇ-ਹੁਣੇ ਜਲਾਵਤਨੀ ਤੋਂ ਮੁੜਿਆ। ਜਦੋਂ ਉਹ ਨਿਜਨੀ ਨੋਵਗੋਰੋਦ ਅੱਪੜਿਆ ਤਾਂ ਉਹਦੀ ਪਤਨੀ ਤੇ ਬੱਚਾ ਸਮੋਲੇਸਕ ਵਿਖੇ ਉਹਦੀ ਉਡੀਕ ਕਰ ਰਹੇ ਸਨ, ਪਰ ਜਦੋਂ ਉਹ ਸਮੋਲੇਸਕ ਅੱਪੜਿਆ ਤਾਂ ਉਹ ਪਹਿਲਾਂ ਹੀ ਮਾਸਕੋ ਵਿਖੇ ਜੇਲ੍ਹ ਵਿੱਚ ਸਨ। ਹੁਣ ਉਹਦੀ ਪਤਨੀ ਦੀ ਸਾਇਬੇਰੀਆ ਜਾਣ ਦੀ ਵਾਰੀ ਹੈ। ਮੇਰੀ ਵੀ ਪਤਨੀ ਹੁੰਦੀ ਸੀ, ਬੜੀ ਸ਼ਾਨਦਾਰ ਔਰਤ। ਅਜਿਹੀ ਜ਼ਿੰਦਗੀ ਦੇ 5 ਵਰ੍ਹਿਆਂ ਨੇ ਉਹਨੂੰ ਕਬਰ ਵਿੱਚ ਲਿਟਾ ਦਿੱਤਾ। ਉਹਨੇ ਡੀਕ ਲਾ ਕੇ ਚਾਹ ਪੀ ਲਈ ਤੇ ਆਪਣੀ ਕਹਾਣੀ ਜਾਰੀ ਰੱਖੀ। ਉਹਨੇ ਉਹਨੂੰ ਆਪਣੀਆਂ ਵਰ੍ਹਿਆਂ ਅਤੇ ਮਹੀਨਿਆਂ ਦੀਆਂ ਜੇਲ੍ਹਾਂ ਅਤੇ ਆਪਣੀ ਜਲਾਵਤਨੀ ਬਾਰੇ ਦੱਸਿਆ। ਉਹਨੇ ਉਹਨੂੰ ਆਪਣੀਆਂ ਵੱਖ-ਵੱਖ ਬਦਕਿਸਮਤੀਆਂ ਬਾਰੇ ਦੱਸਿਆ, ਜੇਲ੍ਹ ਵਿੱਚ ਪਈਆਂ ਮਾਰਾਂ ਬਾਰੇ, ਸਾਇਬੇਰੀਆ ਵਿੱਚ ਭੁੱਖੇ ਮਰਨ ਬਾਰੇ। ਮਾਂ ਉਹਦੇ ਵੱਲ ਵੇਖਦੀ ਰਹੀ ਅਤੇ ਉਸ ਸ਼ਾਂਤ ਸਾਦਗੀ ਉੱਤੇ ਹੈਰਾਨ ਹੋ ਰਹੀ ਸੀ ਜਿਸ ਨਾਲ ਉਹ ਇੰਨੇ ਦੁੱਖਾਂ ਅਤੇ ਤਸੀਹਿਆਂ ਨਾਲ ਭਰੀ ਜ਼ਿੰਦਗੀ ਦੀ ਕਹਾਣੀ ਸੁਣਾ ਰਿਹਾ ਸੀ। ਪਰ ਆਓ ਕੰਮ ਦੀ ਗੱਲ ਕਰੀਏ। ਉਹਦੀ ਸੁਰ ਤਬਦੀਲ ਹੋ ਗਈ ਅਤੇ ਮੂੰਹ ਵਧੇਰੇ ਗੰਭੀਰ ਹੋ ਗਿਆ। ਉਹ ਉਸ ਤੋਂ ਪੁੱਛਣ ਲੱਗ ਪਿਆ ਕਿ ਉਹ ਕਿਵੇਂ ਸਾਹਿਤ ਕਾਰਖਾਨੇ ਵਿੱਚ ਲਿਜਾਵੇਗੀ ਅਤੇ ਮਾਂ ਵਿਸਥਾਰਾਂ ਦੇ ਉਹਦੇ ਸੂਖਮ ਗਿਆਨ ਤੇ ਹੈਰਾਨ ਰਹਿ ਗਈ। ਜਦੋਂ ਇਸ ਵਿਸ਼ੇ ਉੱਤੇ ਕੰਮ ਕਰਨ ਲਈ ਕੋਈ ਗੱਲ ਨਾ ਰਹੀ ਤਾਂ ਉਹ ਫਿਰ ਆਪਣੇ ਵਤਨੀ ਪਿੰਡ ਬਾਰੇ ਗੱਲਾਂ ਕਰਨ ਲੱਗ ਪਏ। ਉਹਦੀ ਆਵਾਜ਼ ਮਖੌਲੀਆ ਸੀ, ਪਰ ਮਾਂ ਸੋਚਦੀ ਹੋਈ ਆਪਣੇ ਬੀਤੇ ਵਿੱਚ ਟੱਕਰਾਂ ਮਾਰਦੀ ਰਹੀ। ਉਹਨੂੰ ਜਾਪਦਾ ਸੀ ਕਿ ਇਹ ਇੱਕ ਜੁਲਨ ਵਾਂਗ ਹੈ ਜਿਸ ਵਿੱਚ ਇੱਥੇ ਉੱਥੇ ਅਕਾਊ ਟਿੱਬੇ ਹਨ ਅਤੇ ਜਿੱਥੇ ਟਿੱਬਿਆਂ ਵਿੱਚ ਗੁਆਚੇ ਇੱਕ ਪਤਲਾ ਕੰਮਦਾ ਐਸਪਨ, ਕੇਲੇ ਦਾ ਇੱਕ ਨਿੱਕਾ ਜਿਹਾ ਰੁੱਖ ਅਤੇ ਚਿੱਟੇ ਬਰਚੇ ਦੇ ਰੁੱਖ ਉੱਗੇ ਹੋਏ ਸਨ। ਬਰਚੇ ਹੌਲੀ-ਹੌਲੀ ਉਗਦੇ ਅਤੇ ਸੜਾਂਦ ਮਾਰਦੀ ਭੋਂ ਵਿੱਚ 5 ਵਰ੍ਹਿਆਂ ਪਿੱਛੋਂ ਡਿੱਗਦੇ ਤੇ ਗਲ ਸੜ ਜਾਂਦੇ। ਉਹਨਾਂ ਵਿੱਚ ਨਜ਼ਾਰਾ ਚਿਤਵਿਆ ਅਤੇ ਉਹਦੇ ਦਿਲ ਵਿੱਚ ਰਹਿਮ ਦੀ ਕਾਗ ਆ ਗਈ। ਆਪਣੀਆਂ ਅੱਖਾਂ ਸਾਹਮਣੇ ਉਹਨੇ ਇੱਕ ਵਾਰ ਫਿਰ ਇੱਕ ਮੁਟਿਆਰ ਦਾ ਆਕਾਰ ਵੇਖਿਆ, ਤਿੱਖੇ ਸਿਰੜੀ ਮੂੰਹ ਵਾਲੀ ਮੁਟਿਆਰ।
ਉਹ ਥੱਕੀ ਟੁੱਟੀ ਤੇ ਇਕੱਲੀ ਬਰਫ਼ ਦੇ ਗਿੱਲੇ ਗੋੜਿਆਂ ਵਿੱਚੋਂ ਰਾਹ ਬਣਾ ਰਹੀ ਸੀ ਅਤੇ ਮਾਂ ਦਾ ਪੁੱਤਰ ਜੇਲ੍ਹ ਵਿੱਚ ਸੀ। ਸ਼ਾਇਦ ਹਜੇ ਉਹ ਸੁੱਤਾ ਨਹੀਂ ਸੀ ਅਤੇ ਲੇਟਿਆ ਹੋਇਆ ਸੋਚ ਰਿਹਾ ਸੀ, ਪਰ ਉਹਦੇ ਬਾਰੇ, ਆਪਣੀ ਮਾਂ ਦੇ ਬਾਰੇ ਨਹੀਂ। ਹੁਣ ਕੋਈ ਹੋਰ ਸੀ ਜਿਹੜਾ ਉਹਨੂੰ ਵਧੇਰੇ ਪਿਆਰਾ ਸੀ। ਖੁੱਥੜ ਬੱਦਲਾਂ ਵਾਂਗ ਮਿਲੇ ਜੁਲੇ ਦੁਖਦਾਈ ਖਿਆਲ ਆਏ। ਉਹਨਾਂ ਉਹਦੀ ਆਤਮਾ ਨੂੰ ਹਨੇਰੇ ਵਿੱਚ ਲਪੇਟ ਲਿਆ। ਤੂੰ ਥੱਕ ਗਈ ਏ ਮਾਂ, ਚੱਲ ਹੁਣ ਸੌਂ ਜਾਈਏ, ਯੈਗੋਰ ਨੇ ਮੁਸਕਰਾ ਕੇ ਕਿਹਾ। ਉਹਨੇ ਸ਼ੁਭ ਰਾਤਰੀ ਕਹੀ ਅਤੇ ਇੱਕ ਪਾਸੇ ਮੁੜ ਕੇ ਧਿਆਨ ਨਾਲ ਟੁਰਦੀ ਰਸੋਈ ਵਿੱਚ ਚਲੀ ਗਈ। ਉਹਦਾ ਦਿਲ ਸੜਦੀ ਕੁੜੱਤਣ ਨਾਲ ਭਰਿਆ ਹੋਇਆ ਸੀ। ਅਗਲੀ ਸਵੇਰ ਨਾਸ਼ਤੇ ਵੇਲੇ ਯੈਗੋਰ ਨੇ ਕਿਹਾ, ਜੇ ਉਹਨਾਂ ਤੈਨੂੰ ਫੜ ਲਿਆ ਤੇ ਪੁੱਛਿਆ ਕਿ ਤੂੰ ਇਹ ਨਾਸਤਿਕ ਇਸ਼ਤਿਹਾਰ ਕਿੱਥੋਂ ਲੈ ਲਏ ਤਾਂ ਤੂੰ ਕੀ ਕਹੇਂਗੀ? ਮੈਂ ਕਹਾਂਗੀ ਇਹਦੇ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ, ਉਹਨੇ ਜਵਾਬ ਦਿੱਤਾ। ਮੇਰਾ ਖਿਆਲ ਹੈ ਉਹ ਤੇਰੇ ਨਾਲ ਸਹਿਮਤ ਨਹੀਂ ਹੋਣ ਲੱਗੇ, ਯੈਗੋਰ ਨੇ ਇਤਰਾਜ਼ ਕੀਤਾ। ਉਹਨਾਂ ਨੂੰ ਪੱਕਾ ਯਕੀਨ ਹੈ ਇਹਦੇ ਨਾਲ ਉਹਨਾਂ ਦਾ ਵਾਸਤਾ ਹੈ। ਉਹ ਤੇਥੋਂ ਲੰਮੇ ਸਮੇਂ ਤੱਕ ਅਤੇ ਸਿਰੜ ਨਾਲ ਪੁੱਛਦੇ ਰਹਿਣਗੇ। ਮੈਂ ਉਹਨਾਂ ਨੂੰ ਨਹੀਂ ਦੱਸਾਂਗੀ, ਉਹ ਤੈਨੂੰ ਜੇਲ੍ਹ ਵਿੱਚ ਸੁੱਟ ਦੇਣਗੇ। ਤਾਂ ਕੀ ਹੋਇਆ? ਰੱਬ ਦਾ ਸ਼ੁਕਰ ਹੈ ਮੈਂ ਕੁਝ ਤਾਂ ਕਰਨ ਜੋਗੀ ਵਾਂ, ਉਹਨੇ ਹੌਂਕਾ ਲੈ ਕੇ ਕਿਹਾ। ਮੇਰੀ ਕਿਸੇ ਨੂੰ ਲੋੜ ਹੈ? ਮੇਰਾ ਖਿਆਲ ਹੈ ਉਹ ਮੈਨੂੰ ਤਸੀਹੇ ਤਾਂ ਨਹੀਂ ਦੇਣ ਲੱਗੇ, ਕਹਿੰਦੇ ਨੇ। ਯੈਗੋਰ ਨੇ ਉਹਦੇ ਵੱਲ ਧਿਆਨ ਨਾਲ ਵੇਖਦੇ ਹੋਏ ਕਿਹਾ। ਉਹ ਤੈਨੂੰ ਤਸੀਹੇ ਤਾਂ ਨਹੀਂ ਦੇਣ ਲੱਗੇ, ਪਰ ਚੰਗੇ ਲੋਕਾਂ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ। ਅਜਿਹੀ ਗੱਲ ਕਹਿਣ ਲਈ ਤੂੰ ਹੀ ਚੰਗਾ ਬੰਦਾ ਏ, ਮਾਂ ਨੇ ਨਿੱਕੀ ਜਿਹੀ ਹਾਸੀ ਹੱਸ ਕੇ ਕਿਹਾ। ਯੈਗੋਰ ਜਵਾਬ ਦਿੱਤੇ ਬਿਨਾਂ ਕਮਰੇ ਵਿੱਚ ਟਹਿਲਦਾ ਰਿਹਾ। ਫਿਰ ਉਹਦੇ ਕੋਲ ਗਿਆ ਤੇ ਕਿਹਾ, ਮਾਂ ਇਹ ਔਖਾ ਕੰਮ ਹੈ, ਮੈਂ ਜਾਣਦਾ ਇਹ ਤੇਰੇ ਲਈ ਕਿੰਨਾ ਔਖਾ ਕੰਮ ਹੈ। ਸਾਰਿਆਂ ਲਈ ਔਖਾ ਏ, ਮਾਂ ਨੇ ਹੱਥ ਹਿਲਾ ਕੇ ਜਵਾਬ ਦਿੱਤਾ। ਸ਼ਾਇਦ ਉਹਨਾਂ ਲਈ ਸੌਖਰਾ ਏ ਜਿਹੜੇ ਸਮਝਦੇ ਨੇ, ਪਰ ਥੋੜਾ ਥੋੜਾ ਕਰਕੇ ਮੈਂ ਵੀ ਸਮਝਣ ਲੱਗ ਪਈ ਵਾਂ ਚੰਗੇ ਲੋਕ ਕੀ ਕਰਨਾ ਚਾਹੁੰਦੇ ਨੇ। ਜੇ ਤੂੰ ਇਹ ਸਮਝਦੀ ਏ ਤਾਂ ਹਰ ਇੱਕ ਨੂੰ ਤੇਰੀ ਲੋੜ ਹੈ ਮਾਂ, ਹਰ ਇੱਕ ਨੂੰ, ਉਹਨੇ ਗੰਭੀਰਤਾ ਨਾਲ ਕਿਹਾ। ਮਾਂ ਨੇ ਉਹਦੇ ਵੱਲ ਵੇਖਿਆ ਅਤੇ ਕੁਝ ਕਹੇ ਬਿਨਾਂ ਮੁਸਕਰਾਈ। ਦੁਪਹਿਰੇ ਉਹਨੇ ਕਾਰਖਾਨੇ ਜਾਣ ਦੀ ਤਿਆਰੀ ਕੀਤੀ। ਆਪਣੇ ਆਪ ਨੂੰ ਇਸ਼ਤਿਹਾਰਾਂ ਨਾਲ ਇਉਂ ਤੂੜਿਆ ਕਿ ਯੈਗੋਰ ਨੇ ਉਹਦੇ ਵੱਲ ਵੇਖਦੇ ਹੋਏ ਤਸੱਲੀ ਨਾਲ ਠੱਕ ਠੱਕ ਕੀਤੀ। ਜ਼ਹਿਰ ਗੁੱਟ, ਜਿਵੇਂ ਸਾਰੇ ਚੰਗੇ ਜਰਮਨ ਬੀਅਰ ਦੇ ਪਹਿਲੇ ਬੈਰਲ ਪਿੱਛੋਂ ਕਹਿੰਦੇ ਨੇ। ਸਾਹਿਤ ਨੇ ਤੈਨੂੰ ਉੱਕਾ ਹੀ ਤਬਦੀਲ ਨਹੀਂ ਕੀਤਾ ਮਾਂ, ਤੂੰ ਉਹ ਪਹਿਲਾਂ ਵਾਲੀ ਦਿਆਲ ਅਧਗੜ ਇਸਤਰੀ ਹੈ, ਲੰਮੀ ਤੇ ਕੁਝ ਮੋਟੀ। ਸ਼ਾਲਾ ਅਨੇਕ ਦੇਵਤੇ ਤੇਰੇ ਨਿਰਮਾਣ ਮੁੜ ਨੂੰ ਵਰ ਬਖਸ਼ਣ। ਅੱਧਾ ਘੰਟਾ ਪਿੱਛੋਂ ਕਾਰਖਾਨੇ ਨੇ ਫਾਟਕ ਅੱਗੇ ਖੜੀ ਸੀ, ਸ਼ਾਂਤ ਅਤੇ ਅਡੋਲ, ਆਪਣੀਆਂ ਟੋਕਰੀਆਂ ਦੇ ਭਾਰ ਹੇਠਾਂ ਝੁਕੀ ਹੋਈ। ਜਿਹੜਾ ਕੋਈ ਅੰਦਰ ਜਾਂਦਾ, ਦੋ ਸੰਤਰੀ ਉਹਨਾਂ ਦਾ ਸਰੀਰ ਟੋਹਦੇ ਅਤੇ ਇਹਦੇ ਬਦਲੇ ਉਹਨਾਂ ਨੂੰ ਕਿਰਤੀਆਂ ਦੀਆਂ ਗਾਲਾਂ ਅਤੇ ਝਿੱਡਾਂ ਮਿਲਦੀਆਂ। ਇੱਕ ਪਾਸੇ ਇੱਕ ਪੁਲਸੀਆਂ ਅਤੇ ਲੰਮੀਆਂ ਲੱਤਾਂ, ਲਾਲ ਮੂੰਹ ਅਤੇ ਇੱਧਰ ਉੱਧਰ ਘੁੰਮਦੀਆਂ ਅੱਖਾਂ ਵਾਲਾ ਇੱਕ ਬੰਦਾ ਖੜੇ ਸਨ। ਮਾਂ ਆਪਣੀਆਂ ਟੋਕਰੀਆਂ ਵਾਲੀ ਵਹਿੰਗੀ ਦਾ ਭਾਰ ਇੱਕ ਮੋਢੇ ਤੋਂ ਦੂਜੇ ਉੱਤੇ ਪਾਉਂਦੀ ਅਤੇ ਲੰਮੀਆਂ ਲੱਤਾਂ ਵਾਲੇ ਨੂੰ ਕਾਣੀ ਅੱਖ ਨਾਲ ਤਾੜਦੀ ਰਹੀ, ਕਿਉਂਕਿ ਉਹਨੇ ਸਮਝ ਲਿਆ ਸੀ ਕਿ ਉਹ ਸੂਹਿਆ ਹੈ। ਤੁਹਾਨੂੰ ਭੂਤਨਿਆਂ ਨੂੰ ਸਾਡੀਆਂ ਜੇਬਾਂ ਦੀ ਨਹੀਂ, ਸਿਰਾਂ ਦੀ ਤਲਾਸ਼ੀ ਲੈਣੀ ਚਾਹੀਦੀ ਹੈ, ਇੱਕ ਲੰਮੇ ਘੁੰਗਰਾਲੇ ਵਾਲਾਂ ਵਾਲੇ ਜਵਾਨ ਕਿਰਤੀ ਨੇ ਆਪਣੇ ਕੱਪੜੇ ਟੋਹਣ ਵਾਲੇ ਸੰਤਰੀਆਂ ਨੂੰ ਕਿਹਾ। ਤੁਹਾਡੇ ਸਿਰਾਂ ਵਿੱਚ ਤਾਂ ਜੂਆਂ ਤੋਂ ਛੁੱਟ ਕੁਝ ਵੀ ਨਹੀਂ, ਇੱਕ ਸੰਤਰੀ ਨੇ ਜਵਾਬ ਦਿੱਤਾ। ਸੋ ਜੂਆਂ ਫੜ ਕੇ ਸਾਡਾ ਖਹਿੜਾ ਛੱਡ, ਕਿਰਤੀ ਨੇ ਮੋੜਵਾਂ ਜਵਾਬ ਦਿੱਤਾ। ਸੂਈਏ ਨੇ ਉਹਦੇ ਵੱਲ ਤਿੱਖੀ ਨਿਗਾਹ ਮਾਰੀ ਅਤੇ ਘ੍ਰਿਣਾ ਨਾਲ ਥੁੱਕ ਦਿੱਤਾ। ਮੈਨੂੰ ਤਾਂ ਲੰਘ ਜਾਂਦੇ, ਮਾਂ ਨੇ ਕਿਹਾ। ਵੇਖਦਾ ਨਹੀਂ ਭਾਰ ਨਾਲ ਮੇਰੀ ਪਿੱਠ ਟੁੱਟ ਚੱਲੀ ਏ। ਲੰਘ ਜਾ, ਸੰਤਰੀ ਚਿੜ ਕੇ ਕੂਕਿਆ। ਤੂੰ ਵੀ ਬਕਵਾਸ ਜ਼ਰੂਰੀ ਕਰਨੀ ਏ, ਹੈ ਨਾ? ਜਦੋਂ ਮਾਂ ਆਪਣੀ ਥਾਂ ਤੇ ਆਪਣੀ ਤੋਹਣੇ ਆਪਣੀਆਂ ਟੋਕਰੀਆਂ ਪੁੰਜੇ ਰੱਖ ਦਿੱਤੀਆਂ, ਆਪਣੇ ਮੂੰਹ ਤੋਂ ਪਸੀਨਾ ਪੁੰਝਿਆ ਤੇ ਆਲੇ ਦੁਆਲੇ ਵੇਖਿਆ। ਦੋ ਗੁਸੇਵ ਭਰਾ ਜਿਹੜੇ ਦੋਵੇਂ ਮਿਸਤਰੀ ਸਨ ਉਹਦੇ ਕੋਲ ਆਏ। ਪਿਰੋਗੀ ਹੈ ਈ? ਵਾਸਲੀ ਨੇ, ਜਿਹੜਾ ਦੋਹਾਂ ਵਿੱਚੋਂ ਵੱਡਾ ਸੀ, ਘੂਰੀ ਵੱਟ ਕੇ ਕਿਹਾ। ਭਲਕੇ ਹੋਵੇਗੀ, ਮਾਂ ਨੇ ਜਵਾਬ ਦਿੱਤਾ। ਇਹ ਸੰਕੇਤਕ ਬੋਲਾ ਸੀ। ਭਰਾਵਾਂ ਦੇ ਮੂੰਹ ਖਿੜ ਗਏ। ਉਹ ਮੇਰੀ ਅੰਬੜੀਏ, ਇਵਾਨ ਨੇ ਉਤਸੁਕਤਾ ਵਸ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ। ਵਾਸਲੀ ਟੋਕਰੀ ਵਿੱਚ ਝਾਕਣ ਲਈ ਗੋਡਿਆਂ ਭਰ ਬਹਿ ਗਿਆ ਤੇ ਉਸੇ ਛਿਣ ਇਸ਼ਤਿਹਾਰਾਂ ਦਾ ਇੱਕ ਪੈਕਟ ਉਹਦੇ ਕੋਟ ਦੇ ਸੀਨੇ ਵਿੱਚ ਚਲਾ ਗਿਆ। ਇਵਾਨ, ਅਸੀਂ ਘਰ ਨਹੀਂ ਜਾਂਦੇ, ਉਹਨੇ ਉੱਚੀ ਆਵਾਜ਼ ਵਿੱਚ ਕਿਹਾ। ਅਸੀਂ ਖਾਣਾ ਇਹਦੇ ਤੋਂ ਮੁੱਲ ਲੈ ਲਵਾਂਗੇ। ਇਹ ਕਹਿੰਦੇ ਹੋਏ ਉਹਨੇ ਇੱਕ ਹੋਰ ਪੈਕਟ ਆਪਣੇ ਲੰਮੇ ਬੂਟਾਂ ਦੇ ਉੱਪਰਲੇ ਹਿੱਸੇ ਵਿੱਚ ਤੁੰਨ ਲਿਆ। ਨਵੀਂ ਫੇਰੀ ਵਾਲੀ ਦੀ ਮਦਦ ਤਾਂ ਕਰਨੀ ਹੀ ਹੋਈ। ਜ਼ਰੂਰ, ਇਵਾਨ ਨੇ ਹੱਸ ਕੇ ਕਿਹਾ। ਮਾਂ ਨੇ ਸਾਵਧਾਨੀ ਨਾਲ ਆਪਣੇ ਆਲੇ ਦੁਆਲੇ ਵੇਖਿਆ। ਸ਼ੋਰਬਾ, ਗਰਮ ਸੇਵੀਆਂ, ਉਹਨੇ ਹੋਕਾ ਦਿੱਤਾ। ਚੋਰੀ ਚੋਰੀ ਇੱਕ ਤੋਂ ਪਿੱਛੋਂ ਦੂਜਾ ਪੈਕਟ ਕੱਢਦੀ ਉਹ ਭਰਾਵਾਂ ਨੂੰ ਦੇਣ ਲੱਗ ਪਈ। ਹਰ ਵਾਰ ਜਦੋਂ ਪੈਕਟ ਉਹਦੇ ਹੱਥੋਂ ਜਾਂਦਾ ਤਾਂ ਇੱਕਦਮ ਭੜਕੀ ਮਾਚਿਸ ਵਾਂਗ ਉਹਦੇ ਮਨ ਵਿੱਚ ਭੂਸਲੇ ਅਫਸਰ ਦਾ ਮੂੰਹ ਭੜਕ ਉੱਠਦਾ ਤੇ ਉਹ ਬਹੁਤ ਹੀ
ਬਾਗੀਆਂ ਪਾ ਕੇ ਆਪਣੇ ਆਪ ਨੂੰ ਕਹਿੰਦੀ, "ਐ ਲੈ ਜਣਿਆ," ਅਤੇ ਅਗਲਾ ਪੈਕਟ ਦਿੰਦੇ ਹੋਏ ਉਹ ਤਸੱਲੀ ਨਾਲ ਵਾਅਦਾ ਕਰਦੀ ਅਤੇ ਐ। ਕਿਰਤੀ ਹੱਥਾਂ ਵਿੱਚ ਕਟੋਰੇ ਫੜੀ ਉਹਦੇ ਕੋਲ ਆਏ। ਜਦੋਂ ਕੋਈ ਨੇੜੇ ਆਉਂਦਾ ਤਾਂ ਈਵਾਨ ਗੁਸੇਵ ਉੱਚੀ-ਉੱਚੀ ਹੱਸਣ ਲੱਗ ਪੈਂਦਾ ਤੇ ਮਾਂ ਬੜੇ ਠਰ੍ਹੰਮੇ ਨਾਲ ਉਹਦੇ ਇਸ਼ਤਿਹਾਰ ਦੇਣਾ ਬੰਦ ਕਰ ਦਿੰਦੀ ਅਤੇ ਆਪਣੇ ਸ਼ੋਰਬੇ ਅਤੇ ਸੇਵੀਆਂ ਵੱਲ ਮੁੜ ਆਉਂਦੀ। "ਤੂੰ ਤਾਂ ਬੜੀ ਚੁਸਤ ਐ, ਪੈਲਾਗੀਆ ਨਿਲੋਵਨਾ," ਭਰਾਵਾਂ ਨੇ ਹੱਸ ਕੇ ਕਿਹਾ। ਲੋੜ ਨੇ ਉਹਨੂੰ ਇਹ ਕੰਮ ਕਰਨ ਤੇ ਮਜਬੂਰ ਕਰ ਦਿੱਤੈ, ਨੇੜੇ ਖੜੇ ਇੱਕ ਝੋਕੇ ਨੇ ਉਦਾਸ ਢੰਗ ਨਾਲ ਕਿਹਾ। ਉਹ ਉਹਦੇ ਕਮਾਊ ਨੂੰ ਉਸ ਤੋਂ ਲੈ ਗਏ। "ਹਰਾਮਜ਼ਾਦੇ, ਐ ਲੈ ਸਾਨੂੰ 3 ਕੌਪੀਕ ਦੀਆਂ ਸੇਵੀਆਂ ਦੇ। ਮਾਂ, ਫਿਕਰ ਨਾ ਕਰ, ਕਿਸੇ ਨਾ ਕਿਸੇ ਤਰ੍ਹਾਂ ਤੇਰਾ ਡੰਗ ਲੰਘ ਜਾਵੇਗਾ।" "ਦੋ ਦਿਆਲ ਬੋਲਾਂ ਲਈ ਮਿਹਰਬਾਨੀ," ਮਾਂ ਨੇ ਮੁਸਕਰਾ ਕੇ ਕਿਹਾ। "ਦਿਆਲ ਗੱਲ ਕਹਿਣ ਤੇ ਕੋਈ ਮੁੱਲ ਨਹੀਂ ਲੱਗਦਾ," ਝੋਕੇ ਨੇ ਉੱਥੋਂ ਜਾਂਦੇ ਹੋਏ ਬੁੜਬੁੜ ਕੀਤੀ। "ਗਰਮ ਸ਼ੋਰਬਾ, ਸੇਵੀਆਂ, ਦਲੀਆਂ," ਪੈਲਾਗੀਆ ਨੇ ਹੋਕਾ ਦਿੱਤਾ। ਉਹ ਇਸ ਬਾਰੇ ਸੋਚਦੀ ਰਹੀ ਕਿ ਉਹ ਇਸ਼ਤਿਹਾਰਾਂ ਬਾਰੇ, ਆਪਣੇ ਪਹਿਲੇ ਤਜਰਬੇ ਬਾਰੇ ਆਪਣੇ ਪੁੱਤਰ ਨੂੰ ਕੀ ਕਹੇਗੀ, ਅਤੇ ਉਹਦੇ ਮਨ ਦੀ ਪਿਛੋਕੜ ਵਿੱਚ ਅਫਸਰ ਦਾ ਭੂਸਲਾ ਮੂੰਹ ਘੁੰਮਦਾ ਰਿਹਾ, ਹੈਰਾਨ ਤੇ ਗੁੱਸੇ। ਉਹਦੀ ਕਾਲੀ ਮੁੱਛ ਘਬਰਾਹਟ ਨਾਲ ਫੜਕਦੀ ਰਹੀ ਅਤੇ ਉਹਦੇ ਕਰੀਚੇ ਦੰਦ ਉਹਦੇ ਮਰੋੜੇ ਹੋਠਾਂ ਵਿੱਚੋਂ ਚਟਿਆਣ ਨਾਲ ਲਿਸ਼ਕਦੇ। ਉਹਦੇ ਦਿਲ ਵਿੱਚ ਖੁਸ਼ੀ ਕਿਸੇ ਪੰਛੀ ਵਾਂਗ ਗਾ ਰਹੀ ਸੀ। ਉਹਨੇ ਕੁਝ ਨਖਰੇ ਨਾਲ ਆਪਣੇ ਭਰਵੱਟੇ ਉੱਤੇ ਉਭਾਰੇ ਅਤੇ ਆਪਣਾ ਕੰਮ ਜਾਰੀ ਰੱਖਦੇ ਹੋਏ ਉਹ ਦਿਲ ਵਿੱਚ ਅਫਸਰ ਨੂੰ ਕਹਿ ਰਹੀ ਸੀ, "ਲੈ, ਐ ਲੈ।"